ਜਾਓ ਪ੍ਰੇਮ ਨਾਲ ਅੰਮ੍ਰਿਤਮਏ ਗੁਰਬਾਣੀ ਦੇ ਲੜੀਵਾਰ ਕਥਾ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਾਚੁ ਜੁਗਾਦ ਸਾਚੁ ਹੈ ਵੀ ਸਾਚੁ ਨਾਨਕ ਹੋਸੀ ਵੀ ਸਾਚੁ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥਾ ਕਵਨ ਕਰਮ ਨਾਮ ਬਰਨਤ ਸੁਮਤ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹਿਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ ਇਹਾ ਪਾਈ ਮੂੰਹ ਦਾਤੜੀ ਨਿਤ ਹਿਰਦੈ ਰਖਾ ਸਮਾਲ ਤੂੰ ਚਉ ਸੱਜਣ ਮੈਡਿਆ ਡੀ ਸੇਸ ਉਤਾਰ ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ ਕਹਾ ਬੁੱਧ ਪ੍ਰਭ ਤੋਸ਼ ਹਮਾਰੀ ਬਰਨ ਸਕਾ ਮਹਿਮਾ ਜੋ ਤਿਹਾਰੀ
ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਕਵਨ ਗੁਣ ਪ੍ਰਾਨ ਪਤ ਮਿਲਾਉ ਮੇਰੀ ਮਾਈ। ਕਵਨ ਗੁਣ ਪ੍ਰਾਨ ਪਤ ਮਿਲਾਉ ਮੇਰੀ ਮਾਈ। ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤੇ ਆਈ। ਨਾਹਿ ਨ ਦਰਬ ਨ ਜੋਬਨ ਮਾਤੀ, ਮੋਹਿ ਅਨਾਥ ਕੀ ਕਰਹੁ ਸਮਾਈ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਾ ਹਾਂ ਫਿਰਤ ਤਿਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਾ ਹਾਂ ਫਿਰਤ ਤਿਸਾਈ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਜ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਸਾਹਿਬੇ ਕਮਾਲ ਸ਼ਮਸ਼ੇਰ ਬਹਾਦਰ, ਨੀਲੇ ਦੇ ਸ਼ਾਹ ਅਸਵਾਰ, ਕਲਗੀਧਰ ਪਿਤਾ, ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ, ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ, ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ, ਸਰਬਤ ਜੀਵਾਂ ਦੇ ਉੱਪਰ ਦਇਆਲਤਾ ਕਰਕੇ, ਕਿਰਪਾਲਤਾ ਕਰਕੇ, ਮਿਹਰ ਕਰਕੇ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਦਸਾਂ ਹੀ ਪਾਤਸ਼ਾਹੀਆਂ ਜੀ ਦੇ ਪਾਵਨ ਆਤਮਕ ਸਵਰੂਪ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਮੁਕੱਦਸ ਸਤ ਸੰਗਤ ਰੂਪੀ ਗੋਦ ਦਾ ਅਵਸਰ ਪ੍ਰਦਾਨ ਕਰਕੇ ਸਭਨਾਂ ਨੂੰ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ, ਸਤਿਗੁਰੂ ਜੀ ਦੇ ਪ੍ਰੇਮ ਵਾਲਿਆਂ ਨੇ, ਨੇਮ ਵਾਲਿਆਂ ਨੇ, ਚਾਹਤ ਵਾਲਿਆਂ ਨੇ, ਜਗਿਆਸਾ ਵਾਲਿਆਂ ਨੇ, ਇੱਛਾ ਵਾਲਿਆਂ ਨੇ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿਖੇ ਗੁਰ ਚਰਨਾਂ ਵਿਖੇ ਆ ਕਰਕੇ ਹਾਜ਼ਰੀਆਂ ਭਰ ਕੇ ਅੰਮ੍ਰਿਤ ਸਰੂਪ ਗੁਰਬਾਣੀ ਨੂੰ ਪੜ੍ਹ ਕਰਕੇ, ਗਾਇਨ ਕਰਕੇ, ਸ਼ਰਵਣ ਕਰਕੇ ਆਤਮਿਕ ਆਨੰਦ ਰੂਪੀ ਲਾਹੇ ਪ੍ਰਾਪਤ ਕਰਨਾ ਕੀਤੇ ਨੇ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਪ੍ਰੇਮ ਰਸ ਨੂੰ ਮਾਣਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗਰੀਬ ਨਿਵਾਜ ਜੀ ਦੇ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ਼ਰਵਣ ਕਰਨੇ ਦਾ।
ਜਿਵੇਂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਤ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਗੁਰ ਸ਼ਬਦ ਦੀ ਵਿਚਾਰ ਨੂੰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਰਸਨਾ ਦੀ ਪਵਿੱਤਰਤਾ ਤੇ ਹਿਰਦੇ ਦੀ ਨਿਰਮਲਤਾ ਹੀ ਵਾਸਤੇ ਸਹਿਤ ਪਿਆਰ ਦੇ ਉਚਾਰਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਗਰੀਬ ਨਿਵਾਜ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਗੁਰ ਅਰਜਨ ਪ੍ਰਤੱਖ ਹਰ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜ਼ਹਰਾ ਸਰੂਪ ਜ਼ਹਰਾ ਮੂਰਤ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਦਰਸ਼ਨ ਦੀਦਾਰ ਕਰਨ ਵਾਸਤੇ ਆਈਆਂ ਬੇਅੰਤ ਸੰਗਤਾਂ ਦੇ ਵਿੱਚੋਂ ਜਗਿਆਸਾ ਵਾਲੇ ਇੱਛਾ ਚਾਹਤ ਵਾਲੇ ਗੁਰਸਿੱਖਾਂ ਨੇ ਬੇਨਤੀ ਕਰਨਾ ਕੀਤੀ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਜਿਹੜੀ ਹੈ ਅਤਿਅੰਤ ਕਠਨ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਯਤਨ ਕਰਨੇ ਦਾ, ਵਾਹਿਗੁਰੂ ਜੀ ਨੂੰ ਮਿਲਣੇ ਦਾ ਯਤਨ ਕਰਨੇ ਦਾ ਬੜਾ ਉਪਰਾਲਾ ਕਰਦੇ ਹਾਂ, ਬੜਾ ਉਦਮ ਕਰਨ ਦਾ ਯਤਨ ਕਰਦੇ ਹਾਂ, ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਵਿਛੋੜਾ ਹੈ ਨਾ ਅਜੇ ਮਿਟਿਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਬਖਸ਼ਿਸ਼ ਕਰੋ ਤੇ ਇਸ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਈਏ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੋ ਪ੍ਰਾਪਤੀ ਦੀ ਜਗਿਆਸਾ ਵਾਲੇ, ਇੱਛਾ ਵਾਲੇ ਸਤਿਗੁਰੂ ਜੀ ਦੇ ਸ਼ਰਧਾਲੂ ਅਥਵਾ ਜਗਿਆਸੂ ਰੂਪ ਇਸਤਰੀਆਂ ਹੁੰਦੀਆਂ ਨੇ, ਮਹਾਰਾਜ ਤਿੰਨਾਂ ਦੀ ਸੰਗਤ ਵੀ ਬਖਸ਼ੋ ਤਾਂ ਕਿ ਤਿੰਨਾਂ ਦੀ ਸੰਗਤ ਕਰਦਿਆਂ ਸਾਡੇ ਹਿਰਦੇ ਨੂੰ ਵੀ ਪ੍ਰੇਮ ਦਾ ਰੰਗ ਲੱਗ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕਰੋ। ਸ਼ੁਭ ਗੁਣਾ ਤੋਂ ਹੀਣੇ ਹਾਂ, ਨਿਸ਼ਕਾਮ ਕਰਮਾਂ ਤੋਂ ਵੀ ਹੀਣੇ ਹਾਂ। ਪੂਰਬਲੇ ਜਨਮਾਂ ਵਿੱਚ ਪਤਾ ਨਹੀਂ ਕੈਸੇ ਕਰਮ ਕਮਾਏ ਹੋਣਗੇ ਜੇ ਵਾਹਿਗੁਰੂ ਜੀ ਦੇ ਨਾਲੋਂ ਵਿਛੋੜਾ ਪੈ ਗਿਆ। ਇਸ ਜਨਮ ਦੇ ਵਿੱਚ ਵੀ ਮਹਾਰਾਜ ਸ਼ੁਭ ਗੁਣਾ ਦੇ ਧਾਰਨੀ ਨਹੀਂ, ਔਗਣਾ ਦਾ ਭਰਿਆ ਹੋਇਆ ਇਹ ਸਰੀਰ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਇਹ ਸਾਡੇ ਜਿਹੜੇ ਔਗਣਾ ਵਾਲੇ ਪਾਪ ਕਰਮ ਨੇ ਸਾਨੂੰ ਵਾਹਿਗੁਰੂ ਜੀ ਤੋਂ ਵਿਛੋੜਾ ਪਾ ਕਰਕੇ ਰੱਖਦੇ ਨੇ, ਦੂਰੀ ਬਣਾ ਕਰਕੇ ਰੱਖਦੇ ਨੇ, ਮਿਲਣ ਨਹੀਂ ਦਿੰਦੇ। ਕਿਰਪਾਲਤਾ ਕਰਕੇ ਐਸੇ ਉਪਦੇਸ਼ ਦੀ ਬਖਸ਼ਿਸ਼ ਕਰਨਾ ਕਰੋ, ਦਾਤ ਬਖਸ਼ਿਸ਼ ਕਰਨਾ ਕਰੋ, ਵਾਹਿਗੁਰੂ ਜੀ ਦੀ ਪ੍ਰਾਪਤੀ ਵਾਲੇ ਹੋ ਜਾਈਏ। ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਜੀ ਪੂਰਬੀ ਜਾਤੀ ਵਾਲੇ ਗੌੜੀ ਰਾਗ ਦੇ ਅੰਦਰ ਫਰਮਾਨ ਕਰਦੇ ਨੇ। ਕੱਲ ਜਿਹੜਾ ਸ਼ਬਦ ਦੀ ਵਿਚਾਰ ਸਰਵਣ ਕੀਤੀ ਸੀ, ਰਾਗ ਤੇ ਗੌੜੀ ਸੀ ਪਰ ਜਾਤੀ ਬੈਰਾਗਣ ਸੀ। ਸ਼ੰਤ ਉਚਾਰਨ ਕੀਤੇ ਸਨ, ਸ਼ੰਤਾਂ ਦੀ ਜਿਹੜੀ ਜਾਤੀ ਉਹ ਹੋਏ ਕੇ ਸੀ। ਸੋ ਕੱਲ ਵਾਲੀ ਗੌੜੀ ਬੈਰਾਗਣ ਸੀ ਤੇ ਜੋ ਅੱਜ ਸਤਿਗੁਰੂ ਜੀ ਦਾ ਉਪਦੇਸ਼ ਸਰਵਣ ਕਰਾਂਗੇ ਇਹ ਗੌੜੀ ਪੂਰਬੀ ਹੈ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਸਾਧ ਸੰਗਤ ਜੀਓ ਇਹ ਜਿਹੜਾ ਪਾਵਨ ਉਪਦੇਸ਼ ਹੈ ਨਾ ਸਤਿਗੁਰੂ ਜੀ ਦਾ, ਜਿਹੜੇ ਅੱਜ ਦੇ ਸਮੇਂ ਦੇ ਅੰਦਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਚਲਿਤ ਸਵਰੂਪ ਨੇ 1430 ਅੰਗਾਂ ਵਾਲੇ, ਉਸ ਸਰੂਪ ਦੇ ਅੰਦਰ 204 ਅੰਗ ਦੇ ਉੱਪਰ ਇਹ ਪਾਵਨ ਗੁਰ ਉਪਦੇਸ਼ ਸੁਸ਼ੋਭਿਤ ਹੈ। ਤੇ ਜਿਸ ਸਰੂਪ ਤੋਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਹੋ ਰਹੀ ਹੈ ਇਹ ਹਸਤ ਲਿਖਤ ਹੈ, ਹੱਥ ਦੇ ਨਾਲ ਲਿਖਿਆ ਹੋਇਆ। ਤੇ ਹੱਥ ਦੇ ਲਿਖੇ ਹੋਏ ਜਿਹੜੇ ਸਰੂਪ ਨੇ ਮਹਾਰਾਜ ਸਾਹਿਬ ਜੀ ਦੇ, ਇਹਨਾਂ ਦੀ ਮਰਿਆਦਾ ਜਿਹੜੇ ਅੱਜ ਛਾਪੇ ਖਾਨਿਆਂ ਦੇ ਅੰਦਰ ਛਪਦੇ ਨੇ, ਪ੍ਰੈਸਾਂ ਵਿੱਚ ਛਪਦੇ ਨੇ, ਉਹਨਾਂ ਨਾਲੋਂ ਕੁਝ ਲਿਖਣ ਦੇ ਭੇਦ ਤੇ ਨਿਯਮ ਵੱਖਰੇ ਹੋਇਆ ਕਰਦੇ ਨੇ। ਜਿਨ੍ਹਾਂ ਨਿਯਮਾਂ ਦੇ ਵਿੱਚੋਂ ਇੱਕ ਨਿਯਮ ਇਹ ਹੈ ਕਿ ਜਿਹੜੇ ਸਰੂਪ ਮਸ਼ੀਨਾਂ ਦੇ ਨਾਲ ਪ੍ਰੈਸ ਦੇ ਅੰਦਰ ਛਪਦੇ ਨੇ ਉਸ ਦੇ ਇੱਕ ਹੀ ਪੱਤਰੇ ਦੇ ਉੱਪਰ ਇੱਕ ਪਾਸੇ ਇੱਕ ਅੰਗ ਤੇ ਦੂਸਰੇ ਪਾਸੇ 2 ਅੰਗ ਲਿਖਿਆ ਹੁੰਦਾ ਹੈ। ਪਰ ਜਿਹੜੇ ਹਸਤ ਲਿਖਤ ਮਹਾਰਾਜ ਸਾਹਿਬ ਜੀ ਦੇ ਸਵਰੂਪ ਹੋਇਆ ਕਰਦੇ ਨੇ, ਜਿਹੜੇ ਇਹਨਾਂ ਦੇ ਅੰਗ ਹੋਇਆ ਕਰਦੇ ਪੱਤਰੇ, ਇਹਨਾਂ ਨੂੰ ਪੱਕੇ ਅੰਗ ਕਿਹਾ ਜਾਂਦਾ ਹੈ।
ਪੱਕੇ ਅੰਗ ਤੋਂ ਭਾਵ ਹੈ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਦਾ ਜਿਹੜਾ ਪੱਤਰਾ ਏ ਉਸ ਦੇ ਇੱਕ ਪਾਸੇ ਵੀ ਜੇ ਇੱਕ ਅੰਕ ਲਿਖਿਆ ਹੋਇਆ ਤੇ ਦੂਸਰੇ ਪਾਸੇ ਵੀ ਅੰਕ ਭਾਵ ਅੰਗ ਇੱਕ ਹੀ ਹੁੰਦਾ ਹੈ। ਦੂਸਰਾ ਪੱਤਰਾ ਹੈ ਉਸ ਦੇ ਉੱਪਰ ਵੀ ਇੱਕ ਪਾਸੇ ਵੀ 2 ਅੰਗ ਤੇ ਅਗਲੇ ਪਾਸੇ ਫਿਰ 2 ਅੰਗ ਹੀ ਹੁੰਦਾ ਹੈ। ਇਸ ਪ੍ਰਕਾਰ ਪ੍ਰੈਸ ਦੁਆਰਾ ਛਪੇ ਹੋਏ ਤੇ ਹੱਥਾਂ ਦੇ ਨਾਲ ਲਿਖੇ ਹੋਏ ਸਰੂਪਾਂ ਦੇ ਅੰਦਰ ਬਹੁਤ ਸਾਰੇ ਭੇਦਾਂ ਵਿੱਚੋਂ ਇੱਕ ਭੇਦ ਇਹ ਵੀ ਹੋਇਆ ਕਰਦਾ ਹੈ। ਇਸ ਅਨੁਸਾਰ ਜੋ ਸਤਿਗੁਰੂ ਜੀ ਦੇ ਪਾਵਨ ਸਵਰੂਪ ਨੇ ਹੱਥ ਲਿਖਤ, ਜਿਨ੍ਹਾਂ ਦੇ ਦਰਸ਼ਨ ਕਰਦਿਆਂ ਵਿਚਾਰ ਸਰਵਣ ਕਰਾਂਗੇ, ਇਸ ਪਾਵਨ ਸਰੂਪ ਦਾ ਅੰਗ ਹੈ 117 ਤੇ 1430 ਵਾਲੇ ਸਰੂਪ ਦੇ ਅੰਗਾਂ ਦੇ ਹਿਸਾਬ ਦੇ ਨਾਲ ਉਸ ਦਾ ਅੰਗ ਹੈ 204। ਹਜ਼ੂਰ ਪਾਤਸ਼ਾਹ ਜੀ ਪੂਰਬੀ ਜਾਤੀ ਵਾਲੇ ਗੌੜੀ ਰਾਗ ਦੇ ਅੰਦਰ ਉਪਦੇਸ਼ ਫਰਮਾਉਂਦੇ ਹਨ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਥੇ ਰਾਗ ਦੀ ਜਿਹੜੀ ਜਾਤੀ ਹੈ ਫਿਰ ਤਬਦੀਲ ਹੋਈ ਹੈ, ਬਦਲੀ ਹੈ ਤੇ ਗਰੀਬ ਨਿਵਾਜ ਸਾਹਿਬ ਜੀ ਨਵੀਂ ਜਾਤੀ ਵਾਲੇ, ਅਗਲੀ ਜਾਤੀ ਵਾਲੇ ਗੌੜੀ ਰਾਗ ਨੂੰ ਪ੍ਰਾਰੰਭ ਕਰਦਿਆਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਰੂਪ ਮੰਗਲ ਉਚਾਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਇੱਕ ਰਸ ਇੱਕ ਰੂਪ ਰਹਿਣ ਵਾਲਾ ਹੈ, द्वंद्वाद तो रहत है, अद्वैत स्वरूप है, ओंकार उचारने मात्र से रखा करने वाला है, सर्व जियां का प्रकाशक है, सतगुर प्रसाद सत चेतन स्वरूप है, सच स्वरूप है, गुर पूजनीक है, सबना तो वड्डा है, प्रसाद स्वादा रसा कसा विच नहीं उलझदा, रसा कसा तो निर्वाण है, निर्बंध है, परे है, अलग है। ऐसे वाहिगुरु जी की प्राप्ति किवें हुंदी है? सतगुर प्रसाद पूरे सतगुरु जी की दयालता कृपालता नदर दे नाल बख्शिश दे नाल मिहर दे नाल ऐसे परमात्मा जी की प्राप्ति हुंदी है जी। कवन गुण प्राण पत मिलो मेरी माई। जेड़ी अर्ज गुरसिखां ने सतगुरु जी दे अगे गुजारना कीती है, महाराज परमात्मा जी दे नालों विछोड़ा पिया होया है, वाहिगुरु जी दे नाल साडा मिलाप किवें होवे? ते गरीब निवाज सतगुरु सच्चे पातशाह जी रूपक अलंकार बन करके प्रभु परमात्मा जी दी प्राप्ति दा उपदेश बख्शिश करना करदे ने। रूपक अलंकार तो भाव हुंदा किसे दृश नूं रूपमान करके फिर उस दी उदाहरण दे करके गल नूं समझावना, क्योंकि मनुख रहिंदा है संसार दे अंदर ते मन नूं जोड़ना है निरंकार दे अंदर। जन्म लिया संसार दे अंदर, वसदा है संसार दे अंदर, उमरा बतीत करदा है संसार दे अंदर, रिश्तेदार सके संबंधियां दे नाल मिलदा गिलदा संसार दे अंदर, नवीआं रिश्तेदारियां ते मित्रता गंढदा संसार दे अंदर, जिन्हां पदार्थां नूं खांदा पींदा वो पैदा हुंदे ने संसार दे अंदर। जदों जन्म तो लैकर के अंतले सवास तक ते शरीर दे नाश होने तो बाद तक भी संस्कार सारे जेड़े ने अंतिम संस्कार भोग इस संसार च ही पैना है। ते जिस देश नूं देखिया ही नहीं उस नूं समझण वास्ते कोई उदाहरण ते चाहिदी है ना। ते महाराज जी उदाहरण उस देश दी देंदे ने जिथे जीव सदा ही रहिंदा है, शरीर करके जितनी हार बला जिथे सारी उमरा रहिंदा ना, उस शरीर दी, शरीर दे संबंधियां दी, शरीर दा जिन्हां नाल मोह लगा होया उन्हां दी, पदार्थां दी ते अंगा प्रतंगा दी ते दुनिया दे शुभ गुणां दी उदाहरण दे करके परलोक दे वास्ते समझाउंदे ने। क्योंकि जिहड़ा दुनियावी जीव है ना, असीं सारे साध संगत जी बुद्धि दे तल ते जिउंदे आ। जितनी को गल साडी समझ विच आ जावे उस नूं सच मन लैंदे आ, ते जिहड़ी गल समझ ना आवे उस नूं मनण वास्ते तैयार नहीं हुंदे। पावन श्री दसम ग्रंथ साहिब जी की गुरबाणी दे उपर शंका करने वाले शंका करते क्यों ने, किंतु करते क्यों ने? क्योंकि सतगुरु सच्चे पातशाह जी दे अमोलक फरमान ऐसे बेशकीमते ने, आम मनुख की समझ विच नहीं आउंदे। तां जदों समझ विच नहीं आउंदे कहंदा नहीं गुरु की बाणी नहीं। ये नहीं चाहुंदा कि मैं किसी पूरे उस्ताद दे पासों, किसी चंगे अर्थां दे ज्ञाता उस्ताद दे पासों गुरबाणी नूं पढ़ां, संथ्या करां, अर्थां नूं समझां ते सतगुरु जी की सिक्ख्या नूं ग्रहण करां। उल्टा अपनी मर्जी गुरबाणी ते भी थोपण लग गया। जिन्नू ते मेरी बुद्धि मन्ने ओ गुरु दी बाणी है, ते जिस गुरबाणी नूं मेरी मत प्रवान ना करे मेरी गुरु दी बाणी नहीं, इनकारी हो गया। क्योंकि समझ विच नहीं आ रही, मत छोटी है,
ਹੋਸ਼ੀ ਮਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਣਾ ਹੈ ਵਾਹਿਗੁਰੂ ਜੀ ਦੇ ਨਾਲ ਮਿਲਾਪ ਦਾ। ਹੁਣ ਵਾਹਿਗੁਰੂ ਜੀ ਨੂੰ ਮਨੁੱਖ ਨੇ ਪ੍ਰਤੱਖ ਨੇਤਰਾਂ ਦੇ ਨਾਲ ਦੇਖਿਆ ਨਹੀਂ, ਵਾਹਿਗੁਰੂ ਜੀ ਦੇ ਗੁਣਾਂ ਨੂੰ ਅੱਖਾਂ ਦੇ ਨਾਲ ਦੇਖਿਆ ਨਹੀਂ, ਸਵਰੂਪ ਦੇ ਦਰਸ਼ਨ ਕੀਤੇ ਨਹੀਂ। ਤੇ ਜਿਸ ਦੇਸ਼ ਦੇ ਵਿੱਚ ਸਦੀਵ ਕਾਲ ਜਾ ਕਰਕੇ ਰਹਿਣਾ ਹੈ, ਵਸਣਾ ਹੈ, ਨਿਰੰਕਾਰ ਜੀ ਦੇ ਚਰਨਾਂ ਦੇ ਵਿੱਚ ਉਸ ਦੇਸ਼ ਨੂੰ ਵੀ ਨਹੀਂ ਦੇਖਿਆ। ਜੋ ਵਾਹਿਗੁਰੂ ਜੀ ਦਾ ਪਿਆਰ ਹੈ ਉਸ ਨੂੰ ਹਿਰਦੇ ਦੀ ਭਾਵਨਾ ਕਰਕੇ ਕਦੇ ਹਿਰਦੇ ਦੇ ਅੰਦਰ ਮਹਿਸੂਸ ਵੀ ਨਹੀਂ ਕੀਤਾ ਹੈ, ਕਿਉਂਕਿ ਉਹ ਪਿਆਰ ਪ੍ਰਗਟ ਨਹੀਂ ਹੋਇਆ ਹੈ। ਹੁਣ ਜਿਸ ਦੇਸ਼ ਦੀ ਬਾਤ ਸਤਿਗੁਰੂ ਜੀ ਕਰਦੇ ਨੇ, ਜਿਸ ਪਿਆਰੇ ਵਾਹਿਗੁਰੂ ਜੀ ਦੀ ਬਾਤ ਸਤਿਗੁਰੂ ਜੀ ਕਰਦੇ ਨੇ, ਜਿਸ ਦੇ ਗੁਣਾਂ ਦੀ ਸਾਨੂੰ ਗੱਲ ਸਮਝਾਉਂਦੇ ਨੇ, ਉਹ ਸਾਡੀ ਸਮਝ ਵਿੱਚ ਨਹੀਂ ਆਉਂਦੀ, ਕਿਉਂਕਿ ਉਹ ਦੇਸ਼ ਕਦੇ ਵੇਖਿਆ ਹੀ ਨਹੀਂ। ਸਾਡੀ ਬੁੱਧੀ ਉੱਥੇ ਤੱਕ ਜਾਂਦੀ ਨਹੀਂ, ਸਾਡੀ ਨਜ਼ਰ ਉੱਥੇ ਤੱਕ ਜਾਂਦੀ ਨਹੀਂ, ਸਾਡੇ ਮਨ ਦੀ ਸੁਰਤ ਉੱਥੇ ਤੱਕ ਜਾਂਦੀ ਨਹੀਂ, ਸਾਨੂੰ ਉਸ ਦਾ ਗਿਆਤ ਹੀ ਨਹੀਂ, ਸਾਨੂੰ ਉਸ ਦੀ ਸਮਝ ਨਹੀਂ, ਸਾਨੂੰ ਉਸ ਦਾ ਬੋਧ ਨਹੀਂ, ਵਿਵੇਕ ਤੋਂ ਹੀਣੇ ਆ ਨਾ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਉਸ ਪਰਲੋਕ ਦੀ ਬਾਤ ਸਮਝਾਉਣ ਵਾਸਤੇ ਇਸ ਲੋਕ ਦੀ ਉਦਾਹਰਣ ਦਿੰਦੇ ਨੇ, ਕਿਉਂਕਿ ਜੇ ਪ੍ਰਤੱਖ ਦਿਸਦੀ ਵਸਤੂ ਦੀ ਉਦਾਹਰਣ ਨਾ ਦਿੱਤੀ ਜਾਵੇ ਤੇ ਅਦ੍ਰਿਸ਼ ਵਸਤੂ ਸਮਝ ਨਹੀਂ ਆਉਂਦੀ ਹੈ। ਉਸ ਅਦ੍ਰਿਸ਼ ਨੂੰ ਸਮਝਾਉਣ ਵਾਸਤੇ ਸਤਿਗੁਰੂ ਜੀ ਦ੍ਰਿਸ਼ਟਮਾਨ ਦਾ ਰੂਪਕ ਅਲੰਕਾਰ ਬੰਨ ਕਰਕੇ ਤੇ ਉਦਾਹਰਣ ਦੇ ਕਰਕੇ ਸਮਝਾਉਣਾ ਕਰਦੇ ਨੇ, ਤਾਂ ਕਿ ਬੁੱਧੀ ਦੇ ਤਲ ਤੇ ਜਿਉਣ ਵਾਲੇ ਮਨੁੱਖ ਦੀ ਸਮਝ ਵਿੱਚ ਆ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦਾ ਸਿਧਾਂਤ ਕੀ ਹੈ, ਮਾਇਨਾ ਕੀ ਹੈ, ਤੱਤ ਸਿਧਾਂਤ ਕੀ ਹੈ, ਅਰਥ ਕੀ ਹੈ, ਨਿਚੋੜ ਕੀ ਹੈ। ਤੇ ਜੇ ਕੋਈ ਉਦਾਹਰਣ ਨਾ ਹੋਵੇ ਤੇ ਫਿਰ ਸਮਝ ਨਹੀਂ ਆਵੇਗੀ। ਉਦਾਹਰਣ ਦੇ ਤੌਰ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਤੇ ਹੁਣ ਦੁਨਿਆਵੀ ਹਨੇਰੇ ਦੀ ਬਾਤ ਕਹੀ ਹੈ। ਰਾਤ ਦੇ ਸਮੇਂ ਹਨੇਰਾ ਹੁੰਦਾ ਹੈ, ਸੂਰਜ ਚੜ੍ਹ ਜਾਂਦਾ ਤੇ ਸੂਰਜ ਦੇ ਪ੍ਰਕਾਸ਼ ਦੇ ਨਾਲ ਹਨੇਰਾ ਮਿਟ ਜਾਂਦਾ। ਪਿਆਰਿਓ, ਇਸੇ ਪ੍ਰਕਾਰ ਮਨਮੁਖਤਾਈਆਂ ਦਾ ਅੰਧ ਗੁਬਾਰ ਹਿਰਦੇ ਦੇ ਅੰਦਰ ਹੈ। ਜਿਸ ਵੇਲੇ ਗਿਆਨ ਰੂਪੀ ਸੂਰਜ ਚੜ੍ਹੇਗਾ, ਬ੍ਰਹਮ ਗਿਆਨ ਰੂਪੀ ਕਿਰਨਾਂ ਦੇ ਨਾਲ ਅਥਵਾ ਭਗਤੀ ਰੂਪੀ ਕਿਰਨਾਂ ਦੇ ਨਾਲ ਹਿਰਦੇ ਦੇ ਵਿੱਚੋਂ ਅਗਿਆਨਤਾ ਦਾ ਹਨੇਰਾ ਮਿਟ ਜਾਵੇਗਾ। ਹੁਣ ਜੇ ਬਾਹਰ ਵਾਲੇ ਹਨੇਰੇ ਦੀ ਬਾਤ ਕੀਤੀ ਹੈ, ਬਾਹਰ ਵਾਲੇ ਸੂਰਜ ਦਾ ਵਿਖਿਆਨ ਸਤਿਗੁਰੂ ਜੀ ਨੇ ਕੀਤਾ ਹੈ, ਤੇ ਅੰਦਰ ਗਿਆਨ ਦਾ ਸੂਰਜ ਤੇ ਅਗਿਆਨਤਾ ਦਾ ਹਨੇਰਾ ਸਮਝ ਆਉਂਦਾ ਹੈ। ਇਸੇ ਪ੍ਰਕਾਰ ਹਨੇਰੇ ਕਮਰੇ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਹੈ, ਦੀਵਾ ਬਲ ਅੰਧੇਰਾ ਜਾਏ। ਕਮਰੇ ਦੇ ਅੰਦਰ ਹਨੇਰਾ ਹੋਵੇ, ਦੀਵਾ ਬਾਲ ਦਿੱਤਾ ਜਾਵੇ ਤੇ ਹਨੇਰਾ ਚਲਿਆ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਤੇ ਹਜ਼ੂਰ ਨੇ ਸਿੱਖਿਆ ਦੇਣਾ ਕੀਤੀ ਏ, ਤੇਰੇ ਸਰੀਰ ਰੂਪੀ ਕਮਰੇ ਦੇ ਅੰਦਰ, ਮਨ ਰੂਪੀ ਮਕਾਨ ਦੇ ਅੰਦਰ ਅੰਧਕਾਰ ਅਗਿਆਨਤਾ ਦਾ ਹਨੇਰਾ ਏ। ਸਿਖਾ, ਨਾਮ ਦਾ ਦੀਵਾ ਹਿਰਦੇ ਅੰਦਰ ਬਾਲਲਾ, ਚਾਨਣ ਹੋ ਜਾਵੇਗਾ, ਪ੍ਰਕਾਸ਼ ਹੋ ਜਾਵੇਗਾ। ਬਾਹਰਲੇ ਹਨੇਰੇ ਦੀ ਤੇ ਦੀਵੇ ਦੀ ਗੱਲ ਕਹੀ ਤੇ ਅੰਦਰਲਾ ਹਨੇਰਾ ਤੇ ਨਾਮ ਦਾ ਚਾਨਣ ਸਮਝ ਆਇਆ ਨਾ। ਤੇ ਜੇ ਬਾਹਰੋਂ ਉਦਾਹਰਣ ਨਾ ਦਿੰਦੇ ਤੇ ਸਾਨੂੰ ਅੰਦਰਲੀ ਗੱਲ ਸਮਝ ਹੀ ਨਹੀਂ ਸੀ ਆਉਣੀ। ਜਿਸ ਦੁਨੀਆ ਸੰਸਾਰ ਸੰਬੰਧੀਆਂ ਦੇ ਅੰਦਰ ਅਸੀਂ ਵਸਦੇ ਹਾਂ, ਉਹਨਾਂ ਨੂੰ ਆਪਣਾ ਸਮਝਦੇ ਹਾਂ। ਜਿਸ ਸਰੀਰ ਦੇ ਅੰਦਰ ਜੀਵ ਆਤਮਾ ਵਸਦਾ ਹੈ ਤੇ ਸਰੀਰ ਨੂੰ ਆਪਣਾ ਸਮਝ ਲਿਆ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਿਰ ਉਸ ਸਰੀਰ ਦੀ ਤੇ ਉਹਨਾਂ ਸੰਬੰਧੀਆਂ ਦੀ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ। ਜੇ ਤੈਨੂੰ ਰੂਹਾਨੀਅਤ ਦੀ ਬਾਤ ਸਮਝ ਨਹੀਂ ਆਉਂਦੀ, ਤੈਨੂੰ ਤੇਰੇ ਸੰਬੰਧੀ ਤੇ ਸਮਝ ਆਉਂਦੇ ਨੇ ਨਾ। ਜੇ ਤੂੰ ਕਹੇ ਸੰਬੰਧੀ ਤੇ ਦਗਾ ਕਰਦੇ, ਧੋਖਾ ਦਿੰਦੇ ਨੇ, ਉਹ ਕਿਹੜੇ ਮੇਰੇ ਨੇ? ਆਪਣੇ ਸਰੀਰ ਨੂੰ ਤੇ ਆਪਣਾ ਸਮਝਦਾ ਨਾ। ਸਰੀਰ ਦੀਆਂ ਅੱਖਾਂ, ਮੂੰਹ, ਹੱਥ, ਪੈਰ ਤਾਂ ਸਮਝ ਆਉਂਦੇ ਨੇ ਨਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਇਸ ਪ੍ਰਕਾਰ ਸੰਬੰਧੀਆਂ ਦੇ ਤੇ ਸਰੀਰ ਦੇ ਅੰਗ ਪ੍ਰਤੰਗ ਜਿਹੜੇ ਨੇ, ਨੈਣ ਨਕਸ਼ ਨੇ, ਹੱਥ ਪੈਰ ਨੇ, ਅੱਖਾਂ, ਮੂੰਹ, ਕੰਨ ਇਤਿਆਦਿਕ ਨੇ, ਇਹਨਾਂ ਦੀ ਉਦਾਹਰਣ ਦੇ ਕਰਕੇ ਸਮਝਾਉਂਦੇ ਨੇ। ਲੈ ਭਲਿਆ, ਤੈਨੂੰ ਅੰਤਰੀਵ ਗੱਲ, ਅੰਤਰੀਵ ਉਪਦੇਸ਼ ਦੇ ਨਾਲ ਸਮਝ ਨਹੀਂ ਆਉਂਦੀ, ਤੂੰ ਬਾਹਰੀ ਗੱਲਾਂ ਸਮਝਦਾ ਹੈ। ਤੈਨੂੰ ਬਾਹਰੀ ਸੰਬੰਧੀ ਤੇ ਸਰੀਰ ਦੇ ਬਾਹਰੀ ਅੰਗਾਂ ਦੀ ਉਦਾਹਰਣ ਦੇ ਕੇ ਸਮਝਾਉਂਦੇ ਆ। ਹੁਣ ਤਾਂ ਗੱਲ ਤੇਰੇ ਪੱਲੇ ਪੈ ਹੀ ਜਾਵੇਗੀ ਨਾ, ਹੁਣ ਤੇ ਸਮਝ ਹੀ ਜਾਵੇਗਾ ਨਾ। ਇਸ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸੌਖੀਆਂ ਸੌਖੀਆਂ ਉਦਾਹਰਣਾਂ, ਸੌਖੀਆਂ ਤੋਂ ਭਾਵ ਹੈ ਸ੍ਰੀ ਕਲਗੀਧਰ ਸਾਹਿਬ ਜੀ ਫਰਮਾਨ ਕਰਦੇ ਨੇ, ਚੀਟੀ ਤੇ ਕੁੰਚਰ ਅਸਥੂਲਾ। ਮਹਾਰਾਜ ਸਾਹਿਬ ਜੀ ਛੋਟੀ ਜੀ ਕੀੜੀ ਤੋਂ ਲੈ ਕਰਕੇ ਵੱਡੇ ਸਾਰੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਤੁਸੀਂ ਫੂਲਾ ਪ੍ਰਸੰਨ ਹੋ ਰਹੇ ਹੋ, ਆਨੰਦਿਤ ਹੋ ਰਹੇ ਹੋ। ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਦੇ ਨੇ। ਜਦੋਂ ਸੁੱਖਾਂ ਦੇ ਸਹਿਤ ਵਸਦੇ ਨੇ, ਖਾਂਦੇ ਪੀਂਦੇ ਭੁੰਚਦੇ ਨੇ, ਮਹਾਰਾਜ ਉਹਨਾਂ ਨੂੰ ਦਾਤਾਂ ਦੇ ਦੇ ਕਰਕੇ ਖੁਸ਼ ਹੋ ਰਹੇ ਹੋ।
ਤੇ ਜੇ ਕੋਈ ਕਿੰਤੂ ਕਰੇ ਜੀ ਕੀੜੀ ਤੋਂ ਛੋਟੇ ਅਣੂ ਪਰਮਾਣੂ ਦੇ ਬੜੇ ਬਾਰੀਕ ਨੇ, ਉਹਨਾਂ ਦੀ ਗੱਲ ਨਹੀਂ ਕਹੀ। ਜੇ ਕੋਈ ਕਹਿਣਾ ਕਵੇ ਵੇਲ ਮੱਛੀ, ਸ਼ਾਰਕ ਮੱਛੀ, ਇਸੇ ਪ੍ਰਕਾਰ ਡਾਇਨਾਸੌਰ, ਹਾਥੀ ਤੋਂ ਵੱਡੇ ਵੱਡੇ ਜਾਨਵਰ ਨੇ, ਉਹਨਾਂ ਦੀ ਗੱਲ ਸਤਿਗੁਰੂ ਜੀ ਨੇ ਕਿਉਂ ਨਹੀਂ ਕੀਤੀ? ਕੀੜੀ ਨੂੰ ਨਿੱਕਾ ਤੇ ਹਾਥੀ ਨੂੰ ਵੱਡਾ ਕਿਉਂ ਆਖਿਆ? ਤੇ ਫਿਰ ਬੇਨਤੀ ਕਰਾਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਹਰਨਾਂ ਉਹ ਦਿੰਦੇ ਨੇ ਜਿਹੜੀਆਂ ਚੀਜ਼ਾਂ ਸਾਡੀਆਂ ਅੱਖਾਂ ਦੇ ਸਾਹਮਣੇ ਨੇ ਤੇ ਸਾਨੂੰ ਸਮਝ ਛੇਤੀ ਆ ਜਾਵੇ। ਜੇ ਉਦਾਹਰਣ ਅਣੂ ਦੀ, ਪਰਮਾਣੂ ਦੀ ਦਿੱਤੀ ਹੁੰਦੀ ਤੇ ਜਿਸ ਨੂੰ ਸਮਝਾਉਣਾ ਹੋਵੇ ਪਹਿਲਾਂ ਅਣੂ ਪਰਮਾਣੂ ਕਿੱਥੋਂ ਲਿਆ ਕੇ ਦਿਖਾਵਾਂਗੇ? ਜੇ ਦੇਖੇਗਾ ਤੇ ਸਮਝ ਆਵੇਗੀ ਨਾ। ਹੁਣ ਡਾਇਨਾਸੌਰ ਕਿੱਥੋਂ ਲਿਆ ਕੇ ਕਿਸੇ ਨੂੰ ਦਿਖਾਇਆ ਜਾਵੇ? ਸਮੁੰਦਰ ਵਿੱਚ ਵੜ ਕੇ ਸ਼ਾਰਕ ਨੂੰ ਕਿਹੜਾ ਫੜੇਗਾ ਕਿਸੇ ਨੂੰ ਸਮਝਾਉਣ ਵਾਸਤੇ ਤੇ ਦਿਖਾਉਣ ਵਾਸਤੇ? ਵੇਲ ਨੂੰ ਹੱਥ ਕਿਹੜਾ ਪਾਵੇਗਾ ਕਿ ਵੇਲ ਫੜ ਕੇ ਲਿਆਵਾਂ ਤੇ ਤੈਨੂੰ ਦਿਖਾਵਾਂ ਤੇ ਫਿਰ ਤੈਨੂੰ ਸਮਝ ਆਵੇ? ਪਰ ਕੀੜੀ ਸਭਨਾਂ ਨੇ ਦੇਖੀ ਹੁੰਦੀ ਹੈ, ਹਾਥੀ ਵੀ ਲਗਭਗ ਸਭਨਾਂ ਨੇ ਦੇਖਿਆ ਹੁੰਦਾ ਹੈ। ਤੇ ਸਾਡੀ ਦ੍ਰਿਸ਼ਟੀ ਗੋਚਰਾ ਜੋ ਸਾਨੂੰ ਨਜ਼ਰ ਆਉਂਦਾ ਲਗਭਗ ਕੀੜੀ ਛੋਟਾ ਜੀਵ ਤੇ ਜਿਹੜਾ ਹਾਥੀ ਉਹ ਵੱਡਾ ਜਾਨਵਰ ਹੈ ਸਾਡੀ ਦ੍ਰਿਸ਼ਟੀ ਦੇ ਵਿੱਚ। ਜਿਹੜੀ ਚੀਜ਼ ਸਾਡੀ ਦ੍ਰਿਸ਼ਟ ਗੋਚਰੇ ਹੈ, ਸਾਨੂੰ ਸੌਖੀ ਸਮਝ ਆ ਜਾਵੇ, ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਉਦਾਹਰਣ ਦੇ ਕਰਕੇ ਸਾਨੂੰ ਸਮਝਾਵਣਾ ਕਰਦੇ ਨੇ। ਇਸ ਪ੍ਰਕਾਰ ਦ੍ਰਿਸ਼ਟਮਾਨ ਵਸਤੂ ਦਾ ਪ੍ਰਮਾਣ ਦੇ ਕਰਕੇ, ਉਦਾਹਰਣ ਦੇ ਕਰਕੇ, ਰੂਪਕ ਅਲੰਕਾਰ ਬਣ ਕਰਕੇ ਫਿਰ ਅੰਤਰੀਵ ਭਾਵ ਨੂੰ ਸਮਝਾਵਣਾ, ਇਸ ਨੂੰ ਕਿਹਾ ਜਾਂਦਾ ਜੀ ਰੂਪਕ ਅਲੰਕਾਰ। ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਰੂਪਕ ਅਲੰਕਾਰ ਬਣ ਕਰਕੇ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਦੀ ਜਿਹੜੀ ਜਗਿਆਸੂ ਦੇ ਹਿਰਦੇ ਦੇ ਅੰਦਰ ਤੜਪ ਹੈ ਉਸ ਨੂੰ ਪ੍ਰਗਟ ਕਰਦੇ ਨੇ। ਭਾਈ ਜਿਸ ਪ੍ਰਕਾਰ ਦੁਨੀਆ ਦੇ ਅੰਦਰ ਇੱਕ ਧੀ ਹੁੰਦੀ ਹੈ ਨਾ, ਤੇ ਉਹਦਾ ਮਾਂ ਦੇ ਨਾਲ ਹਰ ਕੋਈ ਰਾਜ ਸਾਂਝਾ ਹੁੰਦਾ ਹੈ, ਤਾਂ ਕਿਹਾ ਜਾਂਦਾ ਮਾਵਾਂ ਧੀਆਂ ਦਾ ਇੱਕ ਪਰਦਾ ਹੈ। ਸੋ ਇਸ ਪ੍ਰਕਾਰ ਜਿਹੜੀ ਬੇਟੀ ਹੈ, ਜਿਹੜੀ ਬੱਚੀ ਹੈ, ਜਿਹੜੀ ਸਪੁੱਤਰੀ ਹੈ, ਆਪਣੀ ਮਾਤਾ ਦੇ ਨਾਲ ਹਰ ਗੱਲ ਸਾਂਝੀ ਕਰਦੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਲੰਕਾਰ ਬੰਨਿਆ ਹੈ, ਐਸੀ ਇੱਕ ਬੱਚੀ ਹੈ, ਉਸ ਦਾ ਪਤੀ ਦੇ ਨਾਲੋਂ ਵਿਛੋੜਾ ਪੈ ਗਿਆ ਤੇ ਆ ਕਰਕੇ ਆਪਣੀ ਮਾਂ ਨੂੰ ਆਪਣੇ ਹਿਰਦੇ ਦੀ ਵੇਦਨਾ ਕਹਿਣਾ ਕਰਦੀ ਏ, ਹੇ ਮਾਤਾ, ਮੇਰੇ ਪਤੀ ਦੇ ਨਾਲੋਂ ਮੇਰਾ ਵਿਛੋੜਾ ਪੈ ਗਿਆ, ਮੈਂ ਆਪਣੇ ਪਤੀ ਦੀ ਖੁਸ਼ੀ ਕਿਵੇਂ ਪ੍ਰਾਪਤ ਕਰਾਂ, ਆਪਣੇ ਪਤੀ ਨੂੰ ਕਿਵੇਂ ਪ੍ਰਾਪਤ ਕਰ ਲਵਾਂ? ਇਵੇਂ ਮਾਤਾ ਅਤੇ ਧੀ ਦਾ ਸੰਵਾਦ ਰੂਪਕ ਅਲੰਕਾਰ ਬਣ ਕਰਕੇ ਫਿਰ ਧੀ ਤੋਂ ਭਾਵ ਲੈਣਾ ਹੈ ਜਗਿਆਸੂ ਰੂਪ ਇਸਤਰੀ ਤੇ ਮਾਤਾ ਤੋਂ ਭਾਵ ਲੈਣਾ ਹੈ ਮਾਤਾ ਪਿਤਾ ਰੂਪੀ ਸੰਤ। ਜਿਵੇਂ ਜਗਿਆਸਾ ਵਾਲੀ ਜੀਵ ਇਸਤਰੀ ਸੰਤਾਂ ਮਹਾਂਪੁਰਖਾਂ ਮਹਾਤਮਾ ਦੇ ਕੋਲ ਆ ਕਰਕੇ, ਬ੍ਰਹਮ ਨੇਸਤੀ ਬ੍ਰਹਮ ਸਰੋਤਰੀ ਮਹਾਤਮਾ ਦੇ ਕੋਲ ਆ ਕਰਕੇ ਆਪਣੀ ਬੇਨਤੀ ਕਹਿੰਦੀ ਹੈ, ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਅੰਮ੍ਰਿਤ ਬਚਨਾਂ ਦੇ ਦੁਆਰਾ ਕਥਨ ਕਰਦੇ ਹਨ ਜੀ। ਕਵਨ ਗੁਣ ਪ੍ਰਾਨ ਪਤ ਮਿਲਾਉ ਮੇਰੀ ਮਾਈ। ਇੱਕ ਬੱਚੀ, ਇੱਕ ਧੀ ਮਾਂ ਦੇ ਪਾਸ ਆਪਣੇ ਹਿਰਦੇ ਦੀ ਵੇਦਨਾ ਸਮਕਸ਼ ਮਾਤਾ ਦੇ ਪ੍ਰਗਟ ਕਰਦੀ ਹੈ, ਮੇਰੀ ਮਾਈ, ਹੇ ਮੇਰੀ ਮਾਂ, ਮਾਤਾ, ਮੇਰੇ ਪਤੀ ਦੇ ਨਾਲੋਂ ਪੈ ਗਿਆ ਮੇਰਾ ਵਿਛੋੜਾ। ਹੁਣ ਪਤੀ ਪਤਨੀ ਦਾ ਰਿਸ਼ਤਾ ਤੇ ਸਭਨਾਂ ਨੂੰ ਸਮਝ ਆਉਂਦਾ ਨਾ, ਇਸ ਕਰਕੇ ਸੌਖੀ ਉਦਾਹਰਣ। ਤੇ ਪਤੀ ਪਤਨੀ ਦਾ ਵੀ ਇੱਕ ਪਰਦਾ ਹੁੰਦਾ ਹੈ। ਹਜ਼ੂਰ ਫਰਮਾਵਨਾ ਕਰਦੇ ਨੇ, ਕਵਨ ਗੁਣ ਪ੍ਰਾਨ ਪਤ। ਧੀ ਕਹਿੰਦੀ ਏ, ਹੇ ਮੇਰੀ ਮਾਂ, ਮੈਂ ਐਸੇ ਕਿਹੜੇ ਗੁਣਾਂ ਨੂੰ ਧਾਰਨ ਕਰਾਂ ਜਿਹੜਾ ਮੇਰਾ ਪ੍ਰਾਨ ਪਤ, ਮੇਰੇ ਪ੍ਰਾਣਾ ਦਾ, ਮੇਰੀ ਜ਼ਿੰਦੜੀ ਦਾ ਸੁਆਮੀ ਹੈ, ਮਾਲਕ ਪਤੀ ਹੈ ਨਾ, ਮਿਲਾਓ, ਉਸ ਨੂੰ ਮੈਂ ਮਿਲ ਪਾਵਾਂ। ਮੇਰਾ ਵਿਛੋੜਾ ਪੈ ਗਿਆ ਹੈ, ਇਹ ਵਿਛੋੜੇ ਦਾ ਜਿਹੜਾ ਦੁੱਖ ਹੈ ਹਿਰਦੇ ਨੂੰ ਬਹੁਤਾ ਤਪਾਉਂਦਾ ਹੈ, ਖੇਦ ਦਿੰਦਾ ਹੈ। ਮੇਰੇ ਹਿਰਦੇ ਦਾ ਖੇਦ ਮਿਟ ਜਾਵੇ, ਦੁੱਖ ਮਿਟ ਜਾਵੇ, ਦੁੱਖ ਦੀ ਨਿਵਰਤੀ ਹੋ ਜਾਵੇ। ਹੇ ਮੇਰੀ ਮਾਤਾ, ਐਸੇ ਕਿਹੜੇ ਗੁਣਾਂ ਨੂੰ ਮੈਂ ਧਾਰਨ ਕਰਾਂ ਮੇਰੀ ਜਿੰਦ ਜਾਨ ਦਾ ਪਤੀ, ਪ੍ਰਾਨ ਪਤੀ, ਪ੍ਰਾਣਾ ਤੋਂ ਪਿਆਰਾ ਪਤੀ ਮੈਨੂੰ ਮਿਲ ਪਵੇ, ਮੈਨੂੰ ਉਸ ਦੀ ਖੁਸ਼ੀ ਹਾਸਲ ਹੋਵੇ। ਵਿਸਰਾਮ ਦੇ ਕਰਕੇ ਸਾਹਿਬ ਜੀ ਫਰਮਾਉਂਦੇ ਨੇ, ਰਹਾਓ ਸ਼ਬਦ ਦਾ ਕੇਂਦਰੀ ਭਾਵ ਮਿਲਾਪ ਤੋਂ ਹੈ, ਵਿਛੋੜੇ ਦੇ ਦੁੱਖ ਨੂੰ ਦੂਰ ਕਰਨੇ ਦਾ ਹੈ। ਇਸ ਕਰਕੇ ਗਰੀਬ ਨਿਵਾਜ ਰਹਾਓ ਵਿਸਰਾਮ ਦੇਣਾ ਕਰਦੇ ਹਨ ਜੀ। ਰੂਪਹੀਨ ਬੁੱਧ ਬਲਹੀਨੀ, ਮੋਹਿ ਪਰਦੇਸਨ ਦੂਰ ਤੇ ਆਈ। ਤੇ ਸਿਆਣੀ ਮਾਂ ਸਿੱਖਿਆ ਦੇਣਾ ਕਰਦੀ ਏ, ਜਿਹੜੀ ਇਸਤਰੀ ਰੂਪਵਤੀ ਹੋਵੇ ਨਾ, ਉਹ ਪਤੀ ਦੀ ਖੁਸ਼ੀ ਪ੍ਰਾਪਤ ਕਰਦੀ ਏ। ਜਿਹੜੀ ਇਸਤਰੀ ਸ੍ਰੇਸ਼ਟ ਬੁੱਧ ਵਾਲੀ ਹੋਵੇ ਨਾ, ਉਹ ਪਤੀ ਦੀ ਖੁਸ਼ੀ ਪ੍ਰਾਪਤ ਕਰ ਲੈਂਦੀ ਏ।
ਵਿਵਹਾਰਿਕ ਕਾਰਜ ਸਿਆਣਪ ਦੇ ਨਾਲ ਕਰਨੇ ਆਉਂਦੇ ਹੋਣ, ਪਰਮਾਰਥ ਦੇ ਕਾਰਜ ਕਰਦੇ ਆਉਂਦੇ ਹੋਣ, ਇਸੇ ਪ੍ਰਕਾਰ ਭਰਾ ਇਤਿਆਦਿਕ ਸਾਥ ਦੇਣੇ ਵਾਲੇ ਹੋਣ ਤੇ ਉਹਨਾਂ ਦੇ ਬਲ ਕਰਕੇ ਪਤੀ ਜਿਹੜਾ ਸਤਿਕਾਰ ਕਰਦਾ ਹੈ। ਤੇ ਜਿਹੜੀਆਂ ਪ੍ਰਦੇਸ਼ ਚੋਂ ਕਿਧਰੋਂ ਲੋਕ ਮੁੱਲ ਇਤਿਆਦਿਕ ਲੈ ਆਉਂਦੇ ਨੇ, ਉਹਨਾਂ ਦਾ ਕੋਈ ਸਤਿਕਾਰ ਨਹੀਂ ਹੁੰਦਾ, ਨਾ ਸ਼ਰੀਕੇ ਬਰਾਦਰੀ ਵਿੱਚ ਨਾ ਘਰ ਦੇ ਵਿੱਚ। ਪਰ ਜਿਹੜੀ ਬੀਬੀ ਨੇੜੇ ਦੇਸ਼ ਦੀ ਹੋਵੇ, ਸਕੇ ਸੰਬੰਧੀ ਵੀ ਆਉਂਦੇ ਜਾਂਦੇ ਹੋਣ, ਮੇਲ ਮਿਲਾਪ ਬਣਿਆ ਰਵੇ ਤੇ ਪਤੀ ਜਿਹੜਾ ਸਤਿਕਾਰ ਕਰਦਾ ਹੈ। ਜਦੋਂ ਇਸ ਪ੍ਰਕਾਰ ਮਾਤਾ ਨੇ ਬਚਨ ਕਹੇ ਤੇ ਅੱਗੋਂ ਬੇਟੀ ਕਹਿੰਦੀ ਏ, ਧੀ ਕਹਿੰਦੀ ਏ, ਮੇਰੀ ਮਾਤਾ ਰੂਪਹੀਨ ਮੈਂ ਤੇ ਰੂਪ ਤੋਂ ਵੀ ਹੀਣੀ ਹੈ, ਅਤਿਅੰਤ ਸੁੰਦਰ ਸਰੂਪ ਵੀ ਨਹੀਂ ਹੈ ਮੇਰਾ, ਬੁੱਧ ਤੋਂ ਵੀ ਹੀਣੀ ਹੈ, ਸ੍ਰੇਸ਼ਟ ਮਤ ਨਹੀਂ ਹੈ ਮੇਰੀ। ਇਸੇ ਪ੍ਰਕਾਰ ਵਿਵਹਾਰਿਕ ਕੰਮਾਂ ਨੂੰ ਕਰਨੇ ਦੀ ਮੈਨੂੰ ਪੂਰੀ ਸੋਝੀ ਨਹੀਂ, ਪਰਮਾਰਥ ਦੇ ਕਾਰਜਾਂ ਨੂੰ ਕਰਨੇ ਦੀ ਵੀ ਸੋਝੀ ਨਹੀਂ। ਮੇਰੇ ਭਰਾਵਾਂ ਦਾ ਬਲ ਵੀ ਐਸਾ ਨਹੀਂ ਕਿ ਮੇਰਾ ਪਤੀ ਸਤਿਕਾਰ ਕਰੇ। ਤੇ ਮੈਂ ਜਿਹੜੀ ਪਰਦੇਸਨ ਹੈ, ਬਹੁਤ ਦੂਰ ਦੇਸ਼ ਤੋਂ ਚੱਲ ਕੇ ਆਈ ਹੈ। ਆਤਮਾ ਦੇ ਦੇਸ਼ ਵਿੱਚ ਮੇਰੀ ਸੁਰਤ ਨਹੀਂ ਵਸਦੀ, ਅਨਾਤਮਾ ਦੇਸ਼ ਵਿੱਚ ਵਸਣੇ ਕਰਕੇ ਮੇਰੀ ਮਾਂ ਮੈਂ ਤੇ ਪਰਦੇਸਨ ਹਾਂ। ਜਿਸ ਪ੍ਰਕਾਰ ਵਿਦੇਸ਼ ਦੇ ਵਿੱਚੋਂ ਬਿਹਾਰ ਇਤਿਆਦਿਕ ਚੋਂ ਖਰੀਦ ਕੇ ਔਰਤਾਂ ਲੈ ਆਉਂਦੇ ਨੇ ਨਾ, ਭਾਵੇਂ ਕਿ ਬੜੀ ਵੱਡੀ ਭਾਰੀ ਕੁਰੀਤੀ ਹੈ ਤੇ ਗੁਰੂ ਘਰ ਦੇ ਵਿੱਚ ਵੀ ਵਰਜਿਤ ਹੈ, ਪਰ ਮਨਮੁਖ ਐਸੀ ਕਿਰਿਆ ਐਸੇ ਕਾਰਜ ਤਾਂ ਵੀ ਕਰਦੇ ਨੇ। ਇਸ ਪ੍ਰਕਾਰ ਮੈਂ ਆਤਮਾ ਦੇ ਦੇਸ਼ ਵਿੱਚ ਨਹੀਂ ਵਸਣ ਵਾਲੀ, ਅਨਾਤਮਾ ਦੇਸ਼ ਚੋਂ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਅਸੀਂ ਤੇ ਮੁੱਲ ਖਰੀਦੇ ਦਾਸ ਹਾਂ, ਅਸੀਂ ਤਾਂ ਮੁੱਲ ਖਰੀਦੇ ਗੁਲਾਮ ਹਾਂ। ਇਸ ਕਰਕੇ ਮੇਰੀ ਮਾਂ ਮੈਂ ਪਰਦੇਸਨ ਹਾਂ, ਆਤਮਾ ਦੇ ਦੇਸ਼ ਵਿੱਚ ਨਹੀਂ, ਅਨਾਤਮਾ ਦੇਸ਼ ਦੇ ਵਿੱਚ ਵਸਣੇ ਵਾਲੀ ਹਾਂ। ਤੇ ਮੈਂ ਪਰਦੇਸਨ ਬੜੀ ਦੂਰ ਤੋਂ ਆਈ ਹਾਂ, ਆਤਮਾ ਦੇਸ਼ ਚੋਂ ਬੜੀ ਦੂਰ ਰਹਿ ਆਈ ਹਾਂ। ਵਿਛੋੜਾ ਪੈ ਗਿਆ ਹੈ, ਅਨਾਤਮਾ ਇਸ ਸੰਸਾਰ ਦੇ ਅੰਦਰ ਵਸਦੀ ਹਾਂ। ਨਾਇਨ ਦਰਬ ਨ ਜੋਬਨ ਮਾਤੀ, ਨਾ ਮੇਰੇ ਕੋਲ ਐਸਾ ਕੋਈ ਬਹੁਤਾ ਧਨ ਹੈ ਕਿ ਮੇਰਾ ਪਤੀ ਮੇਰੇ ਤੇ ਪ੍ਰਸੰਨ ਹੋ ਜਾਵੇ, ਨਾ ਹੀ ਮੈਂ ਜੋਬਨ ਦੇ ਵਿੱਚ ਮਸਤੀ ਹੋਈ ਹਾਂ ਕਿ ਮੇਰਾ ਜੋਬਨ ਦੇਖ ਕਰਕੇ ਮੇਰਾ ਪਤੀ ਮੇਰੇ ਉੱਪਰ ਰੀਝ ਪਵੇ। ਮੇਰੇ ਪਾਸ ਧਨ ਵੀ ਨਹੀਂ। ਸਾਧ ਸੰਗਤ ਜੀ, ਸ੍ਰੇਸ਼ਟ ਪੁਰਸ਼ਾਂ ਦੇ ਬਚਨ ਨੇ ਕਿ ਜਿਹੜਾ ਜੀਵ ਆਪਣੀ ਕਮਾਈ ਕਰਕੇ ਖਾਂਦਾ ਨਾ, ਉਹ ਸਰਬ ਸ੍ਰੇਸ਼ਟ ਹੁੰਦਾ ਹੈ। ਤੇ ਜਿਹੜਾ ਪਿਓ ਦੇ ਸਿਰ ਤੇ ਬਿਠਾ ਰਹਿੰਦਾ, ਆਪਣੇ ਬਾਪ ਦੀ ਕਮਾਈ ਸਦਾ ਖਾਂਦਾ ਰਹਿੰਦਾ ਹੈ, ਉਸ ਨੂੰ ਫਿਰ ਉੱਤਮ ਨਹੀਂ ਮੱਧਮ ਗਿਣਿਆ ਜਾਂਦਾ ਹੈ। ਤੇ ਜਿਹੜਾ ਇਸੇ ਪ੍ਰਕਾਰ ਆਪਣੀ ਮਾਂ ਦੀ ਕਮਾਈ ਖਾਂਦਾ ਹੈ, ਉਸ ਨੂੰ ਕਨਿਸ਼ਟ ਪੁਰਖ, ਨੀਚ ਪੁਰਖ ਜਾਣਿਆ ਜਾਂਦਾ ਹੈ। ਤੇ ਜਿਹੜਾ ਪੁਰਖ ਆਪਣੀ ਘਰ ਵਾਲੀ ਦੀ ਕਮਾਈ ਖਾਂਦਾ, ਉਸ ਨੂੰ ਨੀਚ ਤੋਂ ਨੀਚ, ਅਧਮ ਤੋਂ ਅਧਮ, ਅਤਿਅੰਤ ਨੀਵਾਂ ਤੇ ਮਾੜਾ ਸ਼ਾਸਤਰਾਂ ਨੇ ਕਥਨ ਕੀਤਾ ਹੈ। ਤੇ ਜਿਹੜਾ ਕੋਈ ਆਪਣੀ ਧੀ ਦੀ ਕਮਾਈ ਖਾਂਦਾ ਨਾ, ਬੇਟੀ ਦੀ ਕਮਾਈ ਖਾਂਦਾ ਹੈ, ਉਸ ਨੂੰ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਬਚਨ ਕਰਨਾ ਕੀਤਾ, ਉਹ ਨਰਕਾਂ 'ਚ ਜਾਵੇਗਾ, ਨਰਕਾਂ ਦੇ ਧੱਕੇ ਖਾਵੇਗਾ। ਧੀ ਭੈਣ ਕਾ ਪੈਸਾ ਖਾਏ, ਧੀ ਦੀ ਕਮਾਈ ਖਾਣ ਵਾਲਾ, ਭੈਣ ਦੀ ਕਮਾਈ ਖਾਣ ਵਾਲਾ, ਕਹੈ ਗੋਬਿੰਦ ਸਿੰਘ ਵਾਹ ਜੰਮਪੁਰ ਜਾਏ, ਜੰਮਾਂ ਦੀ ਪੁਰੀ ਵਿੱਚ ਜਾਂਦਾ ਹੈ। ਤੇ ਕਲਗੀਧਰ ਸਾਹਿਬ ਜੀ ਦਾ ਬਚਨ ਹੈ, ਧੀ ਭੈਣ ਦਾ ਪੈਸਾ ਵੇਖ ਕਰ ਜਾਣਨਾ। ਜਿਹੜੀ ਧੀ ਦੀ ਕਮਾਈ ਖਾਣੀ ਤੇ ਭੈਣ ਦੀ ਕਮਾਈ ਖਾਣੀ ਹੈ, ਇਹ ਨਾ ਸਮਝੇ ਮੈਂ ਪਦਾਰਥ ਖਾ ਲਿਆ, ਸਮਝੇ ਕਿ ਜ਼ਹਿਰ ਹੀ ਖਾ ਰਿਹਾ, ਤੇ ਜ਼ਹਿਰ ਖਾਣ ਦਾ ਫਲ ਮੌਤ ਹੋਇਆ ਕਰਦਾ ਹੈ। ਜਿਹੜਾ ਧੀ ਭੈਣ ਦੀ ਕਮਾਈ ਖਾਂਦਾ ਨਾ, ਉਸ ਦੀ ਰੂਹਾਨੀਅਤ ਦੇ ਤੌਰ ਤੇ ਮੌਤ ਹੁੰਦੀ ਹੈ, ਸ਼ੁਭ ਗੁਣਾ ਵੱਲੋਂ ਮੌਤ ਹੁੰਦੀ ਹੈ, ਆਤਮਿਕ ਮੌਤੇ ਮਰਦਾ ਹੈ, ਨਰਕਗਾਮੀ ਹੁੰਦਾ ਹੈ। ਪਰ ਤਾਂ ਵੀ ਦੁਨੀਆ ਦੀ ਰੀਤ ਐਸੀ ਏ, ਭਾਵੇਂ ਗੁਰੂ ਜੀ ਤੇ ਸ਼ਾਸਤਰ ਇਸਤਰੀ ਦੀ ਕਮਾਈ ਖਾਣ ਤੋਂ ਮਨਾ ਕਰਦੇ ਨੇ, ਪਰ ਮੁਆਫ ਕਰਨਾ ਅੱਜ ਕੱਲ੍ਹ ਰਿਸ਼ਤੇ ਉਹ ਲੱਭੇ ਜਾਂਦੇ ਨੇ ਜੀ, ਕੁੜੀ ਨੌਕਰੀ ਕਰਦੀ ਹੋਵੇ, ਘਰ ਵਿੱਚ ਪੈਸਾ ਆਵੇ, ਕਮਾਈ ਚਾਹੀਦੀ ਏ। ਤੇ ਜੇ ਤੇ ਕਿਸੇ ਦੀ ਧੀ ਭੈਣ ਬੇਟੀ ਥੋੜਾ ਪੜੀਏ, ਨਹੀਂ ਜੀ ਰਿਸ਼ਤਾ ਨਹੀਂ ਕਰਨਾ, ਇਹਨੂੰ ਕਿਹੜੀ ਨੌਕਰੀ ਮਿਲਣੀ ਏ। ਤੇ ਜੇ ਕਿਧਰੇ ਸਰਕਾਰੀ ਨੌਕਰੀ ਮਿਲੀ ਹੋਵੇ ਤੇ ਫਿਰ ਵਾਹ ਭਲੀ, ਫਿਰ ਤੇ ਪਿੱਛੇ ਹੀ ਪੈ ਜਾਂਦੇ, ਰਿਸ਼ਤਾ ਇਹਦਾ ਹੀ ਕਰਨਾ ਹੈ। ਇਸ ਪ੍ਰਕਾਰ ਜਿਸ ਦੇ ਕੋਲ ਪੈਸਾ ਹੋਵੇ, ਦਰਬ ਹੋਵੇ, ਤੇ ਦੁਨਿਆਵੀ ਬਿਰਤੀ ਵਾਲੇ ਲੋਕ ਉਸ ਨੂੰ ਚੰਗਾ ਸਮਝਦੇ ਨੇ, ਤੇ ਪਤੀ ਰੀਝ ਜਾਂਦਾ ਹੈ, ਮੇਰੀ ਜਿਹੜੀ ਘਰ ਵਾਲੀ ਹੈ ਕਮਾਈ ਕਰਕੇ ਲਿਆਉਂਦੀ ਏ। ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸੇ ਪੁਰਸ਼ ਨੂੰ ਪ੍ਰਵਾਨ ਨਹੀਂ ਜੇ ਕੀਤਾ, ਪਰ ਫਿਰ ਵੀ ਜੋ ਦੁਨਿਆਵੀ ਬਿਰਤੀ ਏ ਸਤਿਗੁਰੂ ਜੀ ਪ੍ਰਗਟ ਕਰਦੇ ਨੇ। ਉਹ ਬੀਬੀ ਆਪਣੀ ਮਾਂ ਨੂੰ ਬੇਨਤੀ ਕਰਦੀ ਏ, ਮੇਰੀ ਮਾਤਾ ਨਾ ਹੈ ਨ ਦਰਬ, ਮੇਰੇ ਕੋਲ ਕੋਈ ਬਹੁਤ ਸਾਰਾ ਧਨ ਨਹੀਂ, ਮੈਨੂੰ ਕੋਈ ਆਮਦਨ ਨਹੀਂ ਆਉਂਦੀ ਕਿ ਮੇਰਾ ਪਤੀ ਦੁਨਿਆਵੀ ਹੈ ਤੇ ਮੇਰੇ ਤੇ ਰੀਝ ਜਾਵੇਗਾ। ਇਸੇ ਪ੍ਰਕਾਰ ਸ਼ੁਭ ਗੁਣਾ ਰੂਪੀ ਧਨ ਮੇਰੇ ਕੋਲ ਨਹੀਂ ਹੈ।
ਸਤ ਸੰਤੋਖ ਰੂਪੀ ਧਨ ਮੇਰੇ ਕੋਲ ਨਹੀਂ। ਨਾ ਜੋਬਨ ਮਾਤੀ, ਜੋਬਨ ਤੋਂ ਭਾਵ ਹੈ ਜਵਾਨੀ, ਤੇ ਮਾਤੀ ਤੋਂ ਭਾਵ ਹੈ ਮਸਤ। ਮੈਂ ਜਵਾਨੀ ਦੇ ਜੋਬਨ ਦੇ ਵਿੱਚ ਵੀ ਮਸਤ ਨਹੀਂ ਕਿ ਮੇਰਾ ਪਤੀ ਮੈਨੂੰ ਪ੍ਰੇਮ ਕਰੇ। ਮੋਹਿ ਅਨਾਥ ਕੀ ਕਰਹੁ ਸਮਾਈ। ਹੇ ਮੇਰੀ ਮਾਂ, ਮੈਨੂੰ ਐਸਾ ਸ਼ੁਭ ਬਚਨ ਸੁਣਾਵਣਾ ਕਰ, ਸ਼ੁਭ ਸਿੱਖਿਆ ਦੇਣੀ ਕਰ ਕਿ ਸਤ ਸੰਤੋਖ ਰੂਪੀ ਮਾਤਾ ਪਿਤਾ ਤੋਂ ਹੀਣੀ ਹਾਂ ਮੈਂ, ਤਾਂ ਕਰਕੇ ਅਨਾਥ ਹਾਂ। ਕਰਹੁ ਸਮਾਈ, ਮੇਰੇ ਪਤੀ ਦੇ ਨਾਲ ਮੇਰੀ ਸਮਾਈ ਹੋ ਜਾਵੇ, ਮੇਰਾ ਮਿਲਾਪ ਹੋ ਜਾਵੇ, ਐਸਾ ਉਪਦੇਸ਼ ਮੈਨੂੰ ਦੇਣਾ ਕਰ। ਖੋਜਤ ਖੋਜਤ ਭਈ ਬੈਰਾਗਨ। ਪਤੀ ਨੇ ਔਗਣਿਆਰੀ ਕਰਕੇ ਮੈਨੂੰ ਛੱਡ ਦਿੱਤਾ। ਮੈਂ ਆਪਣੇ ਪਤੀ ਨੂੰ ਲੱਭਦੀ ਲੱਭਦੀ ਮਸਤਾਨੀ ਹੋ ਗਈ ਐ, ਪਾਗਲ ਹੋ ਗਈ ਐ, ਵੈਰਾਗ ਦੇ ਸਹਿਤ ਝੱਲੀ ਹੋਈ ਕਮਲੀ ਹੋਈ ਫਿਰਦੀ ਹਾਂ। ਪ੍ਰਭ ਦਰਸ਼ਨ ਕਾ ਹਾਂ ਫਿਰਤ ਤਿਸਾਈ। ਤੇ ਸਤਿਗੁਰੂ ਜੀ ਦਾ ਬਚਨ ਹੈ ਨਾ, ਸਤੀ ਉਹ ਹੈ ਜਿਹੜੀ ਬੀਬੀ ਆਪਣੇ ਪਤੀ ਨੂੰ ਪ੍ਰਮਾਤਮਾ ਕਰਕੇ ਮੰਨਦੀ ਹੈ। ਹਜ਼ੂਰ ਦੇ ਪਾਵਨ ਬਚਨ ਨੇ, ਸਤੀਆਂ ਇਹਨਾਂ ਨੂੰ ਹੀ ਨਹੀਂ ਆਖਿਆ ਜਾਂਦਾ, ਪਤੀ ਸਤੀ ਉਹਨਾਂ ਨੂੰ ਨਹੀਂ ਆਖਿਆ ਜਾਂਦਾ। ਕੋਈ ਕੰਮ ਕਾਜ ਕਰਨਾ ਹੋਵੇ ਤੇ ਬੈਠ ਕੇ ਸਲਾਹ ਕਰ ਲਈ, 2 ਘੜੀਆਂ ਮਿਲ ਕੇ ਬਹਿ ਕੇ ਤੇ ਬਾਕੀ ਜ਼ਿੰਦਗੀ ਲੜਾਈ ਚੱਲਦੀ ਰਹੀ, ਨਹੀਂ। ਧਨ ਪਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ। ਧਨ ਪਿਰ ਕੌਣ ਹੈ? ਧਨ ਦਾ ਅਰਥ ਇਸਤਰੀ ਤੇ ਪਿਰ ਦਾ ਅਰਥ ਪਤੀ। ਏਕ ਜੋਤ ਦੋਏ ਮੂਰਤੀ, ਧਨ ਪਿਰ ਕਹੀਐ ਸੋਏ। ਅਸਲ ਦੇ ਵਿੱਚ ਇਸਤਰੀ ਭਰਤਾ ਉਹਨਾਂ ਨੂੰ ਆਖਿਆ ਜਾਂਦਾ, ਸਰੀਰ ਤੇ 2 ਨਜ਼ਰ ਆਉਣ ਪਰ ਮਨੋ ਆਤਮਾ ਇੱਕ ਹੀ ਹੈ, ਅੰਤਰ ਆਤਮੇ ਇੱਕ ਹੀ ਹੋਣ। ਸਲਾਹ ਮਸ਼ਵਰਾ ਇੱਕ ਹੋਵੇ, ਬਾਤਚੀਤ ਇੱਕ ਹੋਵੇ, ਸੋਚ ਇੱਕ ਹੋਵੇ, ਵਿਚਾਰ ਇੱਕ ਹੋਵੇ, ਸਿਧਾਂਤ ਇੱਕ ਹੋਵੇ, ਨਿਸ਼ਾਨਾ ਇੱਕ ਹੋਵੇ। ਤੇ ਐਸਾ ਤਾਂ ਹੋ ਸਕਦਾ ਜੇ ਦੋਵਾਂ ਦੀ ਸੁਰਤ ਉੱਚੀ ਹੋਵੇ। ਬੀਬੀ ਸਵੇਰੇ ਉੱਠ ਕੇ 5 ਬਾਣੀਆਂ ਪੜ੍ਹਦਾ ਹੋਵੇ ਤੇ ਬੰਦਾ ਸਵੇਰੇ ਉੱਠ ਕੇ ਵੀ ਬੋਤਲ ਲੱਭਦਾ ਹੋਵੇ, ਫਿਰ ਗੱਲ ਤੇ ਨਹੀਂ ਨਾ ਬਣਦੀ। ਬੀਬੀ ਆਖੇ ਭਲਿਆ ਪੁਰਸ਼ਾ, ਸੋਦਰ ਸ੍ਰੀ ਰਹਿ ਰਾਸ ਸਾਹਿਬ ਜੀ ਦਾ ਸਮਾਂ, ਚੱਲ ਗੁਰਦੁਆਰੇ ਮੱਥਾ ਟੇਕਣ ਚਲੀਏ। ਤੇ ਉਹ ਗੋ ਕਹਿਣਾ ਕਰੇ ਮੈਨੂੰ ਤਲਬ ਲੱਗੀ ਏ, ਤੂੰ ਜਾਣਾ ਤੇ ਜਾ, ਨਹੀਂ ਤੇ ਰੋਟੀਆਂ ਪਕਾ, ਮੈਂ ਚੱਲਿਆ ਠੇਕੇ। ਤੇ ਫਿਰ ਹੁਣ ਏਕ ਜੋਤ ਦੋਈ ਮੂਰਤੀ ਤੇ ਨਹੀਂ ਨਾ ਆਖਿਆ ਜਾ ਸਕਦਾ। ਤੇ ਖਿਮਾ ਕਰਨਾ, ਕੁਝ ਸਥਾਨਾਂ ਤੇ ਪੁਰਸ਼ ਵੀ ਐਸੇ ਨੇ ਵਿਚਾਰੇ ਭਲੇ ਮਾਨਸ, ਬਾਣੀ ਪੜ੍ਹਦੇ ਨੇ, ਰੱਬ ਦੇ ਮਾਰਗ ਤੇ ਤੁਰਦੇ ਨੇ, ਪ੍ਰੇਮਾ ਭਗਤੀ ਕਰਦੇ ਨੇ, ਤੇ ਕਹਿੰਦਾ ਭਲੀਏ ਉਮਰਾਂ ਲੰਘਦੀ ਜਾਂਦੀ ਏ, ਚੱਲ ਜਾ ਕੇ ਗੁਰੂ ਵਾਲੇ ਬਣ ਜਾਈਏ, ਅੰਮ੍ਰਿਤ ਛਕ ਲਈਏ। ਤੇ ਕਹਿੰਦੀ ਤੂੰ ਛਕਣਾ ਤੇ ਛਕ ਲਾ, ਮੈਂ ਤੇ ਨਹੀਂ ਛਕਣਾ, ਮੈਂ ਤੇ ਅਜੇ ਵਿਆਹ ਦੇਖਣੇ ਨੇ, ਮੈਂ ਅਜੇ ਪਾਰਲਰਾਂ ਤੇ ਜਾਣਾ ਹੈ, ਮੈਂ ਅਜੇ ਡਾਂਸ ਕਰਨੇ, ਭੰਗੜੇ ਪਾਉਣੇ ਨੇ, ਮੈਂ ਅਜੇ ਅੰਮ੍ਰਿਤ ਨਹੀਂ ਛਕਣਾ। ਇਹ ਜ਼ਿੰਦਗੀ 4 ਦਿਨਾਂ ਦੀ ਖਾਣ ਹੰਡਾਉਣ ਦੀ ਹੈ, ਹੁਣੇ ਹੀ ਅੰਮ੍ਰਿਤ ਛਕ ਕੇ ਬਾਬੇ ਬਣ ਜਾਈਏ। ਇਸ ਪ੍ਰਕਾਰ ਫਿਰ ਉੱਥੇ ਵੀ ਏਕ ਜੋਤ ਦੋਏ ਮੂਰਤੀ ਤੇ ਨਹੀਂ ਨਾ ਬਣ ਆਵੇਗੀ। ਇਸੇ ਕਰਕੇ ਸਿਆਣੇ ਪੁਰਸ਼ ਜਿਹੜੇ ਨੇ ਉਹ ਗੁਣ ਪਹਿਲਾਂ ਦੇਖਿਆ ਕਰਦੇ ਸਨ। ਖਿਮਾ ਕਰਨਾ, ਅੱਜ ਦੇ ਸਮੇਂ ਵਿੱਚ ਗੁਣਾਂ ਨੂੰ ਪਹਿਲ ਨਹੀਂ ਦਿੱਤੀ ਜਾਂਦੀ, ਕੇਵਲ ਤਾਂ ਕੇਵਲ ਦੁਨਿਆਵੀ ਚੀਜ਼ਾਂ, ਦੁਨਿਆਵੀ ਗੁਣ ਦੇਖੇ ਜਾਂਦੇ ਨੇ, ਰੂਹਾਨੀਅਤ ਆਤਮਿਕ ਗੁਣ ਨਹੀਂ। ਕਦੇ ਕਿਸੇ ਦਾ ਰਿਸ਼ਤਾ ਹੁੰਦਾ ਹੋਵੇ ਤੇ ਆਪਣੀ ਆਪਣੀ ਗਿਆਤ ਦੇ ਅਨੁਸਾਰ ਝਾਤ ਮਾਰ ਕੇ ਦੇਖਿਓ। ਕਦੇ ਕਿਸੇ ਨੇ ਲੜਕੀ ਵਾਲੇ ਨੂੰ ਜਾਂ ਲੜਕੇ ਵਾਲੇ ਨੂੰ ਇਹ ਜਾ ਕੇ ਪੁੱਛਿਆ, ਜੀ ਤੁਹਾਡੇ ਬੇਟੇ ਦੇ ਮਨ ਦੀ ਅਵਸਥਾ ਕਿਹੋ ਜਿਹੀ ਹੈ, ਮਨ ਟਿਕਿਆ ਜਾਂ ਡੋਲਦਾ? ਕਦੇ ਕਿਸੇ ਨੇ ਇਹ ਪੁੱਛਿਆ, ਕਾਕਾ ਅਸੀਂ ਤੈਨੂੰ ਆਪਣੀ ਧੀ ਦੇਣੀ ਏ, ਆਪਣੀ ਬੇਟੀ ਦੇਣੀ ਏ, ਤੇਰਾ ਮਨ ਤੇ ਚੰਚਲ ਨਹੀਂ? ਜਦੋਂ ਸਵੇਰੇ ਉੱਠ ਕੇ ਨਿਤਨੇਮ ਕਰਦਾ ਤੇਰਾ ਮਨ ਕੀ ਬੋਲਦਾ ਹੈ? ਪੁੱਛਿਆ ਕਿਸੇ ਨੇ? ਨਹੀਂ ਪੁੱਛਣਗੇ। ਕੀ ਪੁੱਛਣਗੇ? ਪੜਿਆ ਕਿੰਨਾ, ਨੌਕਰੀ ਕਿਹੜੀ ਤੇ ਤਨਖਾਹ ਕਿੰਨੀ ਆਉਂਦੀ ਹੈ, ਬਸ ਹੋ ਗਿਆ ਐਗਰੀਮੈਂਟ, ਸਾਡੀਆਂ ਸ਼ਰਤਾਂ ਪ੍ਰਵਾਨ, ਰਿਸ਼ਤਾ ਮਨਜ਼ੂਰ। ਤੇ ਫਿਰ ਜਿਹੜੇ ਐਸੇ ਰਿਸ਼ਤੇ ਨੇ ਉਹ ਏਕ ਜੋਤ ਦੋਏ ਮੂਰਤੀ ਨਹੀਂ ਹੋ ਸਕਦੇ। ਜਿਹੜਾ ਰਿਸ਼ਤਾ ਟਿਕਿਆ ਹੀ ਮਾਇਆ ਦੇ ਤਲ ਤੇ ਹੈ, ਮਾਇਆ ਕਿੰਨੀ ਹੈ, ਕਮਾਈ ਕਿੰਨੀ ਹੈ, ਦੌਲਤ ਕਿੰਨੀ ਹੈ, ਪਲਾਟ ਕਿੰਨੇ ਨੇ, ਪ੍ਰਾਪਰਟੀ ਕਿੰਨੀ ਹੈ, ਕੰਮਕਾਰ ਕਿੰਨਾ ਹੈ, ਦੁਕਾਨਾਂ ਕਿੰਨੀਆਂ ਨੇ, ਕਿਰਾਇਆ ਕਿੰਨਾ ਆਉਂਦਾ ਹੈ, ਆਪਣਾ ਬਿਜ਼ਨਸ ਕਿੰਨਾ ਹੈ, ਜਿਹੜਾ ਰਿਸ਼ਤਾ ਟਿਕਿਆ ਹੀ ਮਾਇਆ ਦੇ ਤਲ ਤੇ ਹੈ ਤੇ ਮਾਇਆ ਤੇ ਛਲ ਰੂਪ ਹੀ ਹੈ, ਫਿਰ ਧੋਖਾ ਹੋਣਾ ਹੀ ਹੋਣਾ ਹੈ। ਜੇ ਅਵਸਥਾ ਤੇ ਟਿਕਿਆ ਹੋਵੇ, ਗੁਰਮਤ ਦਾ ਸਿਧਾਂਤ ਇਹ ਹੈ, ਜਦੋਂ ਗੁਰਮੁਖਾਂ ਨੇ ਬੱਚੇ ਦਾ ਆਨੰਦ ਕਾਰਜ ਕਰਨਾ ਨਾ, ਜਿੱਥੇ ਉਮਰ ਸਰੂਪ ਦੇਖਣਾ, ਉੱਥੇ ਗੁਣ ਤੇ ਸੁਭਾਅ ਵੀ ਦੇਖਣਾ ਹੈ। ਜੇ ਗੁਣ ਤੇ ਸੁਭਾਅ ਮਿਲਦੇ ਨੇ ਫਿਰ ਅੱਗੇ ਗੱਲ ਤੋਰੀ ਜਾਵੇ, ਨਹੀਂ ਤੇ ਪਤਾ ਫਿਰ ਜ਼ਿੰਦਗੀ ਭਰ ਕਲੇਸ਼ ਹੀ ਰਹਿਣਾ, ਉੱਥੋਂ ਕਿਨਾਰਾ ਕਰ ਲੈਣਾ ਚਾਹੀਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪ੍ਰਕਾਰ ਉਪਦੇਸ਼ ਦੇਣਾ ਕਰਦੇ ਨੇ, ਜਿਹੜਾ ਬੀਬੀ ਦਾ ਪਤੀ ਹੈ ਉਸ ਦੇ ਵਾਸਤੇ ਪਰਮੇਸ਼ਰ ਹੁੰਦਾ ਹੈ। ਕਹੋ ਨਾਨਕ ਜਿਨ ਪ੍ਰਿਓ ਪਰਮੇਸ਼ਰ ਕਰ ਜਾਣਿਆ,
ਜਿਨ੍ਹਾਂ ਬੀਬੀਆਂ ਨੇ, ਸਤਵੰਤੀਆਂ ਨੇ, ਇਸਤਰੀਆਂ ਨੇ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਿਆ ਨਾ, ਧੰਨ ਸਤੀ ਦਰਗਹਿ ਪਰਵਾਨਿਆ, ਉਹ ਧਨਤਾ ਦੇ ਯੋਗ ਨੇ, ਉਹ ਸੱਚੀਆਂ ਸਤੀਆਂ ਨੇ, ਉਹ ਦਰਗਾਹ ਦੇ ਅੰਦਰ ਵੀ ਪ੍ਰਵਾਨਿਕ ਨੇ, ਲੋਕ ਪਰਲੋਕ ਦੇ ਅੰਦਰ ਮੁਖ ਉਜਲੇ ਨੇ। ਬੀਬੀ ਰਜਨੀ ਦੀ ਸਾਖੀ ਸੁਣਦੇ ਆ ਨਾ, ਭਾਵੇਂ ਉਸ ਦੇ ਪਿਤਾ ਦੁਨੀ ਚੰਦ ਨੇ ਕੋੜੀ ਦੇ ਪਿੰਗਲੇ ਦੇ ਲੜ ਲਾ ਦਿੱਤੀ, ਪਰ ਉਸ ਦੇ ਪਤੀ ਦੇ ਉੱਪਰ ਪਤੀ ਜਾਣ ਕਰਕੇ ਪ੍ਰਮਾਤਮਾ ਵਾਲੀ ਭਾਵਨਾ ਰੱਖੀ। ਮੇਰੇ ਮਨ ਬਾਣੀ ਸਰੀਰ ਦਾ ਮਾਲਕ ਇਹ ਹੈ, ਮੇਰੇ ਪਿਤਾ ਨੇ ਲੜ ਜੂ ਲਾ ਦਿੱਤਾ। ਇਸੇ ਪ੍ਰਕਾਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਬੀਬੀ ਹੈ ਸਤ ਪ੍ਰਤੱਗੀ, ਬੀਬੀ ਹੈ ਪਤੀ ਤੇ ਭਾਵਨਾ ਰੱਖਣ ਵਾਲੀ, ਬੀਬੀ ਹੈ ਪਤੀ ਨੂੰ ਪਰਮੇਸ਼ਰ ਕਰਕੇ ਜਾਣਨ ਵਾਲੀ, ਤੇ ਆਪਣੀ ਮਾਤਾ ਨੂੰ ਬੇਨਤੀ ਕਰਦੀ ਹੈ, ਪ੍ਰਭ ਦਰਸ਼ਨ ਕਾਓ ਹਾਓ ਫਿਰ ਤੇ ਤਸਾਈ, ਮੈਂ ਆਪਣੇ ਪਤੀ ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਤਿਹਾਈ ਫਿਰਦੀ ਐ, ਤਰਸਦੀ ਫਿਰਦੀ ਐ। ਕੋਈ ਪਿਆਸਾ ਮਾਰੂ ਥਲ ਦੇ ਵਿੱਚ ਮਾਰਗ ਭਟਕ ਗਿਆ ਹੋਵੇ, ਅਤਿਅੰਤ ਪਿਆਸ ਲੱਗੀ ਹੋਵੇ, ਤ੍ਰਿਖਾ ਲੱਗੀ ਹੋਵੇ, ਹਲਕ ਸੁੱਕਿਆ ਹੋਵੇ, ਪ੍ਰਾਣ ਖੁਸ਼ਕ ਹੁੰਦੇ ਹੋਣ, ਤੇ ਉਹਨੂੰ ਕੋਈ ਕਹਿਣਾ ਕਵੇ ਜੀ ਇੱਥੋਂ 100 ਕਿਲੋਮੀਟਰ ਜਾਏਗਾ ਤੇ ਫਲਾਣੇ ਦੇਸ਼ ਵਿੱਚ ਪੁੱਜ ਜਾਵੇਗਾ, ਜਾ ਉੱਥੇ ਡਾਲਰ ਕਮਾ ਤੇ ਸੁੱਖ ਲੈ। ਉਹਨੂੰ ਡਾਲਰ ਚੰਗੇ ਨਹੀਂ ਲੱਗਣੇ, ਉਹਨੂੰ ਪਾਉਂਡ ਚੰਗੇ ਨਹੀਂ ਲੱਗਣੇ, ਦੁਨੀਆ ਦੀਆਂ ਹੋਰ ਗੱਲਾਂ ਚੰਗੀਆਂ ਨਹੀਂ ਲੱਗਣੀਆਂ। ਇਸ ਵੇਲੇ ਉਸ ਨੂੰ ਪਾਣੀ ਹੀ ਚੰਗਾ ਲੱਗੇਗਾ, ਕਿਉਂਕਿ ਪਿਆਸ ਲੱਗੀ ਹੋਈ ਹੈ। ਤੇ ਉਹ ਧੀ ਕਹਿੰਦੀ ਏ, ਮੇਰੀ ਮਾਤਾ ਮੈਨੂੰ ਹੁਣ ਦੁਨੀਆ ਦੇ ਸੰਬੰਧੀ, ਉਹਨਾਂ ਸੰਬੰਧੀਆਂ ਦੇ ਦਿਲਾਸੇ, ਉਹਨਾਂ ਦੀਆਂ ਗੱਲਾਂ ਬਾਤਾਂ, ਸੰਸਾਰ ਦੇ ਪਦਾਰਥ, ਮਾਇਆ ਦੀ ਚਮਕ ਕੁਛ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਮੇਰਾ ਵਿਛੋੜਾ ਮੇਰੇ ਪਰਮੇਸ਼ਰ ਮੇਰੇ ਪਤੀ ਦੇ ਨਾਲੋਂ ਜੂ ਪੈ ਗਿਆ ਹੈ। ਤੇ ਮੈਂ ਆਪਣੇ ਪਤੀ ਦੇ ਦਰਸ਼ਨਾਂ ਦੀ ਸਿੱਕ ਦੇ ਵਿੱਚ ਤੜਫਦੀ ਫਿਰਦੀ ਐ, ਪਿਆਸੀ ਫਿਰਦੀ ਐ, ਤਿਹਾਈ ਫਿਰਦੀ ਐ। ਮਾਂ ਮੈਨੂੰ ਜੁਗਤ ਦੱਸ, ਮੇਰੇ ਪ੍ਰਾਣਾ ਦਾ ਪਤੀ ਮੈਨੂੰ ਕਿਵੇਂ ਪ੍ਰਾਪਤ ਹੋ ਜਾਵੇ। ਦੀਨ ਦਿਆਲ ਕਿਰਪਾਲ ਪ੍ਰਭ ਨਾਨਕ। ਤੇ ਫਿਰ ਮਾਤਾ ਨੇ ਸਿੱਖਿਆ ਦੇਣਾ ਕੀਤੀ, ਧੀਏ ਕੋਈ ਵੀ ਦੁੱਖ ਬਣ ਆਵੇ, ਵਿਪਤਾ ਬਣ ਆਵੇ, ਭੀੜਾ ਬਣ ਆਵੇ, ਤੇ ਵਾਹਿਗੁਰੂ ਜੀ ਦੀ ਸ਼ਰਨ ਪੈਣਾ ਚਾਹੀਦਾ ਹੈ। ਜਿਹੜੇ ਵਾਹਿਗੁਰੂ ਜੀ ਨੇ ਸਦਾ ਹੀ ਦੀਨਾ ਤੇ ਦਇਆਲਤਾ ਕਰਨ ਵਾਲੇ ਨੇ, ਕਿਰਪਾਲੂ ਸੁਭਾਅ ਹੈ ਮੇਰੇ ਉਸ ਪ੍ਰਭੂ ਪਰਮਾਤਮਾ ਜੀ ਦਾ। ਸਾਧ ਸੰਗ ਮੇਰੀ ਜਲਨ ਬੁਝਾਈ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ, ਮਾਤਾ ਨੇ ਸਿੱਖਿਆ ਦਿੱਤੀ, ਧੀਏ ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਰਨ ਪੈਣ ਵਾਸਤੇ ਸਾਧ ਸੰਗਤ ਕਰਨਾ ਕਰੀਏ। ਤੇ ਫਿਰ ਧੀ ਨੇ ਜਿਸ ਵੇਲੇ ਮਾਤਾ ਦੀ ਸਿੱਖਿਆ ਨੂੰ ਮੰਨ ਕੇ ਸਾਧ ਸੰਗਤ ਨਾਲ ਮਿਲ ਕਰਕੇ ਪਰਮੇਸ਼ਰ ਅੱਗੇ ਅਰਜ਼ੋਈਆਂ ਕੀਤੀਆਂ ਨਾ, ਤੇ ਪ੍ਰਮਾਤਮਾ ਜੀ ਨੇ ਕਿਰਪਾ ਕਰਕੇ ਉਸ ਸਤਵੰਤੀ ਬੱਚੀ ਨੂੰ, ਉਸ ਧੀ ਨੂੰ ਉਸ ਦਾ ਪਤੀ ਮਿਲਾ ਦਿੱਤਾ। ਤੇ ਸ਼ੁਕਰਾਨਾ ਕਰਦੀ ਏ, ਸਾਧ ਸੰਗ ਮੇਰੀ ਜਲਨ ਬੁਝਾਈ। ਜਿਹੜੀ ਹਿਰਦੇ ਦੀ ਤਪਸ਼ ਸੀ, ਬਿਰਹੋਂ ਦਾ ਵਿਛੋੜਾ ਸੀ, ਵਿਛੋੜੇ ਦੀ ਅੱਗ ਹਿਰਦੇ ਨੂੰ ਸਾੜਦੀ ਸੀ ਨਾ, ਸਾਧ ਸੰਗਤ ਦੇ ਨਾਲ ਮਿਲ ਕਰਕੇ ਪ੍ਰਮਾਤਮਾ ਦੇ ਅੱਗੇ ਅਰਜ਼ੋਈਆਂ ਕੀਤੀਆਂ, ਪ੍ਰਮਾਤਮਾ ਮੇਰਾ ਵਿਛੋੜਾ ਦੂਰ ਕਰ ਦਿਓ, ਮੇਰਾ ਪਤੀ ਮੈਨੂੰ ਮਿਲਾ ਦਿਓ। ਪ੍ਰਮਾਤਮਾ ਜੀ ਨੇ ਪਤੀ ਦੇ ਨਾਲ ਮਿਲਾਪ ਕਰਵਾ ਦਿੱਤਾ, ਤੇ ਜਿਹੜਾ ਵਿਛੋੜਾ ਸੀ, ਵਿਛੋੜੇ ਦਾ ਦੁੱਖ ਸੀ, ਉਹ ਦੂਰ ਹੋ ਗਿਆ। ਜਿਹੜੀ ਇਸੇ ਪ੍ਰਕਾਰ ਵਿਛੋੜੇ ਦੀ ਅੱਗ ਹਿਰਦੇ ਨੂੰ ਸਾੜਦੀ ਸੀ, ਜਲਨ ਬੁਝਾਈ, ਸਾਧ ਸੰਗਤ ਦੁਆਰਾ ਮਿਲ ਕਰਕੇ ਅਰਦਾਸਾਂ ਬੇਨਤੀਆਂ ਕੀਤੀਆਂ, ਪਤੀ ਦਾ ਮਿਲਾਪ ਹੋਇਆ, ਤੇ ਜਿਹੜੀ ਹਿਰਦੇ ਦੀ ਜਲਨ ਸੀ ਉਹ ਬੁਝ ਗਈ, ਉਹ ਸ਼ਾਂਤ ਹੋ ਗਈ। ਇਸ ਪ੍ਰਕਾਰ ਇੱਕ ਮਾਤਾ ਦਾ ਤੇ ਉਸ ਦੀ ਧੀ ਦਾ ਰੂਪਕ ਅਲੰਕਾਰ ਬਣ ਕਰਕੇ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪ੍ਰਮਾਤਮਾ ਜੀ ਸਾਡੇ ਮਾਤਾ ਪਿਤਾ ਨੇ, ਅਸੀਂ ਸਾਰੇ ਉਸ ਦੇ ਬੱਚੇ ਹਾਂ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਪਰਮਾਤਮਾ ਜੀ ਦੇ ਸਰਗੁਣ ਸਰੂਪ ਪੂਰੇ ਸਤਿਗੁਰੂ ਜੀ, ਦਸੇ ਹੀ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਮਾਤਾ ਪਿਤਾ ਨੇ। ਤੇ ਜਿਹੜੇ ਗੁਰ ਪਰਮੇਸ਼ਰ ਜੀ ਦੇ ਨਾਲ ਅਭੇਦ ਅਵਸਥਾ ਦੇ ਆਨੰਦ ਨੂੰ ਮੰਨਣੇ ਵਾਲੇ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਮਹਾਤਮਾ ਨੇ ਨਾ, ਇਹ ਵੀ ਮਾਤਾ ਪਿਤਾ ਦੀ ਨਿਆਈ ਹੁੰਦੇ ਨੇ। ਜਿਵੇਂ ਮਾਤਾ ਪਿਤਾ ਬੱਚਿਆਂ ਦਾ ਸਦਾ ਭਲਾ ਲੋੜਦੇ ਨੇ, ਸਾਧੂ ਮਹਾਤਮਾ ਬ੍ਰਹਮ ਗਿਆਨੀ ਕੈ ਪਰ ਉਪਕਾਰ ਉਮਾਹਾ। ਹਿਰਦੇ ਦੇ ਅੰਦਰ ਸਦਾ ਉਮਾਹ, ਸਦਾ ਉਤਸ਼ਾਹ, ਸਦਾ ਖੇੜਾ ਬਣਿਆ ਰਹਿੰਦਾ ਹੈ। ਇਹ ਸਾਰਾ ਸੰਸਾਰ ਮੇਰੇ ਪਿਤਾ ਪ੍ਰਮਾਤਮਾ ਜੀ ਦਾ ਪਰਿਵਾਰ ਹੈ, ਮੈਂ ਇਹਨਾਂ ਦਾ ਭਲਾ ਕਰਾਂ, ਆਪਣੇ ਪਿਤਾ ਦੇ ਪਰਿਵਾਰ ਦੀ ਸਾਰ ਸੰਭਾਲ ਲਵਾਂ। ਇਸ ਪ੍ਰਕਾਰ ਸਦਾ ਹੀ ਉਮਾਹ ਉਤਸ਼ਾਹ ਖੇੜਾ ਬਣਿਆ ਰਹਿੰਦਾ ਹੈ। ਤੇ ਜਿਹੜੇ ਗੁਰੂ ਸਿੱਖ ਗੁਰੂ ਗੁਰ ਸਿੱਖ ਹੈ, ਏਕੋ ਗੁਰੂ ਉਪਦੇਸ਼ ਚਲਾਏ। ਸਤਿਗੁਰੂ ਜੀ ਦੇ ਉਪਦੇਸ਼ ਦੀ ਜੋ ਦਾਤ ਹੈ,
ਇਹ ਅੱਗੇ ਸਿੱਖਾਂ ਦੇ ਵਿੱਚ ਪਰਵਿਰਤ ਕਰਨਾ ਕਰਦੇ ਨੇ, ਵੰਡਣਾ ਕਰਦੇ ਨੇ। ਗੁਰੂ ਘਰ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ ਸਭਨਾਂ ਨੂੰ ਜੋੜਨ ਵਾਲੇ, ਸਤਿਗੁਰੂ ਜੀ ਦੇ ਵਿੱਚ ਸਮਾਈ ਕਰਾਵਣੇ ਵਾਲੇ ਜਿਹੜੇ ਸੰਤ ਮਹਾਤਮਾ ਨੇ, ਇਹ ਮਾਤਾ ਪਿਤਾ ਦੀ ਨਿਆਈ ਹੁੰਦੇ ਨੇ। ਤੇ ਸਤਿਗੁਰੂ ਜੀ ਨੇ ਰੂਪਕ ਅਲੰਕਾਰ ਬੰਨਿਆ ਹੈ, ਜਗਿਆਸੂ ਰੂਪ ਬੱਚੀ, ਜਗਿਆਸੂ ਰੂਪ ਧੀ। ਜਗਿਆਸਾ ਜਿਸ ਦੇ ਹਿਰਦੇ ਦੇ ਵਿੱਚ ਜਗਿਆਸਾ ਤਾਂਗ ਹੈ, ਵਾਹਿਗੁਰੂ ਜੀ ਦੇ ਪ੍ਰਾਪਤੀ ਦੀ ਤੇ ਸਿੱਖ ਹੈ, ਆਸਾ ਹੈ ਕਿ ਮੈਨੂੰ ਪਰਮਾਤਮਾ ਜੀ ਮਿਲ ਜਾਣ। ਸਾਧ ਸੰਗਤ ਦੇ ਵਿੱਚ ਆ ਕਰਕੇ, ਸਾਧੂ ਮਹਾਤਮਾ ਦੇ ਕੋਲ ਆ ਕਰਕੇ, ਭਾਵੇਂ ਕਿ ਸਾਧ ਦਾ ਅਰਥ ਬਹੁਤ ਥਾਵਾਂ ਤੇ ਗੁਰੂ ਵੀ ਹੋਇਆ ਕਰਦਾ ਹੈ, ਪਰ ਇੱਥੇ ਜੋ ਸਾਧ ਸੰਗ ਬਚਨ ਆ ਰਿਹਾ, ਇੱਥੇ ਸਾਧੂ ਦਾ ਅਰਥ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਵੀ ਸਾਧੂ ਮਹਾਤਮਾ ਹੀ ਕੀਤਾ ਹੈ। ਤੇ ਇਸੇ ਪ੍ਰਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬਾਨ ਭਾਈ ਮਨੀ ਸਿੰਘ ਜੀ, ਤਿੰਨਾਂ ਦੀ ਵੀ ਇੱਥੇ ਸਾਧ ਦਾ ਅਰਥ ਸਾਧੂ ਮਹਾਤਮਾ ਹੀ ਕੀਤਾ ਹੈ। ਤੇ ਸਾਧੂ ਮਹਾਤਮਾ ਦੇ ਕੋਲ ਜਗਿਆਸੂ ਰੂਪ ਬੱਚੀ, ਜਗਿਆਸੂ ਰੂਪ ਧੀ ਆ ਕਰਕੇ ਬੇਨਤੀ ਕਰਨਾ ਕਰਦੀ ਹੈ। ਸ਼ਬਦ ਕਰੀਏ ਸਰਵਣ ਸ਼ੁਰੂ ਤੋਂ ਪੜਨਾ ਕਰੋ ਜੀ। ਕਵਨ ਗੁਣ ਪ੍ਰਾਨ ਪਤ ਮਿਲਾਉ ਮੇਰੀ ਮਾਈ। ਹੇ ਮੇਰੀ ਮਾਈ, ਮੇਰੀ ਮਾਂ ਦੀ ਨਿਆਈ, ਮੈਨੂੰ ਸ਼ੁਭ ਸਿੱਖਿਆ ਦੇ ਕਰਕੇ ਮੇਰੀ ਬਿਰਤੀ ਦੀ ਪ੍ਰਤ ਪਾਲਣਾ ਕਰਨੇ ਵਾਲੇ ਸਾਧੂ ਮਹਾਤਮਾ ਰੂਪ ਮੇਰੀ ਮਾਂ ਜੀਓ, ਕਵਨ ਗੁਣ, ਮੈਂ ਉਹਨਾਂ ਕਿਹੜੇ ਗੁਣਾਂ ਨੂੰ ਧਾਰਨ ਕਰਾਂ ਜਿਨ੍ਹਾਂ ਗੁਣਾਂ ਤੋਂ ਰੀਝ ਕਰਕੇ ਪ੍ਰਾਨ ਪਤ, ਮੇਰੇ ਪ੍ਰਾਣਾਂ ਦਾ ਪਤੀ, ਮੇਰੀ ਜਿੰਦ ਦਾ ਮਾਲਕ, ਮੇਰੀ ਜਿੰਦ ਦਾ ਸੁਆਮੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾਓ, ਮੈਂ ਮਿਲ ਪਾਵਾਂ, ਮੇਰਾ ਮਿਲਾਪ ਹੋ ਜਾਵੇ। ਕਿਉਂਕਿ ਇਹ ਤੇ ਇੱਕ ਮਰਿਆਦਾ ਹੈ ਨਾ। ਚੋਰ ਦਾ ਪਿਆਰ ਕਦੇ ਸਾਧੂ ਦੇ ਨਾਲ ਨਹੀਂ ਬਣਦਾ। ਚੋਰ ਦਾ ਪਿਆਰ ਚੋਰ ਨਾਲ ਤੇ ਸਾਧ ਦਾ ਸਾਧ ਨਾਲ, ਨਿੰਦਕ ਦਾ ਨਿੰਦਕ ਨਾਲ, ਮਾਇਆ ਧਾਰੀ ਦਾ ਮਾਇਆ ਧਾਰੀ ਨਾਲ, ਤੇ ਭਗਤੀ ਬੰਦਗੀ ਵਾਲੇ ਦਾ ਬੰਦਗੀ ਵਾਲੇ ਦੇ ਨਾਲ। ਸਤਿਗੁਰੂ ਜੀ ਨੇ ਬੜੇ ਸਪਸ਼ਟ ਬਚਨ ਪ੍ਰਗਟ ਕਰੇ ਨੇ, ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਤੇ ਸੰਸਾਰੀਆਂ ਦਾ ਕਦੇ ਜੋੜ ਨਹੀਂ ਬਣਦਾ। ਭਗਤਾਂ ਦਾ ਜੋੜ ਮੇਲਾ ਭਗਤੀ ਵਾਲਿਆਂ ਦੇ ਨਾਲ, ਸੰਸਾਰੀਆਂ ਦਾ ਜੋੜ ਮੇਲਾ ਸੰਸਾਰੀਆਂ ਦੇ ਨਾਲ। ਤੇ ਪ੍ਰਮਾਤਮਾ ਜੀ ਗੁਣੀ ਨਿਧਾਨ ਨੇ, ਗੁਣਾਂ ਦੇ ਦਾਤੇ ਨੇ, ਗੁਣ ਗਰਾਹੀ ਨੇ, ਗੁਣਾਂ ਦੇ ਸਾਗਰ ਨੇ। ਤੇ ਜੇ ਗੁਣਾਂ ਦੇ ਸਾਗਰ ਨੂੰ ਮਿਲਣਾ ਹੈ ਤੇ ਫਿਰ ਪਹਿਲਾਂ ਗੁਣ ਤੇ ਧਾਰਨ ਕਰਨੇ ਹੀ ਪੈਣਗੇ ਨਾ। ਹੁਣ ਔਗਣਿਆਰਾ ਤੇ ਗੁਣ ਦਾਤੇ ਨੂੰ ਨਹੀਂ ਮਿਲ ਸਕਦਾ। ਇਸ ਕਰਕੇ ਜਗਿਆਸੂ ਨੇ ਬੇਨਤੀ ਕੀਤੀ, ਹੇ ਮੇਰੇ ਮਾਤਾ ਪਿਤਾ ਰੂਪ ਸੰਤ ਮਹਾਤਮਾ ਜੀ, ਕਵਨ ਗੁਣ, ਉਹਨਾਂ ਕਿਹੜੇ ਗੁਣਾਂ ਨੂੰ ਮੈਂ ਧਾਰਨ ਕਰ ਲਵਾਂ ਜਿਹੜੇ ਗੁਣਾਂ ਨੂੰ ਧਾਰਨ ਕੀਤਿਆਂ ਮੇਰੇ ਪ੍ਰਾਣਾਂ ਦਾ ਪਤੀ, ਮੇਰਾ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਮੇਰੇ ਉੱਪਰ ਰੀਝ ਪਵੇ, ਮੇਰੇ ਤੇ ਪ੍ਰਸੰਨਤਾ ਧਾਰਨ ਕਰੇ, ਮਿਲਾਓ, ਮੈਂ ਮਿਲਣਾ ਕਰਾਂ ਵਾਹਿਗੁਰੂ ਨੂੰ। ਹੇ ਸੰਤ ਜਨੋ, ਕਿਰਪਾਲਤਾ ਕਰਕੇ ਸ਼ੁਭ ਸਿੱਖਿਆ ਦੇਵੋ। ਰਹਾਉ ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀ, ਰੂਪਹੀਨ ਬੁੱਧ ਬਲਹੀਨੀ। ਹੁਣ ਰੂਪਕ ਅਲੰਕਾਰ ਦੇ ਦੁਆਰਾ ਇਸ ਜਗ ਮੈਂ ਹੈ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਜਗਤ ਸੰਸਾਰ ਦੇ ਅੰਦਰ ਪੁਰਖ ਕੇਵਲ ਤਾਂ ਕੇਵਲ ਇੱਕ ਹੀ ਹੈ, ਕਰਤਾ ਪੁਰਖ, ਬਸ ਉਹੀ ਇੱਕ ਪੁਰਖ ਹੈ। ਬਾਕੀ ਸਾਰੀਆਂ ਜਗਿਆਸੂ ਰੂਪ ਇਸਤਰੀਆਂ ਹੀ ਨੇ। ਸਰੀਰ ਭਾਵੇਂ ਕਿਸੇ ਦਾ ਮਰਦ ਦਾ ਚਾਹੇ ਇਸਤਰੀ ਦਾ, ਜਗਿਆਸੂ ਰੂਪ ਹੋਣੇ ਕਰਕੇ ਸਾਰੀਆਂ ਹੀ ਵਾਹਿਗੁਰੂ ਜੀ ਦੀਆਂ ਪਤਨੀਆਂ ਨੇ, ਨਾਰੀਆਂ ਨੇ। ਜਿਵੇਂ ਇੱਕ ਰਾਜੇ ਦੀਆਂ ਬਹੁਤ ਸਾਰੀਆਂ ਰਾਣੀਆਂ ਹੁੰਦੀਆਂ ਨਾ, ਤੇ ਜਿਸ ਦੇ ਉੱਪਰ ਰਾਜਾ ਰੀਝਦਾ ਹੈ ਫਿਰ ਉਸ ਨੂੰ ਆਪਣੀ ਪਟਰਾਣੀ ਬਣਾ ਲੈਂਦਾ ਹੈ। ਇਸੇ ਪ੍ਰਕਾਰ ਰਾਣੀਆਂ ਤੇ ਸਾਰੀਆਂ ਨੇ, ਪਰ ਬਹੁਤੀ ਖੁਸ਼ੀ ਪਟਰਾਣੀ ਲੈਂਦੀ ਏ। ਜਿਤਨੀਆਂ ਵੀ ਜਗਿਆਸੂ ਰੂਪ ਜੀਵ ਇਸਤਰੀਆਂ ਨੇ, ਸਾਰੀਆਂ ਵਾਹਿਗੁਰੂ ਜੀ ਦੇ ਹੁਕਮ ਅੰਦਰ ਉਸ ਦੀਆਂ ਇਸਤਰੀਆਂ ਹੀ ਨੇ। ਪਰ ਜਿਸ ਦੇ ਉੱਪਰ ਵਾਹਿਗੁਰੂ ਜੀ ਰੀਝਦੇ ਨੇ, ਪਟਰਾਣੀ ਕੀ ਬਣਾ ਲੈਂਦੇ ਨੇ, ਆਪਣਾ ਸਰੂਪ ਹੀ ਬਖਸ਼ ਦਿੰਦੇ ਨੇ। ਜਿਸ ਨੂੰ ਰਾਜਾ ਪਟਰਾਣੀ ਬਣਾਉਂਦਾ, ਫਿਰ ਰਾਜੇ ਦੇ ਤਖਤ ਤੇ ਬੈਠ ਕਰਕੇ ਹੁਕਮ ਚਲਾਉਂਦੀ ਹੈ ਨਾ। ਤੇ ਜਿਸ ਨੂੰ ਹਰੀ ਪਰਮਾਤਮਾ ਜੀ ਜਗਿਆਸਾ ਵਾਲੀ ਜੀਵ ਰੂਪ ਇਸਤਰੀ ਨੂੰ ਪਟਰਾਣੀ ਬਣਾਉਂਦੇ ਨੇ, ਫਿਰ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਸਰੂਪ ਰੂਪੀ ਤਖਤ ਨੂੰ ਪ੍ਰਾਪਤ ਕਰਕੇ ਦੁਨੀਆ ਤੇ ਹੁਕਮ ਚਲਾਉਂਦੇ ਨੇ। ਤੇ ਜਿਵੇਂ ਪਟਰਾਣੀ ਦਾ ਹੁਕਮ ਰਾਜੇ ਤੇ ਵੀ ਚੱਲਦਾ ਨਾ, ਰਾਜਾ ਪਟਰਾਣੀ ਦਾ ਆਖਿਆ ਮੋੜਦਾ ਨਹੀਂ। ਇਸੇ ਪ੍ਰਕਾਰ ਫਿਰ ਉਸ ਰੂਪ ਦੀ ਪ੍ਰਾਪਤੀ ਵਾਲੇ ਮਹਾਤਮਾ ਦਾ ਹੁਕਮ ਵਾਹਿਗੁਰੂ ਜੀ ਤੇ ਵੀ ਚੱਲਦਾ ਹੈ। ਜੋ ਵਾਹਿਗੁਰੂ ਜੀ ਨੂੰ ਕਹਿ ਦਿੰਦੇ ਨੇ, ਵਾਹਿਗੁਰੂ ਜੀ ਮੋੜਦੇ ਨਹੀਂ। ਬੇਨਤੀ ਵੀ ਕਰ ਦੇਣ ਤਾਂ ਪ੍ਰਵਾਨ, ਬੇਨਤੀ ਤਾਂ ਬੇਨਤੀ, ਜੇ ਹਿਰਦੇ ਵਿੱਚ ਚਿਤਵਨੀ ਵੀ ਕਰ ਲੈਣ ਨਾ, ਵਿਚਾਰ ਵੀ ਕਰ ਲੈਣ ਕਿ ਕਾਰਜ ਹੋਣਾ ਚਾਹੀਦਾ ਹੈ। ਜੋ ਜੋ ਚਿਤਵ ਹੈ ਸਾਧ ਜਨ ਸੋ ਲੇਤਾ ਮਾਨ।
ਪਰਮਾਤਮਾ ਜੀ ਤਿੰਨਾਂ ਸਰੂਪ ਰੂਪੀ ਤਖਤ ਤੇ ਬਿਰਾਜਣ ਵਾਲੇ ਮਹਾਤਮਾ ਦੀ ਚਿਤਵਨੀ ਵੀ ਪੂਰੀ ਕਰ ਦਿੰਦੇ ਨੇ। ਐਸਾ ਪਰਮਾਤਮਾ ਜੀ ਦਾ ਬਿਰਦ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਰੂਪਕ ਅਲੰਕਾਰ ਦੁਆਰਾ ਫਰਮਾਨ ਕਰਦਾ ਕਰਦੇ ਨੇ, ਰੂਪਹੀਨ ਜਗਿਆਸੂ ਇਸਤਰੀ ਬੇਨਤੀ ਕਰਨਾ ਕਰਦੀ ਏ, ਮੇਰੇ ਮਨ ਦਾ ਸਰੂਪ ਸੁੰਦਰ ਨਹੀਂ। ਕਿਉਂਕਿ ਇਥੇ ਰੂਹਾਨੀਅਤ ਦੀ ਬਾਤ ਹੈ, ਇਥੇ ਪਰਮਾਰਥ ਦੀ ਬਾਤ ਹੈ। ਪਰਮਾਤਮਾ ਜੀ ਨੂੰ ਮਿਲਣਾ ਹੈ ਤੇ ਪਰਮਾਤਮਾ ਜੀ ਸਰੀਰਾਂ ਦੇ ਅੰਗ ਇਤਿਆਦਿਕ ਦੇਖ ਕਰਕੇ ਨਹੀਂ ਰੀਝਦੇ। ਅੱਖਾਂ, ਕੰਨ, ਨੱਕ, ਮੂੰਹ ਇਤਿਆਦਿਕ ਚੰਮ ਦਾ ਰੰਗ, ਚਮੜੇ ਦਾ ਰੰਗ ਦੇਖ ਕਰਕੇ ਪਰਮਾਤਮਾ ਜੀ ਦੀ ਖੁਸ਼ੀ ਨਹੀਂ ਮਿਲਣੀ। ਜਿਵੇਂ ਬਾਹਰ ਸਰੀਰ ਦੀ ਸਫਾਈ ਹੋਵੇ, ਘਰ ਦੀ ਸਫਾਈ ਹੋਵੇ, ਬੱਚੇ ਸਾਂਭੇ ਹੋਣ, ਚੌਂਕਾ ਚੁੱਲ੍ਹਾ ਚੰਗਾ ਸਾਂਭਿਆ ਹੋਵੇ ਤੇ ਪਤੀ ਰੀਝਦਾ ਹੈ। ਇਸੇ ਪ੍ਰਕਾਰ ਹਿਰਦੇ ਦੀ ਸਫਾਈ ਹੋਵੇ, ਮਨ ਦੀ ਸਫਾਈ ਹੋਵੇ, ਬੁੱਧੀ ਦੀ ਸਫਾਈ ਹੋਵੇ ਤੇ ਪਤੀ ਪਰਮਾਤਮਾ ਜੀ ਰੀਝਦੇ ਨੇ। ਹੇ ਸਾਧੂ ਮਹਾਤਮਾ ਰੂਪ ਮਾਤਾ ਜੀ, ਰੂਪਹੀਨ ਮੈਂ ਸਰੂਪ ਰੂਪ ਤੋਂ ਹੀਣੀ ਹਾਂ, ਸਰੂਪ ਰੂਪ ਨੂੰ ਪ੍ਰਾਪਤ ਹੀ ਨਹੀਂ ਕਰ ਸਕੀ। ਆਤਮਾ ਸਰੂਪ ਮੈਨੂੰ ਅਜੇ ਨਹੀਂ ਮਿਲਿਆ ਹੈ। ਮਨ ਦੇ ਅੰਦਰ ਸਫਾਈ ਨਹੀਂ। ਇੱਥੇ ਤੇ ਕਾਮ ਕ੍ਰੋਧ ਦਾ ਸ਼ੋਰ ਮਚਿਆ ਪਿਆ ਹੈ। ਇੱਥੇ ਤੇ ਲੋਭ ਹੰਕਾਰ ਨੇ ਬੜੇ ਖਿਲਾਰੇ ਪਾਏ ਨੇ। ਮੋਹ ਨੇ ਜਿਹੜਾ ਮਨ ਹੈ ਅਤਿਅੰਤ ਮਲੀਨ ਕੀਤਾ ਹੋਇਆ ਹੈ। ਇਸ ਕਰਕੇ ਮਨ ਦੀ ਸਫਾਈ ਰੂਪੀ ਰੂਪ ਤੋਂ ਹੀਣੀ ਹਾਂ। ਬੁੱਧ ਤੋਂ ਵੀ ਹੀਣੀ ਹੈ। ਆਤਮ ਵਿਸ਼ੈਣੀ ਮਤ ਨਹੀਂ। ਬੁੱਧੀ ਪਦਾਰਥ ਪਰਾਇਣ ਹੋਈ ਹੈ, ਪਦਾਰਥਾਂ ਵਿੱਚ ਲੱਗੀ ਹੋਈ ਹੈ। ਆਤਮ ਵਿਸ਼ੈਣੀ ਹੋ ਕਰਕੇ ਸਤਿਗੁਰੂ ਜੀ ਦੇ ਉਪਦੇਸ਼ਾਂ ਨੂੰ ਕਮਾਉਣ ਵਾਲੀ ਨਿਰਮਲ ਬੁੱਧੀ ਮੇਰੀ ਨਹੀਂ ਬਣੀ ਹੈ। ਇਸੇ ਪ੍ਰਕਾਰ ਬੁੱਧ ਤੋਂ ਹੀਣੀ ਹਾਂ ਤੇ ਬਲ ਹੀ ਨਹੀਂ। ਜਿਸ ਪ੍ਰਕਾਰ ਭਰਾਵਾਂ ਦਾ ਬਲ ਹੋਵੇ ਤੇ ਪਤੀ ਵੀ ਇੱਜ਼ਤ ਦਿੰਦਾ ਹੈ। ਹੇ ਮੇਰੀ ਮਾਤਾ ਸਾਧੂ ਮਹਾਤਮਾ ਜੀ, ਸਤ, ਸੰਤੋਖ, ਸ਼ਰਵਣ, ਮੰਨਣ, ਨਿਧਿਆਸਨ ਇਹਨਾਂ ਭਰਾਵਾਂ ਦੇ ਬਲ ਤੋਂ ਹੀਣੀ ਹਾਂ। ਸਤ ਨੂੰ ਨਹੀਂ ਕਮਾਇਆ, ਸੰਤੋਖ ਹਿਰਦੇ ਅੰਦਰ ਪ੍ਰਾਪਤ ਨਹੀਂ, ਪ੍ਰਮਾਤਮਾ ਜੀ ਦੇ ਪ੍ਰਵਚਨ ਸਰਵਣ ਨਹੀਂ ਕੀਤੇ, ਸਤਿਗੁਰੂ ਜੀ ਦੇ ਉਪਦੇਸ਼ ਸਰਵਣ ਨਹੀਂ ਕਰਨੇ ਵਾਲੀ ਹਾਂ, ਮੰਨਣੇ ਵਾਲੀ ਤੇ ਕਮਾਉਣੇ ਵਾਲੀ ਵੀ ਨਹੀਂ ਹਾਂ। ਸ਼ੁਭ ਗੁਣਾ ਰੂਪੀ ਭਰਾਵਾਂ ਤੋਂ ਹੀਣੀ ਹਾਂ। ਮੋਹੇ ਮੈਂ ਪ੍ਰਦੇਸਨ ਦੂਰ ਤੇ ਆਈ, ਬਹੁਤ ਦੂਰ ਤੋਂ ਜੀ। ਕਿੰਨੀ ਕੁ ਦੂਰ ਤੋਂ? ਪਤਾ ਨਹੀਂ ਕਿੰਨੇ ਕੁ ਯੁੱਗ ਹੋ ਗਏ 84 ਲੱਖ ਦੇ ਜੂਨੀਆਂ ਦੇ ਚੱਕਰ ਕੱਟਦਿਆਂ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਇਸ ਪ੍ਰਕਾਰ ਦੂਰ ਦਾ ਸਫ਼ਰ ਕਰਦੀ ਦੂਰ ਦੇਸ਼ ਤੋਂ ਆਈ ਹਾਂ। ਪਰਦੇਸਣ ਹਾਂ। ਰੂਹਾਨੀਅਤ ਦੇ ਮਾਰਗ ਦੀ ਪਰਦੇਸਣ ਹਾਂ। ਇਸ ਮਾਰਗ ਦੀ ਸਮਝ ਨਹੀਂ। ਇਸੇ ਪ੍ਰਕਾਰ ਕਈ ਯੁੱਗ ਪਹਾੜ ਬਣੇ, ਕਦੇ ਦਰਖਤ ਬਣੇ, ਕਦੇ ਨਦੀਆਂ ਦੇ ਪੱਥਰ ਬਣੇ, ਕਦੀ ਪਹਾੜਾਂ ਦੇ ਪੱਥਰ ਬਣੇ, ਕਦੇ ਸੜਕਾਂ ਦੇ ਪੱਥਰ ਬਣੇ, ਪਤਾ ਨਹੀਂ ਕੀ ਬਣੇ। ਬਹੁਤ ਲੰਬਾ ਸਫ਼ਰ ਕਰਕੇ ਬਹੁਤ ਜੂਨਾਂ ਚੋਂ, ਚਾਰੇ ਯੁੱਗਾਂ ਵਾਲੇ ਸੰਸਾਰ ਚੋਂ ਭਟਕਦੀ ਮਹਾਤਮਾ ਜੀ ਹੁਣ ਤੁਹਾਡੇ ਦਰ ਤੇ ਆਣ ਪਈ ਆ। ਮੈਂ ਪਰਦੇਸਣ ਹਾਂ। ਇਸ ਰੂਹਾਨੀਅਤ ਦੇ ਮਾਰਗ ਦੀ ਮੈਨੂੰ ਸਮਝ ਨਹੀਂ। ਬਹੁਤ ਦੂਰ ਦੇਸ਼ ਤੋਂ ਦੁੱਖ ਕੱਟਦੀ ਝੱਲਦੀ ਚੱਲ ਕਰਕੇ ਆਪ ਜੀ ਦੀ ਸ਼ਰਨ ਵਿਖੇ ਆਈ ਹਾਂ। ਨਾਹਿਨ ਦਰਬ ਨ ਜੋਬਨ ਮਾਤੀ। ਹੇ ਮਹਾਤਮਾ ਰੂਪੀ ਮਾਤਾ ਪਿਤਾ ਜੀ, ਨਾਹਿਨ ਦਰਬ ਮੇਰੇ ਪਾਸ ਧਨ ਨਹੀਂ ਹੈ। ਕਿਹੜਾ ਧਨ? ਨਾਮ ਰੂਪੀ ਧਨ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਨਹੀਂ ਹੈ। ਇਸ ਨਾਮ ਰੂਪੀ ਭੰਡਾਰੇ ਤੋਂ, ਖਜ਼ਾਨੇ ਤੋਂ ਹੀਣੀ ਹਾਂ ਮੈਂ। ਇਸੇ ਪ੍ਰਕਾਰ ਨਾਹਿਨ ਦਰਬ ਨਾ ਜੋਬਨ ਮਾਤੀ। ਇਸੇ ਪ੍ਰਕਾਰ ਜਿਹੜੇ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਅੰਦਰ ਪ੍ਰੇਮ ਕਰਨਾ ਹੈ, ਇਹ ਜਵਾਨੀ ਦੀ ਅਵਸਥਾ ਹੈ। ਤੇ ਮਸਤ ਹੋ ਕਰਕੇ, ਬੇਪਰਵਾਹ ਕਰਕੇ, ਦੁਨੀਆ ਦੀਆਂ ਚਿੰਤਾਵਾਂ ਛੱਡ ਕਰਕੇ ਕੇਵਲ ਤਾਂ ਕੇਵਲ ਨਾਮ ਵਿੱਚ ਸੁਰਤ ਜੋੜ ਕਰਕੇ ਰੱਖਣੀ, ਇਹ ਨਾਮ ਦੀ ਮਸਤੀ ਹੈ। ਇਸ ਪ੍ਰਕਾਰ ਨਾਮ ਦਾ ਪਿਆਰ ਤੇ ਨਾਮ ਦੀ ਮਸਤੀ ਵੀ ਮੈਨੂੰ ਪ੍ਰਾਪਤ ਨਹੀਂ। ਨਾਮ ਦਾ ਨਾ ਹਿਰਦੇ ਵਿੱਚ ਪਿਆਰ ਲੱਗਿਆ, ਨਾ ਨਾਮ ਜਪਣਾ ਭਾਇਆ, ਨਾ ਤਿਸ ਦੇ ਵਿੱਚ ਸੁਰਤ ਤਦਾਕਾਰ ਹੋਈ। ਇਸ ਪ੍ਰਕਾਰ ਸ਼ੌਕ ਜਵਾਨੀ ਰੂਪੀ ਅਵਸਥਾ ਵੀ ਮੈਨੂੰ ਪ੍ਰਾਪਤ ਨਹੀਂ। ਸ਼ੌਕ ਤੋਂ ਭਾਵ ਹੈ ਰੁਚੀ ਵਾਲੀ, ਨਿਰਮਲ ਸੁਰਤ ਵਾਲੀ। ਇਸ ਕਰਕੇ ਸ਼ੌਕ ਅਵਸਥਾ ਦੀ ਯੌਵਨ ਰੂਪੀ ਮਸਤੀ ਵੀ ਮੈਨੂੰ ਪ੍ਰਾਪਤ ਨਹੀਂ ਹੈ। ਪਤੀ ਪਰਮਾਤਮਾ ਜੀ ਕਿਵੇਂ ਮੇਰੇ ਉੱਪਰ ਰੀਝ ਪੈਣ। ਮੋਹਿ ਅਨਾਥ ਕੀ ਕਰਹੁ ਸਮਾਈ। ਮਤ ਮਾਤਾ ਸੰਤੋਖ ਪਿਤਾ। ਆਤਮ ਵਿਸ਼ੈਣੀ ਮਤ ਨੂੰ ਸਤਿਗੁਰੂ ਜੀ ਨੇ ਮਾਤਾ ਦੀ ਨਿਆਈ ਪ੍ਰਤ ਪਾਲਣੇ ਵਾਲੀ ਕਹਿਣਾ ਕੀਤਾ ਤੇ ਸੰਤੋਖ ਨੂੰ ਪਿਤਾ ਦੀ ਨਿਆਈ ਰਖਵਾਲਾ ਦੱਸਿਆ। ਤ੍ਰਿਸ਼ਨਾ ਦਾ ਬੱਧਾ ਹੋਇਆ ਜਿਹੜਾ ਪੁਰਖ ਹੈ, ਕਿਤੇ ਵੀ ਦਗਾ ਖਾ ਜਾਵੇਗਾ, ਕਿਤੇ ਸੱਟ ਖਾ ਜਾਵੇਗਾ, ਧੋਖਾ ਖਾ ਜਾਵੇਗਾ,
ਪਰ ਜਿਸ ਦੇ ਹਿਰਦੇ ਦੇ ਅੰਦਰ ਸੰਤੋਖ ਹੈ ਧੋਖਿਆਂ ਤੋਂ ਬਚ ਜਾਂਦਾ ਹੈ। ਜਿਵੇਂ ਪਿਤਾ ਆਪਣੇ ਬੱਚੇ ਦੀ ਰਖਵਾਲੀ ਕਰਦਾ ਹੈ, ਸੰਤੋਖ ਆਸਾ ਤ੍ਰਿਸ਼ਨਾ ਇਤਿਆਦਿਕਾਂ ਤੋਂ ਜੀਵ ਰੂਪੀ ਬੱਚੇ ਦੀ ਰਖਵਾਲੀ ਕਰਦਾ ਹੈ। ਜਿਵੇਂ ਜਿਹੜੀ ਮਾਤਾ ਹੈ ਬੱਚੇ ਦੀ ਪ੍ਰਤ ਪਾਲਣਾ ਕਰਦੀ ਹੈ ਨਾ, ਸ੍ਰੇਸ਼ਟ ਮਤ ਜੀਵ ਦੀ ਸੁਰਤ ਦੀ ਪ੍ਰਤ ਪਾਲਣਾ ਕਰਦੀ ਹੈ। ਇਸ ਕਰਕੇ ਮਤ ਮਾਤਾ ਸੰਤੋਖ ਪਿਤਾ ਸਤਿਗੁਰੂ ਜੀ ਨੇ ਫਰਮਾਇਆ ਹੈ, हे ਸਾਧੂ ਮਹਾਤਮਾ ਰੂਪ ਮੇਰੇ ਮਾਤਾ ਪਿਤਾ ਜੀਓ, ਆਤਮ ਵਿਸ਼ੈਣੀ ਮਤ ਵੀ ਜਿੱਥੇ ਪ੍ਰਾਪਤ ਨਹੀਂ, ਇਸੇ ਪ੍ਰਕਾਰ ਮੈਂ ਹਿਰਦੇ ਦੇ ਅੰਦਰ ਸੰਤੋਖ ਨੂੰ ਵੀ ਧਾਰਨ ਨਹੀਂ ਕਰ ਸਕੀ ਹਾਂ, ਤੇ ਤ੍ਰਿਸ਼ਨਾ ਨੂੰ ਹਿਰਦੇ ਦੇ ਵਿੱਚੋਂ ਮੇਟਣ ਵਾਸਤੇ ਆਤਮ ਵਿਸ਼ੈਣੀ ਮਤ ਨੂੰ ਵੀ ਧਾਰਨ ਨਹੀਂ ਕੀਤਾ। ਇਸ ਕਰਕੇ ਆਤਮ ਵਿਸ਼ੈਣੀ ਮਤ ਤੋਂ ਤੇ ਸੰਤੋਖ ਰੂਪੀ ਪਿਤਾ ਤੋਂ ਵਿਰਵੀ ਵਾਂਝੀ ਹੋਣ ਕਰਕੇ ਮੋਹੇ ਅਨਾਥ ਮੈਂ ਅਨਾਥ ਹਾਂ। ਸ੍ਰੇਸ਼ਟ ਮਤ ਮੇਰੀ ਮਾਤਾ ਨਹੀਂ, ਸੰਤੋਖ ਨੂੰ ਪਿਤਾ ਧਾਰਨ ਨਹੀਂ ਕੀਤਾ। ਮੇਰੀ ਅਨਾਥ ਕੀ ਕਰਹੁ ਸਮਾਏ, ਪ੍ਰਭੂ ਪਰਮਾਤਮਾ ਜੀ ਦੇ ਨਾਲ ਮੇਰੀ ਸਮਾਹਤਾ ਕਰਾ ਦਿਓ, ਮੇਰੀ ਸਮਾਈ ਕਰਾ ਦਿਓ, ਮੇਰਾ ਮਿਲਾਪ ਕਰਾ ਦਿਓ। ਮੈਂ ਕਿਵੇਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਵਾਂ। ਖੋਜਤ ਖੋਜਤ ਭਈ ਬੈਰਾਗਨ, ਪਰਮਾਤਮਾ ਜੀ ਨੂੰ, ਪਤੀ ਪਰਮਾਤਮਾ ਜੀ ਨੂੰ ਖੋਜਤ ਲੱਭਦਿਆਂ ਭਾਲਦਿਆਂ ਢੂੰਡਦਿਆਂ ਵੈਰਾਗਵਾਨ ਹੋ ਗਈਆਂ। ਮਧੂਬਨ ਦੇ ਵਿੱਚ ਲੱਭਣਾ ਕੀਤਾ ਹੈ, ਇਸੇ ਪ੍ਰਕਾਰ ਜੰਗਲ ਦੇ ਵਿੱਚ ਭ੍ਰਮਣਾ ਕੀਤਾ ਹੈ, ਪਰ ਕਿਤੇੋਂ ਪ੍ਰਾਪਤੀ ਨਹੀਂ ਹੋਈ। ਮੈਂ ਕਮਲੀ ਹੋਈ ਫਿਰਦੀ ਆਂ, ਮੈਂ ਝੱਲੀ ਹੋਈ ਫਿਰਦੀ ਆਂ, ਬੌਰੀ ਹੋਈ ਫਿਰਦੀ ਆਂ, ਮੇਰਾ ਪਤੀ ਮੈਨੂੰ ਲੱਭ ਜਾਵੇ, ਪਰ ਨਹੀਂ ਲੱਭਿਆ। ਜੰਗਲਾਂ ਚੋਂ ਨਹੀਂ ਲੱਭਿਆ ਹੈ। ਖੋਜਣਾ ਕੀਤਾ ਸਿਮਰਤੀਆਂ ਵਿੱਚ, ਖੋਜਣਾ ਕੀਤਾ 6 ਸ਼ਾਸਤਰਾਂ ਵਿੱਚ, ਉਹ ਪਤੀ ਪਰਮਾਤਮਾ ਜੀ ਦੀ ਕਨਸੋ ਨਹੀਂ ਪਈ ਹੈ। ਇਸੇ ਪ੍ਰਕਾਰ ਵੇਦਾਂ ਵਿੱਚ ਖੋਜਣਾ ਕੀਤਾ ਹੈ, ਸ਼ਾਸਤਰਾਂ ਵਿੱਚ ਖੋਜਣਾ ਕੀਤਾ ਹੈ, ਖੋਜਣ ਵਾਲੀ ਹੋ ਕਰਕੇ, ਪਰ ਤਾਂ ਵੀ ਖੋਜਦਿਆਂ ਬੈਰਾਗਣ ਹੋ ਗਈਆਂ, ਪਤੀ ਪਰਮਾਤਮਾ ਜੀ ਦੀ ਪ੍ਰਾਪਤੀ ਵਾਲੀ ਨਹੀਂ ਹੋ ਸਕੀ ਹਾਂ। ਖੋਜਤ ਲੱਭਿਆ ਹੈ ਪਹਾੜਾਂ ਦੇ ਵਿੱਚ, ਖੋਜਤ ਲੱਭਿਆ ਹੈ ਤੀਰਥਾਂ ਤੇ ਵੀ ਜਾ ਕਰਕੇ, ਪਰਮਾਤਮਾ ਜੀ ਦੀ ਪ੍ਰਾਪਤੀ ਉਥੋਂ ਵੀ ਨਹੀਂ ਹੋਈ, ਵੈਰਾਗਵਾਨ ਹੋ ਗਈ ਹਾਂ। ਪ੍ਰਭ ਦਰਸ਼ਨ ਕਾ ਹਾਂ ਫਿਰਤ ਤਿਸਾਈ, ਪ੍ਰਭੂ ਪਰਮਾਤਮਾ ਜੀ ਦੇ ਦਰਸ਼ਨਾਂ ਦੀ ਪਿਆਸੀ ਮੈਂ ਰਾਤ ਦਿਨ ਫਿਰਦੀ ਹਾਂ, ਲੱਭਦੀ ਫਿਰਦੀ ਹਾਂ, ਮੈਨੂੰ ਕਦੇ ਪਰਮਾਤਮਾ ਜੀ ਦਾ ਦਰਸ਼ਨ ਪ੍ਰਾਪਤ ਹੋ ਜਾਵੇ। ਦਰਸ਼ਨ ਪਿਆਸੀ ਦਿਨ ਸਰਾਤ, ਇਹ ਜਿਹੜੀ ਚਾਹਤ ਹੈ, ਚਾਹਤ ਨੂੰ ਪਿਆਸ ਆਖਿਆ ਜਾਂਦਾ ਹੈ। ਹਜ਼ੂਰ ਫਰਮਾਉਂਦੇ ਨੇ ਨਾ ਜਗਿਆਸੂ ਰੂਪ ਇਸਤਰੀ ਦੀ ਹਿਰਦੇ ਦੀ ਹਾਲਤ, ਕਿ ਰਾਤ ਦਿਨ ਕਰਕੇ ਦਰਸ਼ਨਾਂ ਦੀ ਪਿਆਸੀ ਤਿਹਾਈ ਫਿਰਦੀ ਹੈ। ਚਿਤਵਾਉ ਅਨ ਦਿਨ ਨੀਤ, ਅਨ ਦਿਨ ਹਰ ਰੋਜ਼ ਨਿਤ ਸਰੂਪ ਸਦਾ ਸਰੂਪ ਰਹਿਣੇ ਵਾਲੇ ਪਰਮਾਤਮਾ ਜੀ ਦੀ ਹਿਰਦੇ ਦੇ ਅੰਦਰ ਚਿਤਵਨੀ ਧਾਰਨ ਕਰਦੀਆਂ। ਇਸ ਪ੍ਰਕਾਰ ਹਿਰਦੇ ਦੇ ਅੰਦਰ ਜਿਹੜੀ ਸਿੱਖ ਲੱਗਣੀ, ਜਿਹੜੀ ਤੜਫ ਪੈਦਾ ਹੋਣੀ, ਇਸ ਨੂੰ ਪਿਆਸ ਕਿਹਾ ਜਾਂਦਾ ਹੈ। ਤੇ ਹਜ਼ੂਰ ਫਰਮਾਉਂਦੇ ਨੇ, ਉਹ ਫਿਰ ਜਗਿਆਸੂ ਰੂਪ ਇਸਤਰੀ ਕਹਿੰਦੀ, ਮਹਾਤਮਾ ਜੀ ਪ੍ਰਭੂ ਪਰਮਾਤਮਾ ਜੀ ਦੇ ਦਰਸ਼ਨਾਂ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਰਾਤ ਦਿਨ ਦਰਸ਼ਨਾਂ ਦੀ ਪਿਆਸੀ ਹੋਈ ਫਿਰਦੀ ਐ, ਧਿਆਈ ਹੋਈ ਫਿਰਦੀ ਐ, ਆਸਵੰਦ ਹੋਈ ਫਿਰਦੀ ਐ, ਚਾਹਤ ਨੂੰ ਹਿਰਦੇ ਵਿੱਚ ਧਾਰਨ ਕਰਕੇ ਲੱਭਦੀ ਫਿਰਦੀ ਐ, ਚਾਹੁੰਦੀ ਐ ਮੇਰਾ ਪਤੀ ਪਰਮਾਤਮਾ ਮੈਨੂੰ ਮਿਲ ਜਾਵੇ। ਮਾਤਾ ਪਿਤਾ ਰੂਪ ਮਹਾਤਮਾ ਜੀ ਕਿਰਪਾ ਕਰਕੇ ਜੁਗਤ ਦੱਸੋ, ਮੇਰਾ ਪਤੀ ਪਰਮਾਤਮਾ ਮੈਨੂੰ ਕਿਵੇਂ ਮਿਲੇ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਨਾ ਕਰਦੇ ਨੇ। ਫਿਰ ਉਹਨਾਂ ਸਾਧੂ ਮਹਾਤਮਾ ਨੇ ਉਪਦੇਸ਼ ਦੇਣਾ ਕੀਤਾ, ਜਗਿਆਸੂ ਰੂਪ ਜੀਵ ਇਸਤਰੀ ਅਥਵਾ ਹੇ ਸਖੀਏ, ਹੇ ਭੈਣੇ, ਹੇ ਬੱਚੀਏ, ਇਹ ਸਾਰੇ ਰਿਸ਼ਤੇ ਗੁਰਮਤਿ ਵਿੱਚ ਪਿਆਰ ਦੇ ਰਿਸ਼ਤੇ ਨੇ, ਆਤਮਿਕ ਪਿਆਰ ਦੇ ਰਿਸ਼ਤੇ। ਹਜ਼ੂਰ ਫਰਮਾਵਣਾ ਕਰਦੇ ਨੇ ਨਾ, ਸਖੀ ਸਹੇਲੀ ਕੋ ਸਮਝਾਵੈ। ਜਿਹੜੀ ਮਹਾਤਮਾ ਰੂਪੀ ਸਖੀ ਹੈ, ਜਗਿਆਸੂ ਰੂਪ ਸਹੇਲੀ ਨੂੰ ਸਮਝਾਉਂਦੀ ਹੈ। ਇਸ ਨੂੰ ਸਹੇਲੀਆਂ ਦੇ ਰਿਸ਼ਤਾ ਵੀ ਕਥਨ ਕਰਨਾ ਕੀਤਾ ਹੈ। ਮਾਂ ਧੀ ਵਾਲਾ, ਮਾਤਾ ਪਿਤਾ ਵਾਲਾ ਰਿਸ਼ਤਾ ਵੀ ਕਥਨ ਕਰਨਾ ਕੀਤਾ, ਜਿਹੜਾ ਜਗਿਆਸੂਆਂ ਦਾ ਰਿਸ਼ਤਾ ਹੈ। ਅਤਿਅੰਤ ਗੁਰੂ ਕੇ ਪਿਆਰ ਵਾਲਾ, ਗੁਰੂ ਕੇ ਸਨੇਹ ਵਾਲਾ ਰਿਸ਼ਤਾ ਹੈ। ਤੇ ਮਹਾਤਮਾ ਰੂਪ ਮਾਤਾ ਪਿਤਾ ਦੀ ਨਿਆਈ ਜਗਿਆਸੂਆਂ ਨੂੰ ਪਿਆਰ ਕਰਦੇ ਨੇ ਤੇ ਸਿੱਖਿਆ ਦੇਣਾ ਕੀਤੀ ਹੈ, ਧੀਏ ਜੋ ਪਰਮਾਤਮਾ ਜੀ ਨੇ ਨਾ ਸਦਾ ਹੀ ਦੀਨਾ ਤੇ ਦਇਆਲਤਾ ਕਰਨ ਵਾਲੇ ਨੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਭ ਨਾਨਕ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਭੂ ਪਰਮਾਤਮਾ ਜੀ ਦਾ ਸਰਗੁਣ ਸਰੂਪ ਨੇ ਤੇ ਜੀਵਾਂ ਦੇ ਉੱਪਰ ਕਿਰਪਾਲ, ਸਦਾ ਹੀ ਕਿਰਪਾਲਤਾ ਕਰਦੇ ਨੇ। ਜੇ ਤੇਰੇ ਕੋਲ ਗੁਣ ਵੀ ਨਹੀਂ, ਸ਼ੌਕ ਅਵਸਥਾ ਰੂਪੀ ਜੋਬਨ ਵੀ ਨਹੀਂ, ਸ਼ੁਭ ਗੁਣਾ ਤੋਂ ਵੀ ਹੀਣੀ ਹੈ, ਨਾਮ ਧਨ ਵੀ ਪੱਲੇ ਨਹੀਂ, ਕੁਛ ਵੀ ਪੱਲੇ ਨਹੀਂ ਹੈਗਾ, ਤੇ ਘਬਰਾਉਣ ਦੀ ਲੋੜ ਤਾਂ ਵੀ ਨਹੀਂ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਕਿਰਪਾਲੂ ਨੇ, ਇਹ ਤੇ ਔਗਣ ਆਰਿਆਂ ਨੂੰ ਵੀ ਬਖਸ਼ ਦਿੰਦੇ ਨੇ।
ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਕਿਰਪਾਲੂ ਨੇ, ਜੇ ਅਕਿਰਤ ਘਣ ਵੀ ਚੱਲ ਕਰਕੇ ਸ਼ਰਨ ਵਿੱਚ ਆ ਜਾਵੇ ਨਾ, ਤੇ ਪਾਤਸ਼ਾਹ ਜੀ ਅਕਿਰਤ ਘਣਾ ਕਾ ਕਰੈ ਉਧਾਰ। ਅਕਿਰਤ ਘਣਾ ਦਾ ਵੀ ਪਾਰ ਉਤਾਰਾ ਕਰ ਦਿੰਦੇ ਨੇ, ਭਲਾ ਕਰ ਦਿੰਦੇ ਨੇ। ਪ੍ਰਗਟ ਭਾਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਐਵੇਂ ਥੋੜਾ ਨਾ ਸਾਰੇ ਜਗਤ ਦੇ ਅੰਦਰ ਸਤਿਗੁਰੂ ਜੀ ਜਗਤ ਗੁਰੂ ਅਖਵਾਏ ਨੇ। ਨਾ ਜਾਤ ਦਾ ਬੰਧਨ, ਨਾ ਪਾਤ ਦਾ ਬੰਧਨ, ਨਾ ਧਰਮ ਦਾ ਬੰਧਨ, ਨਾ ਫਿਰਕੇ ਦਾ ਬੰਧਨ, ਨਾ ਦੇਸ਼ ਦਾ ਬੰਧਨ। ਬੰਧਨ ਰੱਖਿਆ ਹੀ ਕੋਈ ਨਹੀਂ। ਜਿਹੜਾ ਵੀ ਸ਼ਰਨ ਚ ਆ ਗਿਆ ਤਾਰ ਦਿੱਤਾ। ਤੇ ਜਿਹੜਾ ਐਸਾ ਮੰਦ ਕਰਮੀ ਹੈ, ਸ਼ਰਨ ਵਿੱਚ ਆਉਣ ਕੇ ਚੱਲ ਕੇ ਆਉਣ ਜੋਗਾ ਹੀ ਨਹੀਂ, ਮਹਾਰਾਜ ਜੀ ਆਪ ਚੱਲ ਕੇ ਗਏ ਤੇ ਸ਼ਰਨ ਵਿੱਚ ਲੈ ਕੇ ਤਾਰ ਦਿੱਤਾ। ਬੁਰਿਆਂ ਦੇ ਕੋਲ, ਪਾਪੀਆਂ ਦੇ ਕੋਲ, ਅਪਰਾਧੀਆਂ ਦੇ ਕੋਲ, ਠੱਗਾਂ ਦੇ ਕੋਲ, ਦੈਂਤਾਂ ਦੇ ਕੋਲ, ਕੌਡੇ ਰਾਖਸ਼ ਦੇ ਕੋਲ ਚੱਲ ਚੱਲ ਕੇ ਗਏ ਨੇ ਨਾ। ਮਹਾਰਾਜ ਜੀ ਆਪ ਸ਼ਰਨ ਵਿੱਚ ਲੈ ਕੇ ਤਾਰ ਦਿੰਦੇ ਨੇ। ਜਿਹੜਾ ਵੀ ਸ਼ਰਨ ਵਿੱਚ ਪੈ ਗਿਆ, ਮਹਾਰਾਜ ਜੀ ਸਭਨਾ ਦੇ ਪ੍ਰਤਪਾਲਕ ਨੇ। ਗੁਰੂ ਨਾਨਕ ਜੀ ਬੜੇ ਕਿਰਪਾਲੂ ਨੇ। ਤੇ ਇਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਮੁਬਾਰਕ ਚਰਨ ਕਮਲਾਂ ਦੀ ਓਟ ਲੈ ਕਰਕੇ ਸਦਾ ਅਰਦਾਸਾਂ ਕਰਦੀ ਰਹੋ ਭੈਣੇ, ਸਦਾ ਬੇਨਤੀਆਂ ਕਰਦੇ ਰਹੋ ਜਗਿਆਸੂ ਇਸਤਰੀ, ਸਦਾ ਪੁਕਾਰਦੀ ਰਹੋ। ਰਾਤ ਦਿਵਸ ਕੇ ਕੂਕਨੇ ਕਬਹੋ ਕੇ ਸੁਨੈ ਪੁਕਾਰ। ਇਹ ਨਹੀਂ ਕਿ ਬੇਨਤੀ ਕੀਤੀ ਤੇ ਘਰ ਮੁੜ ਗਈ, ਮੈਂ ਅਰਦਾਸ ਕਰਕੇ ਆਇਆ, ਮਹਾਰਾਜ ਨੇ ਮੰਨੀ ਤੇ ਹੈ ਨਹੀਂ। ਮਹਾਰਾਜ ਜੀ ਮਾਲਕ ਨੇ, ਮਾਲਕ ਤੇ ਮਾਲਕ ਦੇ ਦਰ ਤੇ ਅਰਜ਼ ਕਰੀ ਦੀਏ, ਤਰਲਾ ਲਈਦਾ ਏ, ਝੋਲੀ ਅੱਡੀ ਦੀਏ। ਅਸੀਂ ਕੋਈ ਮਾਲਕ ਥੋੜਾ ਕਿ ਮਹਾਰਾਜ ਜੀ ਨੂੰ ਹੁਕਮ ਦਿੱਤਾ ਤੇ ਮਹਾਰਾਜ ਜੀ ਝਟ ਮੰਨ ਲੈਣਗੇ। ਸਾਨੂੰ ਮਿੰਨਤਾਂ ਕਰਨੀਆਂ ਪੈਣੀਆਂ ਨੇ। ਜਿਸ ਠਾਕੁਰ ਸਿਓ ਨਾਹੀ ਚਾਰਾ ਤਾ ਕਉ ਕੀਜੈ ਸਦ ਨਮਸਕਾਰਾ। ਸਦਾ ਨਮਸਕਾਰ ਦੀ ਬਾਤ ਹੈ। ਇੱਕ ਪਲ ਦੀ, ਇੱਕ ਮਿੰਟ ਦੀ, ਇੱਕ ਘੜੀ ਦੀ, ਇੱਕ ਦਿਨ ਦੀ, ਇੱਕ ਪਹਿਰ ਦੀ ਬਾਤ ਨਹੀਂ। ਸਦਾ ਨਮਸਕਾਰਾਂ, ਸਦਾ ਬੇਨਤੀਆਂ, ਸਦਾ ਅਰਦਾਸਾਂ। ਤੇ ਸਾਧੂ ਮਹਾਤਮਾ ਦੇ ਉਪਦੇਸ਼ ਨੂੰ ਮੰਨ ਕਰਕੇ ਫਿਰ ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਜਦੋਂ ਮੈਂ ਸ਼ਰਨ ਵਿੱਚ ਪੈ ਗਈ, ਅਰਦਾਸਾਂ ਕਰਦੀ ਰਹੀ, ਭਾਵੇਂ ਕਿ ਢੇਰ ਸਮਾਂ ਲੰਘ ਗਿਆ, ਪਰ ਗੁਰੂ ਨਾਨਕ ਜੀ ਦੇ ਦਰ ਤੇ ਮੇਰੀ ਪੁਕਾਰ ਸੁਣੀ ਗਈ। ਭਾਵੇਂ ਕਿ ਸਮਾਂ ਲੱਗ ਗਿਆ, ਪਰ ਜਿਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਮੇਰੀ ਪੁਕਾਰ ਸੁਣ ਲਈ ਨਾ, ਸਾਧ ਸੰਗੇ ਮੇਰੀ ਜਲਨ ਬੁਝਾਈ। ਸਤਿਗੁਰੂ ਜੀ ਨੇ ਸਾਧ ਸੰਗਤ ਬਖਸ਼ੀ। ਸਾਧ ਸੰਗਤ ਦੇ ਨਾਲ ਮਿਲ ਕਰਕੇ ਜਦੋਂ ਅਰਦਾਸਾਂ ਬੇਨਤੀਆਂ ਕੀਤੀਆਂ, ਜਪਣਾ ਕੀਤਾ ਸਤਿਨਾਮ ਸ੍ਰੀ ਵਾਹਿਗੁਰੂ, ਤੇ ਮੇਰੇ ਹਿਰਦੇ ਦੀ ਜਲਨ ਹੀ ਬੁਝਾ ਦਿੱਤੀ, ਵਿਛੋੜੇ ਦੀ ਅੱਗ ਹੀ ਹਿਰਦੇ ਦੇ ਵਿੱਚੋਂ ਮਿਟਾ ਦਿੱਤੀ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਪਤੀ ਪਰਮਾਤਮਾ ਜੀ ਦੇ ਨਾਲ ਮਿਲਾ ਕਰਕੇ ਮੈਨੂੰ ਸੁਭਾਗੀ ਕਰ ਦਿੱਤਾ, ਸੁਹਾਗਵਤੀ ਕਰ ਦਿੱਤਾ, ਪਤੀ ਦੀ ਪ੍ਰਾਪਤੀ ਵਾਲਾ ਕਰ ਦਿੱਤਾ, ਮੈਨੂੰ ਸਰੂਪ ਰੂਪ ਦੇ ਵਿੱਚ ਸਮਾਈ ਕਰਵਾ ਦਿੱਤੀ। ਐਸੀ ਬਖਸ਼ਿਸ਼ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਨੇ ਮੈਨੂੰ ਦਰ ਦੀ ਸ਼ਰਨ ਪਈ ਜਾਣ ਕਰਕੇ ਮੇਰੇ ਉੱਪਰ ਕੀਤੀ ਹੈ। ਹੁਣ ਹਿਰਦੇ ਦੇ ਅੰਦਰ ਵਿਛੋੜੇ ਦੀ ਤਪਸ਼ ਨਹੀਂ ਰਹੀ। ਹੁਣ ਤੇ ਪਤੀ ਪਰਮਾਤਮਾ ਜੀ ਦੇ ਮਿਲਾਪ ਦਾ ਜਿਹੜਾ ਆਨੰਦ ਹੈ ਉਹ ਐਸਾ ਬਣਿਆ ਜਿਹੜਾ ਕਹਿਆ ਨਹੀਂ ਜਾਂਦਾ। ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈਸੇ ਉਨਮਾਨ, ਕਹਿ ਬੇਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਇਹ ਆਨੰਦ ਤੇ ਹੁਣ ਮਾਣਿਆ ਹੀ ਬਣਦਾ, ਦੱਸਿਆ ਦੱਸਣ ਵਿੱਚ ਨਹੀਂ ਆਉਂਦਾ। ਹਰ ਗੁਣ ਕਹਤੇ ਕਹਿਨ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਗੂੰਗੇ ਨੂੰ 2 ਮਠਿਆਈਆਂ ਖਵਾ ਲਓ, 5 ਖਵਾ ਲਓ, 10 ਤਰ੍ਹਾਂ ਦੀ ਮਠਿਆਈ ਖਵਾ ਲਓ, ਥੋੜੇ ਜ਼ੋਰ ਲਾ ਕੇ ਪੁੱਛੀ ਜਾਓ ਜੀ ਮਠਿਆਈ ਕਿਹੋ ਜੀ ਹੈ। ਮੁਸਕਰਾ ਕਰਕੇ ਖੁਸ਼ੀ ਦਾ ਇਜ਼ਹਾਰ ਤੇ ਕਰ ਸਕਦਾ ਕਿ ਆਨੰਦ ਆ ਰਿਹਾ, ਪਰ ਬੋਲ ਕੇ ਨਹੀਂ ਦੱਸ ਸਕਦਾ। ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਖੁਸ਼ੀ ਦਾ ਇਜ਼ਹਾਰ ਤੇ ਕੀਤਾ ਜਾ ਸਕਦਾ ਹੈ ਕਿ ਆਨੰਦ ਪ੍ਰਾਪਤ ਹੈ, ਪਰ ਆਨੰਦ ਕਿਹੋ ਜਿਹਾ ਉਹ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਇਸੇ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ। ਫਿਰ ਉਸ ਜਗਿਆਸੂ ਇਸਤਰੀ ਨੇ ਕਹਿਣਾ ਕੀਤਾ, ਮਾਤਾ ਪਿਤਾ ਰੂਪੀ ਸਾਧੂਆਂ ਨੇ ਕਿਰਪਾ ਕੀਤੀ, ਸੰਗੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੰਗ ਮੇਰਾ ਮਿਲਾਪ ਕਰਵਾ ਦੇਣਾ ਕੀਤਾ ਹੈ। ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ। ਤੇ ਜਦੋਂ ਸਾਧੂ ਮਹਾਤਮਾ ਨੇ ਨਾਮ ਜਪਾ ਕਰਕੇ ਸੰਤ ਜਪਾਵੈ ਨਾਮ, ਨਾਮ ਜਪਾ ਕਰਕੇ ਪ੍ਰਮਾਤਮਾ ਜੀ ਦੇ ਨਾਲ ਮਿਲਿਆ, ਵਿਛੋੜੇ ਦੀ ਸਾਰੀ ਅਗਨੀ ਹਿਰਦੇ ਦੇ ਵਿੱਚੋਂ ਬੁਝਾ ਦਿੱਤੀ ਹੈ ਜੀ। ਗੌੜੀ ਮਹਲਾ ਪੰਜਵਾ। ਗੌੜੀ ਰਾਗ ਦੇ ਅੰਦਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਸਾਹਿਬ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀ। ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ। ਜਗਿਆਸੂ ਦੀ ਬੇਨਤੀ ਹੈ, ਹੇ ਧੀਰਜ ਧਾਰੀ ਪਰ ਉਪਕਾਰੀ ਸਤਿਗੁਰੂ ਜੀ, ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਹਿਰਦੇ ਦੇ ਅੰਦਰ ਬੜੀ ਪ੍ਰੀਤ ਲੱਗੀ ਹੈ, ਬੜਾ ਪਿਆਰ ਹਿਰਦੇ ਦੇ ਅੰਦਰ ਉਤਪੰਨ ਹੋ ਰਿਹਾ। ਸੱਚੇ ਪਾਤਸ਼ਾਹ
ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮੈਂ ਕਿਵੇਂ ਪ੍ਰਾਪਤ ਕਰ ਲਵਾਂ। ਪਾਏ ਲਗਾਉ ਮੋਹੇ ਕਰੋ ਬੇਨਤੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਦੇ ਹਿਰਦੇ ਦੀ ਬਿਹਬਲਤਾ ਨੂੰ ਪ੍ਰਗਟ ਕਰਦੇ ਨੇ। ਜਗਿਆਸੂ ਬੇਨਤੀ ਕਰਦਾ, ਸੱਚੇ ਪਾਤਸ਼ਾਹ ਜਿਹੜਾ ਕੋਈ ਮੈਨੂੰ ਪ੍ਰਭੂ ਪਰਮਾਤਮਾ ਜੀ ਦੇ ਨਾਲ ਮਿਲਾ ਦੇਵੇ ਨਾ, ਪਾਏ ਲਗਾਉ ਮੈਂ ਤਿਸ ਦੇ ਚਰਨੀ ਪੈਣਾ ਕਰਾਂ। ਮੋਹੇ ਆਪਣੇ ਆਪ ਨੂੰ ਤਿਸਨਾਂ ਦੇ ਚਰਨੀ ਪਾ ਕਰਕੇ ਕਰੋ ਬੇਨਤੀ। ਤਿਨਾਂ ਨੂੰ ਬਾਰ-ਬਾਰ ਬੇਨਤੀ ਕਰਾਂ, ਅਰਜ਼ ਕਰਾਂ, ਹੇ ਪ੍ਰਮਾਤਮਾ ਜੇ ਸੰਤ ਜੀ, ਪ੍ਰਮਾਤਮਾ ਦੇ ਪਿਆਰਿਓ, ਕਿਰਪਾ ਕਰਕੇ ਵਾਹਿਗੁਰੂ ਜੀ ਦੇ ਨਾਲ ਮੇਰਾ ਮਿਲਾਪ ਕਰਵਾ ਦੇਵੋ। ਸੰਤ ਮਿਲੈ ਵੱਡ ਭਾਗੀ। ਵਾਹਿਗੁਰੂ ਜੀ ਦੇ ਬੇਅੰਤ ਸੰਤ ਨੇ, ਕੋਈ ਤਾਂ ਮੈਨੂੰ ਐਸਾ ਵੱਡਿਆਂ ਭਾਗਾਂ ਵਾਲਾ ਸੰਤ ਮਿਲ ਜਾਵੇ ਜਿਸ ਦੇ ਹਿਰਦੇ ਦੇ ਵਿੱਚੋਂ ਵਡਿਆਈ ਦੀ ਇੱਛਾ ਭੱਜ ਗਈ ਹੋਵੇ। ਮੈਨੂੰ ਵਡਿਆਈ ਨਹੀਂ ਨਾ ਕਰਨੀ ਆਉਂਦੀ, ਮੈਂ ਸੰਤਾਂ ਦੀ ਵਡਿਆਈ ਨਹੀਂ ਕਰ ਸਕਦਾ ਹਾਂ। ਵਡਿਆਈ ਕਰਨੀ ਨਹੀਂ ਆਉਂਦੀ, ਐਸਾ ਸੰਤ ਮਿਲੇ ਜਿਸ ਨੂੰ ਵਡਿਆਈ ਦੀ ਇੱਛਾ ਹੀ ਨਾ ਹੋਵੇ। ਮੈਂ ਵਡਿਆਈ ਨਾ ਕਰ ਸਕਾਂ ਅਥਵਾ ਨਾ ਕਰਾਂ ਤਾਂ ਵੀ ਮੇਰੇ ਤੇ ਕਿਰਪਾਲਤਾ ਕਰਕੇ, ਮੇਰੇ ਤੇ ਮਿਹਰ ਕਰਕੇ ਟੁੱਟ ਕੇ ਮੈਨੂੰ ਵੱਡ ਭਾਗੀ, ਵੱਡਿਆਂ ਭਾਗਾਂ ਵਾਲਾ ਬਣਾ ਦੇਵੇ। ਮੈਨੂੰ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਨਾਲ ਸਮਾਈ ਕਰਾ ਦੇਣਾ ਕਰੇ, ਮਿਲ ਦੇਣਾ ਕਰੇ। ਹਜ਼ੂਰ ਦੇ ਪਾਵਨ ਬਚਨ ਨੇ ਨਾ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਮੇਰੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਜੀ ਦੇ ਪਿਆਰ ਦੇ ਤੀਰ ਲੱਗੇ ਨੇ, ਹਿਰਦਾ ਬੰਨਿਆ ਗਿਆ। ਤੇ ਸਾਧ ਸੰਗਤ ਜੀ, ਜਦੋਂ ਤੀਰ ਹਿਰਦੇ ਦੇ ਵਿੱਚ ਵੱਜ ਜਾਵੇ, ਦਿਲ ਦੇ ਵਿੱਚ ਵੱਜ ਜਾਵੇ ਨਾ, ਤੇ ਜੇ ਤੀਰ ਨੂੰ ਪੁੱਟਿਆ ਜਾਵੇ ਤੇ ਜਿਸ ਦੇ ਤੀਰ ਵੱਜਾ ਤਾਂ ਵੀ ਮੌਤ ਹੋ ਜਾਂਦੀ, ਤੇ ਜੇ ਵੱਜਾ ਰਹਿ ਜਾਵੇ ਤਾਂ ਵੀ ਮੌਤ ਹੋ ਜਾਂਦੀ ਹੈ, ਉਹ ਬਚਦਾ ਨਹੀਂ। ਇਹ ਜਿਹੜਾ ਪ੍ਰੇਮ ਦਾ ਤੀਰ ਹੈ, ਜਦੋਂ ਹਿਰਦੇ ਦੇ ਵਿੱਚ ਵੱਜਦਾ ਹੈ ਤੇ ਹਿਰਦੇ ਦੇ ਵਿੱਚੋਂ ਮਨਮੁਖਤਾਈ ਨੂੰ ਮਾਰ ਦਿੰਦਾ ਹੈ। ਜਿਸ ਦੇ ਹਿਰਦੇ ਵਿੱਚ ਤੀਰ ਵੱਜ ਜਾਵੇ ਉਹ ਬਚਦਾ ਨਹੀਂ, ਤੇ ਜਿਸ ਦੇ ਹਿਰਦੇ ਦੇ ਵਿੱਚ ਸਤਿਗੁਰੂ ਜੀ ਦੇ ਪਿਆਰ ਦਾ ਤੀਰ ਵੱਜ ਜਾਵੇ, ਉਥੇ ਮਨਮੁਖਤਾਈ ਨਹੀਂ ਬਚਦੀ ਹੈ, ਉਥੇ ਪਾਪ ਨਹੀਂ ਬਚਦੇ ਨੇ, ਪਾਪ ਕਰਮ ਸਾਰੇ ਮਰ ਜਾਂਦੇ ਨੇ। ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣਾ, ਮੇਰਾ ਮਨ ਅੰਤਰ ਕੀ ਪੀਰ। ਜਿਹੜੇ ਹਿਰਦੇ ਦੀ ਵਿਛੋੜੇ ਦੀ ਪੀੜ ਹੈ ਨਾ, ਇਸ ਦਰਦ ਨੂੰ, ਇਸ ਸਾਲ ਨੂੰ, ਇਸ ਖੇਦ ਨੂੰ ਮੇਰੇ ਹਰੀ ਪ੍ਰਭੂ ਪਰਮਾਤਮਾ ਜੀ ਜਾਣਦੇ ਨੇ। ਇਸ ਹਿਰਦੇ ਦੀ ਪੀੜ ਨੂੰ ਕੋਈ ਹੋਰ ਜਾਣ ਨਹੀਂ ਸਕਦਾ, ਵਿਛੋੜੇ ਦਾ ਦੁੱਖ ਕੈਸਾ ਹੈ। ਜਿਸ ਮਾਂ ਦਾ ਪੁੱਤ ਭਰ ਜਵਾਨੀ ਵਿੱਚ ਵਿਛੋੜਾ ਦੇ ਕੇ ਚਲੇ ਗਿਆ, ਪੁੱਤ ਦਾ ਵਿਛੋੜਾ ਤੇ ਉਹਨੂੰ ਹੀ ਪਤਾ ਨਾ। ਜਿਸ ਭੈਣ ਦਾ ਭਰਾ ਸਦਾ ਵਾਸਤੇ ਉਸ ਦੇ ਨਾਲੋਂ ਵਿਛੜ ਗਿਆ ਜਾਂ ਚੜ੍ਹਾਈ ਕਰ ਗਿਆ, ਵਿਛੋੜੇ ਦਾ ਦੁੱਖ ਤੇ ਉਸ ਭੈਣ ਨੂੰ ਹੀ ਪਤਾ ਨਾ। ਤੇ ਖਿਮਾ ਕਰਨਾ, ਜਿਸ ਬੀਬੀ ਦਾ ਪਤੀ ਪਰਦੇਸ ਗਿਆ ਜਾਂ ਚੜ੍ਹਾਈ ਕਰ ਗਿਆ, ਪਤੀ ਦੇ ਨਾਲੋਂ ਵਿਛੋੜਾ ਪਿਆ, ਤੇ ਪਤੀ ਦੇ ਵਿਛੋੜੇ ਨੂੰ ਤੇ ਉਹ ਸਤਵੰਤੀ ਪਤਿਵਰਤ ਧਰਮ ਦੇ ਵਿੱਚ ਪਰਪੱਕ ਬੀਬੀ ਹੀ ਜਾਣਦੀ ਹੈ ਨਾ, ਕਿ ਪਤੀ ਪਰਮੇਸ਼ਰ ਵਿਛੜ ਗਿਆ ਤੇ ਵਿਛੋੜਾ ਕੈਸਾ। ਹੁਣ ਦੇਖਣ ਵਾਲੇ ਨੂੰ ਸਰੀਰ ਵੇਖ ਕੇ ਥੋੜਾ ਪਤਾ ਲੱਗੇਗਾ ਹਿਰਦੇ 'ਚ ਦਰਦ ਕਿੰਨਾ। ਇਹ ਤਾਂ ਪ੍ਰਭੂ ਪਰਮਾਤਮਾ ਜੀ ਜਾਣਦੇ ਨੇ, ਜਿਸ ਦੇ ਨਾਲੋਂ ਵਿਛੋੜਾ ਪਿਆ। ਸਾਡੇ ਹਿਰਦੇ ਦੀ ਪੀੜਾ ਨੂੰ ਉਹ ਜਾਣਦੇ ਨੇ, ਕਿਉਂਕਿ ਅੰਦਰ ਦੀਆਂ ਬੁੱਝਣ ਵਾਲੇ, ਜਾਣਨ ਵਾਲੇ ਅੰਤਰਜਾਮੀ ਜੂ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਜਿਹੜਾ ਜਗਿਆਸੂ ਹੈ, ਆਪਣੇ ਹਿਰਦੇ ਦੀ ਜੋ ਬਿਰਥਾ ਹੈ ਸਤਿਗੁਰੂ ਜੀ ਦੇ ਸਮਕਸ਼ ਪ੍ਰਗਟ ਕਰ ਰਿਹਾ। ਕੋਈ ਐਸਾ ਸੰਤ, ਐਸਾ ਮਹਾਂਪੁਰਖ ਮੈਨੂੰ ਮਿਲ ਪਵੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਾ ਕਰਕੇ ਮੈਨੂੰ ਵੱਡਿਆਂ ਭਾਗਾਂ ਵਾਲਾ ਬਣਾ ਦੇਵੇ, ਮੇਰੇ ਜੀਵਨ ਨੂੰ ਸਫਲਾ ਹੀ ਕਰ ਦੇਵੇ। ਰਹਾਉ ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਹਨ ਜੀ, ਮਨ ਅਰਪਉ ਧਨ ਰਾਖਉ ਆਗੈ। ਜਗਿਆਸੂ ਨੂੰ ਪੁੱਛਿਆ, ਕੋਈ ਐਸਾ ਸੰਤ ਮਿਲ ਜਾਵੇ, ਐਸਾ ਪਿਆਰਾ ਮਿਲ ਜਾਵੇ ਜਿਹੜਾ ਤੇਰਾ ਵਾਹਿਗੁਰੂ ਜੀ ਦੇ ਨਾਲ ਮਿਲਾਪ ਕਰਾ ਦੇਵੇ, ਉਸ ਨੂੰ ਭੇਟਾ ਕੀ ਦੇਵੇਂਗਾ। ਤੇ ਜਗਿਆਸੂ ਕਹਿਣਾ ਕਰਦਾ, ਮਨ ਅਰਪਾਓ, ਆਪਣਾ ਮਨ ਅਰਪ ਦੇਵਾਂ ਤਿਸ ਨੂੰ। ਸਾਧ ਸੰਗਤ ਜੀ, ਸਭ ਤੋਂ ਔਖਾ ਕੰਮ ਹੈ ਮਨ ਅਰਪਣਾ। ਇਹ ਨਹੀਂ ਜੇ ਅਰਪਿਆ ਜਾਂਦਾ। ਆਪਣੇ ਆਪਣੇ ਹਿਰਦਿਆਂ ਵੱਲ ਝਾਤ ਮਾਰਨੀ ਹੈ, ਦੂਜੇ ਵੱਲ ਨਹੀਂ ਤੱਕਣਾ। ਕਿਤਨਾ ਸਮਾਂ ਹੋ ਗਿਆ, ਨਾਮਧਾਰੀ ਸਿੱਖ ਵੀ ਬਣ ਗਏ, ਮਹਾਰਾਜ ਸਾਹਿਬ ਜੀ ਨੂੰ ਆਪਣਾ ਗੁਰੂ ਵੀ ਮੰਨਦੇ ਆ, ਪਰ ਕੀ ਅਸੀਂ ਆਪਣਾ ਮਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ ਹੈ? ਮਨ ਅਰਪਣ ਤੋਂ ਭਾਵ ਹੈ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਹੋਈਏ, ਕੰਮ ਚਾਹੇ ਕੋਈ ਵੀ ਕਰਦੇ ਹੋਈਏ, ਪਰ ਮਨ ਨਾਮ ਵਿੱਚ ਹੀ ਲੱਗਾ ਰਵੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਲੱਗਾ ਰਵੇ। ਇਹ ਹੈ ਮਨ ਅਰਪਣਾ। ਪਰ ਖਿਮਾ ਕਰਨਾ, ਸਾਡੀ ਤਾਂ ਜੁਗਤੀ ਉਲਟੀ ਹੈ ਨਾ। ਅਸੀਂ ਘਰ ਰਹੀਏ ਤੇ ਮਨ ਤਾਂ ਵੀ ਪਦਾਰਥਾਂ ਵਿੱਚ, ਤੇ ਗੁਰੂ ਘਰ ਵਿੱਚ ਆ ਜਾਈਏ ਤੇ 5 ਮਿੰਟ ਅਰਦਾਸ 'ਚ ਨਹੀਂ ਖਲੋਤਾ ਜਾਂਦਾ, ਮਨ ਤਾਂ ਵੀ ਪਦਾਰਥਾਂ ਵਿੱਚ। ਜਪਜੀ ਸਾਹਿਬ ਪੜ੍ਹਦੇ ਆ, ਮਨ ਤਾਂ ਵੀ ਬਾਹਰ ਮੁਖੀ। ਤੇ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਅੰਦਰ ਹਾਜ਼ਰੀ ਭਰਦੇ ਆ, ਬੈਠੇ ਗੁਟਕਾ ਸਾਹਿਬ ਫੜ ਕੇ ਆਪਣੇ ਘਰ ਅੰਦਰ
ਜਾਂ ਗੁਰੂ ਘਰ ਦੇ ਅੰਦਰ ਤੇ ਮਨ ਜਿਹੜਾ ਦੇਸ਼ ਵਿਦੇਸ਼ਾਂ ਦੇ ਚੱਕਰ ਕੱਢਦਾ, ਡਾਲਰ ਪਾਉਂਡ ਕਿਵੇਂ ਇਕੱਠੇ ਕਰ ਲਈਏ, ਮਨ ਨਹੀਂ ਅਰਪਿਆ ਜਾਂਦਾ, ਬੜਾ ਔਖਾ ਕਾਰਜ ਹੈ। ਪਰ ਦੇਖੋ, ਜਿਸ ਦੇ ਹਿਰਦੇ ਦੀ ਭਾਵਨਾ ਹੀ ਇੱਕ ਹੈ, ਮੰਗ ਹੀ ਇੱਕ ਹੈ ਕਿ ਪ੍ਰਮਾਤਮਾ ਜੀ ਨੂੰ ਮਿਲਣਾ, ਦੂਜੀ ਮੰਗ ਹੀ ਕੋਈ ਨਹੀਂ। ਇਹ ਜਿਹੜਾ ਮਨ ਬਹੁਤੇ ਪਾਸੇ ਭਟਕਦਾ, ਸਭ ਤੋਂ ਪਹਿਲਾਂ ਤੇ ਆਪਣਾ ਮਨ ਹੀ ਅਰਪ ਦੇਵਾਂ। ਆਪਣਾ ਮਨ ਵੀ ਮਹਾਤਮਾ ਜੀ ਤੁਹਾਨੂੰ ਦਿੱਤਾ। ਤੇ ਦੂਸਰਾ ਹੈ ਧਨ ਰਾਖੋ ਆਗੈ, ਆਪਣਾ ਸਾਰਾ ਧਨ ਵੀ ਤੇ ਇਸ ਨੂੰ ਭੇਟਾ ਦੇ ਦੇਵਾਂ। ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਨਾ, ਦਸਵੰਧ ਦੇਣਾ। ਸਿੱਖਾ ਜਿਹੜੀ ਧਰਮ ਦੀ ਕਿਰਤ ਕਰਦਾ ਹੈ, ਦਸਵੰਧ ਗੁਰੂ ਨੂੰ ਅਰਪਣ ਕਰਨੀ ਹੈ, ਗੁਰੂ ਕੇ ਖਜ਼ਾਨੇ ਗੁਰੂ ਕੀ ਗੋਲਕ ਚ ਪਾਉਣੀ ਹੈ, ਗੁਰੂ ਕੀਆਂ ਸੰਗਤਾਂ ਲੰਗਰਾਂ ਇਮਾਰਤਾਂ ਵਾਸਤੇ ਵਰਤਣਾ ਹੈ, ਇਸਤੇਮਾਲ ਕਰਨਾ ਹੈ, ਸੇਵਾ ਚਲਾਉਣਾ ਹੈ। ਪਰ ਕੀ ਅਸੀਂ ਸਾਰੇ ਦਸਵੰਧ ਕੱਢ ਪਾਉਂਦੇ ਆ? ਕਿੰਨੇ ਕੁ ਨੇ ਐਸੇ ਜਿਹੜੇ 10,000 ਤਨਖਾਹ ਆਉਂਦੀ ਹੈ ਤੇ 1000 ਰੁਪਈਆ ਕਿਸ ਦਾ ਗੋਲਕ ਚ ਪਾਇਆ ਜਾਵੇ? ਲੱਖ ਰੁਪਈਆ ਆਮਦਨ ਹੈ ਤੇ 10,000 ਹਰ ਮਹੀਨੇ ਸੇਵਾ ਕਰ ਦਿੱਤੀ ਜਾਵੇ। ਜੇ 10 ਲੱਖ ਆਉਂਦਾ ਤੇ ਲੱਖ ਰੁਪਈਆ ਗੁਰੂ ਕੇ ਚਰਨਾਂ 'ਚ ਭੇਟ ਕਰ ਦਿੱਤਾ ਜਾਵੇ। ਕਿੰਨੇ ਕਿੰਨੇ ਸਾਡੇ ਵਿੱਚੋਂ ਐਸੇ। ਸਾਨੂੰ ਤੇ ਦਸਵੰਧ ਅਰਪਣ ਕਰਨਾ ਵੀ ਬੜਾ ਔਖਾ ਹੈ। ਰੀਸਾ ਕਰੇ ਤਿਨਾੜੀਆ ਜੋ ਸੇਵਹਿਦਾਰ ਖੜੀਆ। ਗੱਲਾਂ ਨਾਲ ਬੜੇ ਸਿਆਣੇ ਬਣਦੇ ਆ, ਗੱਲੀ ਅਸੀਂ ਚੰਗੀਆ ਆਚਾਰੀ ਬੁਰੀਆਹ, ਮਨੋ ਕੁਸੁੱਧਾ ਕਾਲੀਆ, ਬਾਹਰ ਚਿਟਵੀਆਹ। ਬਾਹਰੋਂ ਬੜੇ ਸੋਹਣੇ ਬਣ ਬਣ ਕੇ ਦਿਖਾਉਂਦੇ, ਸਾਡੇ ਵਰਗਾ ਤੇ ਹੈ ਹੀ ਕੋਈ ਨਹੀਂ। ਤੇ ਹਜ਼ੂਰ ਫਰਮਾਉਂਦੇ ਨੇ, ਗਾਲੀ ਅਲ ਪਲਾਲੀਆ ਕੰਮ ਨਾ ਆਵਹਿ ਮਿਤ। ਕੇਵਲ ਤਾਂ ਕੇਵਲ ਗੱਲਾਂ ਹੀ ਕੰਮ ਨਹੀਂ ਆਉਂਦੀਆਂ, ਭਾਵਨਾ ਕੰਮ ਆਉਣੀ ਹੈ। ਸੁਰਤ ਨਿਰਮਲ ਹੋਵੇ, ਪਿਆਰ ਸਤਿਗੁਰੂ ਜੀ ਦੇ ਨਾਲ ਮਿਲਾਵੇਗਾ, ਗੱਲਾਂ ਨਹੀਂ। ਕੇਵਲ ਤਾਂ ਕੇਵਲ ਮੂੰਹ ਦੀਆਂ ਗੱਲਾਂ ਨਹੀਂ। ਤੇ ਜੇ ਮੂੰਹ ਦੀਆਂ ਗੱਲਾਂ ਦੀ ਬਾਤ ਕਰੀਏ ਤੇ ਹਜ਼ੂਰ ਫਰਮਾਉਂਦੇ ਨੇ, ਇੱਕ ਫਿਰੇ ਘਨੇਰੇ ਕਰੇ ਗੱਲਾਂ। ਇੱਕ ਘਨੇਰੇ ਬਹੁਤ ਲੋਕ ਐਸੇ ਤੁਰੇ ਫਿਰਦੇ ਨੇ ਜਿਹੜੇ ਗੱਲਾਂ ਹੀ ਗੱਲਾਂ ਕਰਦੇ ਨੇ, ਪਰ ਕਮਾਉਂਦੇ ਨਹੀਂ, ਹਿਰਦੇ 'ਚ ਵਸਾਉਂਦੇ ਨਹੀਂ। ਜੀ ਉਹਨਾਂ ਨੂੰ ਮਿਲ ਜਾਂਦਾ, ਹਜ਼ੂਰ ਫਰਮਾਉਂਦੇ ਨਹੀਂ। ਗੱਲੀ ਕਿਨੇ ਨਾ ਪਾਇਆ, ਗੱਲਾਂ ਬਾਤਾਂ ਦੇ ਨਾਲ ਨਹੀਂ, ਪਿਆਰ ਦੇ ਨਾਲ, ਸੁਰਤ ਨਿਰਮਲ ਦੇ ਨਾਲ, ਹਿਰਦੇ ਦੀ ਕਾਗਰਤਾ ਦੇ ਨਾਲ, ਸ਼ਰਧਾ ਭਾਵ ਦੇ ਨਾਲ, ਅਰਦਾਸਾਂ ਬੇਨਤੀਆਂ ਦੇ ਨਾਲ ਮਿਲੇਗਾ। ਵਿਖਾਵੇ ਦੀਆਂ ਗੱਲਾਂ ਨਾਲ ਨਹੀਂ ਜੇ ਮਿਲਦਾ। ਤੇ ਜਗਿਆਸੂ ਆਪਣੀ ਭਾਵਨਾ ਪ੍ਰਗਟ ਕਰਨਾ ਕਰਦਾ, ਮੈਂ ਆਪਣਾ ਮਨ ਵੀ ਤਿੰਨਾਂ ਸੰਤਾਂ ਨੂੰ ਅਰਪਣ ਕਰ ਦੇਵਾਂ। ਆਪਣੀ ਜ਼ਿੰਦਗੀ ਦੀ ਸਾਰੀ ਕਮਾਈ, ਸਾਰਾ ਧਨ ਵੀ ਤਿੰਨਾਂ ਦੇ ਅੱਗੇ ਰੱਖ ਦੇਵਾਂ। ਮਨ ਕੀ ਮਤ ਮੋਹਿ ਸਗਲ ਤਿਆਗੀ। ਤੇ ਮੋਹੇ ਮੈਂ ਆਪਣੇ ਮਨ ਦੀ ਸਾਰੀ ਮਤ ਵੀ ਤਿਆਗ ਦੇਵਾਂ। ਆਪਣੀਆਂ ਸਿਆਣਪਾਂ, ਆਪਣੀਆਂ ਚਤਰਾਈਆਂ ਨਹੀਂ ਉੱਥੇ ਕੰਮ ਆਉਣੀਆਂ। ਮਨ ਦੀ ਮਤ ਨੂੰ ਛੱਡ ਕਰਕੇ, ਮਨ ਨੂੰ ਅੱਗੇ ਰੱਖ ਕਰਕੇ, ਧਨ ਨੂੰ ਅਰਪਣ ਕਰਕੇ ਸਦਾ ਬੇਨਤੀਆਂ ਕਰਦਾ ਰਵਾਂ। ਜੋ ਪ੍ਰਭ ਕੀ ਹਰ ਕਥਾ ਸੁਣਾਵੈ। ਜਿਹੜਾ ਐਸਾ ਸੰਤ ਮਹਾਤਮਾ ਤਤ ਵੇਤਾ ਮੈਨੂੰ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਗੁਣ ਰੂਪ ਪ੍ਰਾਪਤੀ ਦੀ ਨਾਮ ਬਾਣੀ ਦੀ ਕਥਾ ਸੁਣਾਵਣਾ ਕਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਨਾ, ਆਏ ਮੇਲ ਗੁਰ ਸਿੱਖ ਆਏ ਮੇਲ ਤੂੰ ਮੇਰੇ ਗੁਰੂ ਕੇ ਪਿਆਰੇ। हे मेरे गुरु दिया प्यारिया सिखा, आकर के साध संगत विच मिल करके जपना कर सतनाम श्री वाहिगुरु। ते जदों सुरत निर्मल हो जाएगी फिर आए मिल वाहिगुरु परमात्मा ही तेनू आन मिलेगा। हर कीया कथा कहानियां गुरमीत सुनाइयां, बलिहारी गुर अपने गुर कहो बल जानिया। ਇਹ ਤਾਂ ਸਾਡੇ ਮਿੱਤਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀਆਂ ਕਥਾ ਕਹਾਣੀਆਂ ਸੁਣਾਈਆਂ ਨੇ। ਐਸੇ ਸਤਿਗੁਰੂ 10 ਗੁਰੂ ਸਾਹਿਬਾਨ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ। ਜਿਹੜੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬੇਅੰਤ ਸਰੂਪ ਹੋ ਕਰਕੇ, ਬੇਅੰਤ ਸਥਾਨਾਂ ਤੇ ਇੱਕ ਹੀ ਸਮੇਂ ਤੇ ਸੱਜ ਕਰਕੇ, ਗੁਣੀ ਗਿਆਨੀ ਆਪਣੇ ਚਰਨਾਂ ਦੇ ਦਾਸ ਸੇਵਾਦਾਰਾਂ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਮਿਲਾਪ ਦੀਆਂ ਕਥਾ ਕਹਾਣੀਆਂ ਸਾਨੂੰ ਸੁਣਾਉਣਾ ਕਰਦੇ ਨੇ ਗੁਰਬਾਣੀ ਦੇ ਉਪਦੇਸ਼ ਦੁਆਰਾ। ਐਸੇ ਸਤਿਗੁਰੂ ਜੀ ਤੋਂ ਕੁਰਬਾਨ ਬਲਿਹਾਰ ਜਾਣਾ ਕਰੀਏ। ਬਲਿਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਐਸੇ ਸਤਿਗੁਰੂ ਜੀ ਤੋਂ ਬਲ ਬਲ ਜਾਣਾ ਕਰੀਏ, ਬਲਿਹਾਰ ਕੁਰਬਾਨ ਜਾਣਾ ਕਰੀਏ। ਇਸੇ ਪ੍ਰਕਾਰ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ, ਸੋ ਭਾਈ ਸੋ ਮੇਰਾ ਵੀਰ। ਉਹ ਸਾਡਾ ਭਾਈ ਭਰਾਤਾ ਹੈ, ਸੂਰਬੀਰ ਸੂਰਮਾ ਹੈ, ਜਿਹੜਾ ਸਾਨੂੰ ਹਰੀ ਪ੍ਰਮਾਤਮਾ ਜੀ ਦੇ ਨਾਮ ਦੀ ਕਥਾ ਸੁਣਾਵੇ। ਤੇ ਜਿਹੜਾ ਸੰਤ ਮਹਾਤਮਾ ਸਾਨੂੰ ਹਰੀ ਪ੍ਰਮਾਤਮਾ ਜੀ ਦੀ ਨਾਮ ਦੀ ਕਥਾ ਸੁਣਾਵਣਾ ਕਰੇ। ਅਨਦਿਨ ਫਿਰੋ ਤਿਸ ਪਿਛੈ ਵਿਰਾਗੀ। ਅਨਦਿਨ ਹਰ ਰੋਜ਼ ਰਾਤ ਦਿਨ ਮਨ ਦੀ ਮਤ ਤਿਆਗ ਕੇ, ਧਨ ਦਾ ਗਰਭ ਹੰਕਾਰ ਛੱਡ ਕਰਕੇ, ਰਾਤ ਦਿਨ ਉਸ ਦੇ ਪਿੱਛੇ ਪਦਾਰਥਾਂ ਤੋਂ ਵੈਰਾਗ ਧਾਰਨ ਕਰਕੇ ਤੇ ਪ੍ਰਮਾਤਮਾ ਜੀ ਦੀ ਕਥਾ ਕਹਾਣੀ ਸੁਣਨ ਵਾਸਤੇ ਪਿੱਛੇ ਪਿੱਛੇ ਤੁਰੀ ਫਿਰਾਂ।
ਭਾਵ ਤਿੰਨਾਂ ਦੀ ਸੰਗਤ ਵਿੱਚ ਰਹਿ ਕਰਕੇ ਸਮਾਹਤ ਚਿਤ ਹੋ ਕਰਕੇ ਇੱਕ ਰਸ ਰਾਤ ਦਿਨ ਸੇਵਾ ਦੇ ਵਿੱਚ ਲੱਗ ਜਾਵਾਂ। ਪ੍ਰਭੂ ਪਰਮਾਤਮਾ ਜੀ ਦਾ ਨਾਮ ਜਪਣ ਰੂਪੀ ਸੇਵਾ, ਬੰਦਗੀ ਦੀ ਰੂਪੀ ਸੇਵਾ ਨੂੰ ਕਮਾਵਣਾ ਕਰਾਂ। ਪੂਰਬ ਕਰਮ ਅੰਕੁਰ ਜਬ ਪ੍ਰਗਟੇ। ਸੋ ਗਰੀਬ ਨਿਵਾਜ ਫਿਰ ਇਹਨਾਂ ਅਰਦਾਸਾਂ ਬੇਨਤੀਆਂ ਦਾ ਐਸੇ ਵੈਰਾਗ ਦਾ ਸਾਧ ਸੰਗਤ ਦਾ ਕੋਈ ਫਲ ਵੀ ਮਿਲਿਆ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਨਿਸ਼ਕਾਮ ਕਰਮ ਜਦੋਂ ਅੰਕੁਰ, ਜਦੋਂ ਜੰਮ ਪਏ, ਜਦੋਂ ਉਹਨਾਂ ਚੋਂ ਅੰਗੂਰ ਨਿਕਲਿਆ, ਕੁਰੰਬੜੀ ਨਿਕਲੀ, ਜਬ ਪ੍ਰਗਟੇ, ਮੱਥੇ ਦੇ ਉੱਪਰ ਪ੍ਰਗਟ ਹੋ ਆਏ, ਭਾਵ ਉਹ ਨਿਸ਼ਕਾਮ ਕਰਮ ਫਲ ਦੇਣ ਵਾਸਤੇ ਉਹਦੇ ਹੋਏ। ਭੇਟਿਓ ਪੁਰਖ ਰਸਿਕ ਬੈਰਾਗੀ। ਫਿਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰ ਦਿੱਤੀ, ਭੇਟਿਓ ਪੁਰਖ, ਸਤਿਪੁਰਖ ਦੇ ਨਾਲ, ਸਤਿਗੁਰੂ ਜੀ ਦੇ ਨਾਲ ਮਿਲਾਪ ਕਰਾ ਦਿੱਤਾ, ਜਿਹੜੇ ਸਤਿਗੁਰੂ ਜੀ ਨਾਮ ਦੇ ਰਸਕ ਰਸੀਏ ਨੇ ਤੇ ਬੈਰਾਗੀ, ਪਦਾਰਥਾਂ ਵੱਲੋਂ ਵੈਰਾਗ ਧਾਰਨ ਕੀਤਾ ਹੋਇਆ ਹੈ। ਜਦੋਂ ਪੂਰੇ ਸਤਿਗੁਰੂ ਜੀ ਨੇ ਕਿਰਪਾਲਤਾ ਕਰਨਾ ਕੀਤੀ, ਐਸੇ ਮਹਾਂਪੁਰਖਾਂ ਦੇ ਨਾਲ ਮਿਲਾ ਦਿੱਤਾ ਜਿਹੜੇ ਪਦਾਰਥਾਂ ਵੱਲੋਂ ਵੈਰਾਗਵਾਨ ਨੇ ਤੇ ਨਾਮ ਦੇ ਰਸੀਏ ਬ੍ਰਹਮ ਸਰੋਤਰੀ, ਬ੍ਰਹਮ ਨੇਸਟੀ ਹਨ, ਸਦਾ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰਦੇ ਹਨ ਤੇ ਪੁਰਖ ਅਕਾਲ ਪੁਰਖ ਜੀ ਦੇ ਅੰਦਰ ਹੀ ਆਪਣੀ ਬਿਰਤੀ ਨੂੰ ਲੈ ਕਰਕੇ ਰੱਖਦੇ ਨੇ। ਜਦੋਂ ਐਸੇ ਮਹਾਤਮਾ ਮਿਲੇ, ਮਿਟਿਓ ਅੰਧੇਰ ਮਿਲਤ ਹਰ ਨਾਨਕ। ਉਹਨਾਂ ਨੇ ਕਿਰਪਾਲਤਾ ਕਰਕੇ ਹਰੀ ਪਰਮਾਤਮਾ ਜੀ ਦੇ ਨਾਲ ਮਿਲਾਪ ਕਰਾ ਦਿੱਤਾ ਤੇ ਜਦੋਂ ਮਿਲਾਪ ਕਰਾ ਦਿੱਤਾ, ਹਿਰਦੇ ਦੇ ਅੰਦਰੋਂ ਮਿਟਿਓ ਅੰਧੇਰ, ਮਨਮੁਖਤਾਈ ਦਾ ਅੰਧ ਗੁਬਾਰ, ਗੁਰ ਬਿਨ ਘੋਰ ਅੰਧਾਰ, ਉਹ ਜਿਹੜਾ ਘੋਰ ਅੰਧਾਰ ਸੀ ਨਾ, ਉਹ ਫਿਰ ਮਿਟਿਓ ਮਿਟ ਗਿਆ। ਮਿਲਤ ਹਰ ਨਾਨਕ, ਹਰੀ ਪਰਮਾਤਮਾ ਜੀ ਨੂੰ ਮਿਲਦਿਆਂ ਸਾਰ ਅੰਤਰ ਆਤਮੇ ਪਤੀ ਪਰਮਾਤਮਾ ਜੀ ਮਿਲੇ, ਸਰੂਪ ਰੂਪ ਦੀ ਪ੍ਰਾਪਤੀ ਹੋ ਗਈ ਤੇ ਨਾਮ ਜਪਤ ਕੋਟੇ ਸੂਰ ਉਜਾਰਾ। ਹਿਰਦੇ ਦੇ ਅੰਦਰ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਗਿਆ। ਇੱਕ ਸੂਰਜ ਨਹੀਂ, 10 20 50 ਨਹੀਂ, ਕੋਟ ਕਰੋੜਾਂ ਸੂਰਜਾਂ ਜਿੰਨਾ ਚਾਨਣ ਹਿਰਦੇ ਦੇ ਅੰਦਰ ਹੋ ਗਿਆ। ਤੇ ਸਾਧ ਸੰਗਤ ਜੀ, ਇੱਕ ਹੀ ਸੂਰਜ ਚੜ੍ਹਦਾ ਤੇ ਸਾਰੀ ਦੁਨੀਆ ਦਾ ਹਨੇਰਾ ਚੁੱਕ ਦਿੰਦਾ, ਮਿਟਾ ਦਿੰਦਾ। ਜਿੱਥੇ ਕਰੋੜਾਂ ਚੜ੍ਹ ਜਾਣ ਉੱਥੇ ਫਿਰ ਹਨੇਰਾ ਕਿੱਥੇ। ਮਿਲਤ ਹਰ ਨਾਨਕ, ਪ੍ਰਮਾਤਮਾ ਜੀ ਨੂੰ ਮਿਲਦਿਆਂ ਸਾਰ ਅੰਤਰ ਆਤਮੇ ਐਸਾ ਅਨੁਭਵ ਪ੍ਰਕਾਸ਼, ਐਸਾ ਗਿਆਨ, ਐਸਾ ਚਾਨਣਾ ਹੋ ਆਇਆ, ਸਾਰਾ ਮਨਮੁਖਤਾਈ ਅਗਿਆਨਤਾ ਦਾ ਹਨੇਰਾ ਹੀ ਮਿਟ ਗਿਆ। ਜਨਮ ਜਨਮ ਕੀ ਸੋਈ ਜਾਗੀ। ਜਨਮਾਂ ਜਨਮਾਂਤਰਾਂ ਦੀ ਜਿਹੜੀ ਬਿਰਤੀ ਸੀ ਨਾਮ ਜਪਣ ਵੱਲੋਂ ਸੋਈ ਸੁੱਤੀ ਹੋਈ ਸੀ ਨਾ, ਫਿਰ ਸਿਮਰਨ ਦੇ ਵਿੱਚ ਜਾਗੀ ਜਾਗ ਪਈ। ਇਸੇ ਪ੍ਰਕਾਰ ਜਾਗੀ ਜਿਉਂਦੀ ਹੋ ਗਈ। ਵਾਹਿਗੁਰੂ ਜੀ ਦੇ ਨਾਮ ਰਸ ਅੰਮ੍ਰਿਤ ਨੂੰ ਪ੍ਰਾਪਤ ਕਰਕੇ ਬਿਰਤੀ ਜਿਉਂਦੀ ਹੋ ਗਈ। ਸਦੀਵ ਕਾਲ ਵਾਸਤੇ ਤਾ ਸਦ ਜੀਵਨ ਹੋਏ। ਸਦੀਵ ਕਾਲ, ਅਨੰਤ ਕਾਲ ਦਾ ਜੀਵਨ ਪਾ ਕਰਕੇ ਸੁਰਤ ਜਿਹੜੀ ਸੀ ਵਾਹਿਗੁਰੂ ਜੀ ਦੇ ਸਿਮਰਨ ਭਜਨ ਵਿੱਚ ਜਿਉਂਦੀ ਹੋ ਗਈ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ, ਪਰ ਉਪਕਾਰੀ, ਧੀਰਜ ਧਾਰੀ, ਅੰਮ੍ਰਿਤ ਉਪਦੇਸ਼ ਦੇ ਦਾਤਾ ਜੀ ਨੇ ਰੂਪਕ ਅਲੰਕਾਰ ਬਨ ਕਰਕੇ ਇੱਕ ਦੇ ਵਿੱਚ ਬੇਟੀ ਆਪਣੀ ਮਾਤਾ ਨੂੰ, ਉਪਰੰਤ ਅੰਤਰੀਵ ਅਰਥਾਂ ਦੇ ਅਨੁਸਾਰ ਜਗਿਆਸੂ ਰੂਪ ਇਸਤਰੀ, ਸਾਧੂ ਮਹਾਤਮਾ ਰੂਪ ਮਾਤਾ ਪਿਤਾ ਨੂੰ ਜਿਵੇਂ ਬੇਨਤੀਆਂ ਕਰਦੀ ਏ, ਜੀ ਮੈਂ ਬੁੱਧ ਤੋਂ ਹੀਣੀ ਹਾਂ, ਬਲ ਤੋਂ ਹੀਣੀ ਹਾਂ, ਪਰਦੇਸਨ ਹਾਂ, ਦੂਰ ਤੋਂ ਆਈ ਹਾਂ, ਨਾਮ ਰੂਪੀ ਧਨ ਪੱਲੇ ਨਹੀਂ, ਸ਼ੌਕ ਅਵਸਥਾ ਰੂਪੀ ਜਵਾਨੀ ਵਿੱਚ ਮਸਤ ਨਹੀਂ, ਮਤ ਮਾਤਾ ਸੰਤੋਖ ਪਿਤਾ ਤੋਂ ਹੀਣੀ ਹੋਣੇ ਕਰਕੇ ਅਨਾਥ ਹਾਂ, ਵਾਹਿਗੁਰੂ ਜੀ ਦੇ ਨਾਲ ਕਿਵੇਂ ਸਮਾਈ ਹੋ ਜਾਵੇ। ਲੱਭਦੀ ਲੱਭਦੀ ਪਰਮਾਤਮਾ ਜੀ ਨੂੰ ਕਮਲੀ ਝੱਲੀ ਹੋ ਗਈਆਂ। ਮੇਰਾ ਪਰਮਾਤਮਾ ਜੀ ਦੇ ਨਾਲ ਮਿਲਾਪ ਕਰ ਦੇਵੋ ਜੀ, ਬੜੀ ਸਿੱਖ, ਬੜੀ ਆਸਾ, ਬੜੀ ਪਿਆਸ ਹੈ। ਤੇ ਸਾਧੂ ਮਹਾਤਮਾ ਨੇ ਉਪਦੇਸ਼ ਦੇਣਾ ਕੀਤਾ, ਦੀਨਾ ਤੇ ਦਇਆਲਤਾ ਕਰਨ ਵਾਲੇ ਪ੍ਰਭੂ ਕਿਰਪਾਲੂ ਜੀ ਦਾ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਾਧ ਸੰਗਤ ਦੇ ਨਾਲ ਮਿਲਣਾ ਕਰ। ਤਾਂ ਜਦੋਂ ਮਿਲ ਕਰਕੇ ਜਪਿਆ ਤੇ ਫਿਰ ਜਲਨ ਬੁਝਾਈ, ਪ੍ਰਾਪਤੀ ਹੋ ਗਈ, ਵਿਛੋੜੇ ਦਾ ਦੁੱਖ ਉਤਰ ਗਿਆ। ਜਗਿਆਸੂ ਦੀ ਬੇਨਤੀ, ਜੀ ਕਿਵੇਂ ਵਾਹਿਗੁਰੂ ਜੀ ਨੂੰ ਪ੍ਰਾਪਤ ਕਰਾਂ, ਹਿਰਦੇ ਦੇ ਅੰਦਰ ਪਿਆਰ ਲੱਗਾ ਹੈ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣਾ ਕਰਦੇ ਨੇ, ਜਿਹੜੇ ਪ੍ਰਮਾਤਮਾ ਜੀ ਦੇ ਪਿਆਰੇ ਹਰੀ ਪ੍ਰਮਾਤਮਾ ਜੀ ਦੇ ਨਾਮ ਦੀ ਕਥਾ ਕਹਾਣੀ ਸਿਫਤ ਸਲਾਹ ਸੁਣਾਉਂਦੇ ਨੇ, ਉਹਨਾਂ ਦੀ ਸੰਗਤ ਵਿੱਚ ਮਿਲ ਕਰਕੇ ਸ਼ਰਵਣ ਮੰਨਣ ਦੇ ਅਧਿਆਸਨ ਕਰਦਿਆਂ ਹੋਇਆ ਜਪਣਾ ਕਰ ਸਤਨਾਮ ਸ੍ਰੀ ਵਾਹਿਗੁਰੂ। ਤੇ ਜਦੋਂ ਬਚਨਾਂ ਨੂੰ ਮੰਨਣਾ ਕੀਤਾ, ਵੈਰਾਗੀ ਮਹਾਤਮਾ ਜਿਨ੍ਹਾਂ ਨੇ ਪਦਾਰਥਾਂ ਵੱਲੋਂ ਵੈਰਾਗ ਧਾਰਨ ਕੀਤਾ, ਪ੍ਰਮਾਤਮਾ ਜੀ ਦੇ ਨਾਮ ਦੀ ਉਹਨਾਂ ਨੇ ਕਥਾ ਵਾਰਤਾ ਸੁਣਾਈ ਨਾ, ਤੇ ਹਿਰਦੇ ਦੇ ਅੰਦਰ ਐਸਾ ਪਿਆਰ ਪ੍ਰਗਟ ਹੋ ਗਿਆ। ਪਿਆਰ ਦੇ ਸਹਿਤ ਅਰਦਾਸਾਂ ਬੇਨਤੀਆਂ ਕੀਤੀਆਂ ਤੇ ਵਾਹਿਗੁਰੂ ਜੀ ਦਾ ਮਿਲਾਪ ਹੋਇਆ। ਅਗਿਆਨਤਾ ਦਾ ਹਨੇਰਾ ਮਿਟ ਗਿਆ। ਹਿਰਦੇ ਅੰਦਰ ਸੱਚ ਸਰੂਪ ਪ੍ਰਮਾਤਮਾ ਜੀ ਦੇ ਮਿਲਾਪ ਰੂਪੀ ਪ੍ਰਕਾਸ਼ ਹੋ ਗਿਆ ਹੈ। ਇਵੇਂ ਵਾਹਿਗੁਰੂ ਜੀ ਦੇ ਵਿਛੋੜੇ ਨੂੰ ਦੂਰ ਕਰਕੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਦਾ ਸਾਧਨ ਅਰਦਾਸਾਂ ਬੇਨਤੀਆਂ ਸਾਧ ਸੰਗਤ ਸਤਿਗੁਰੂ ਜੀ ਨੇ ਪ੍ਰਗਟ ਕਰਨਾ ਕੀਤਾ ਤੇ ਪ੍ਰਾਪਤੀ ਦੇ ਸੁੱਖ ਨੂੰ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਗਟ ਕਰਨਾ ਕਰਦੇ ਨੇ। ਸਤਿਗੁਰਾਂ ਦੇ ਚਰਨਾਂ ਅੱਗੇ
ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਗਰੀਬ ਨਿਵਾਜ। ਅਸੀਂ ਵੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲਹੁ ਰਾਮ। ਪੂਰਬਲੇ ਜਨਮਾਂ ਦੀ ਕਿਰਤ ਕਰਕੇ ਆਪ ਜੀ ਦੇ ਚਰਨਾਂ ਤੋਂ ਵਿਛੜਿਆ, ਕਿਰਪਾ ਕਰਕੇ ਮੇਲ ਲੈਣਾ ਕਰੋ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾਲਤਾ ਕਰਕੇ ਸਭਨਾਂ ਨੂੰ ਚਰਨਾਂ ਦਾ ਪਿਆਰ ਬਖਸ਼ਣ, ਨਾਮ ਦਾ ਰੰਗ ਬਖਸ਼ਣ, ਭਗਤੀ ਦਾ ਪ੍ਰਤਾਪ ਬਖਸ਼ਣ, ਸਨਮੁਖ ਆਪਣੇ ਬਣਾਈ ਰੱਖਣ, ਸਾਨੂੰ ਸਭਨਾਂ ਨੂੰ ਉਪਦੇਸ਼ ਕਮਾਉਣੇ ਦੀ ਦਾਤ ਬਖਸ਼ਣ। ਸਭਨਾਂ ਦੀਆਂ ਮਨੋਕਾਮਨਾਵਾਂ ਤੇ ਯਾਤਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਫਲੀਆਂ ਕਰਨ। ਗਰੀਬ ਨਿਵਾਜ ਸਤਿਗੁਰਾਂ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਸਤਿਗੁਰੂ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ੋ। ਗੁਰ ਉਪਦੇਸ਼ ਦੀਆਂ 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनास, हे पूरन हे सर्व मैं दुख पंजन गुणतास। हे संगी हे निरंकार हे निर्गुण सा